KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ। 2 ਜੂਨ ਦਾ ਦਿਨ ਹੈ, ਵਰਾ 2020 ਦਾ ਮੰਗਲਵਾਰ ਹੈ। 19 ਜੇਠ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਤੀਸਰੇ ਘੱਲੂਘਾਰੇ ਦੀ ਅੱਜ ਦੂਸਰੀ ਕੜੀ ਦੇ ਵਿੱਚ ਇਹ ਜਿਹੜਾ ਬਾਨਣੂ ਬੰਨਿਆ ਪੂਰਾ ਇਸ ਘੱਲੂਘਾਰੇ ਦਾ, ਉਹਦੇ ਵਿੱਚ ਕੀ ਹੋਇਆ। ਇਸ ਤਰ੍ਹਾਂ ਜਿਹੜੀਆਂ ਸਿੱਖਾਂ ਦੇ ਨਾਲ ਭਾਰਤ ਸਰਕਾਰ ਨੇ ਅੱਖਾਂ ਉਹਨਾਂ ਦੀਆਂ ਕਿਵੇਂ ਬਦਲ ਗਈਆਂ। ਜਾਂ 3 ਲੜਾਈਆਂ 60 ਤੋਂ 71 ਤੱਕ ਲੜ ਕੇ ਉਹਦੇ ਬਾਅਦ ਦਾਣੇ ਸਾਰੇ ਭਾਰਤ ਦੇ ਲਈ ਉਗਾ ਕੇ ਤੇ ਆਪ ਜ਼ਹਿਰੀਲੀਆਂ ਗੈਸਾਂ ਤੇ ਪੈਸਟੀਸਾਈਡ ਦੇ ਵਿੱਚ ਤੁਰਦੇ ਫਿਰਦੇ ਅਖੀਰ ਕੀ ਗੱਲ ਹੋ ਗਈ ਜਿਹੜੀ 70 ਤੋਂ 84 14 ਸਾਲਾਂ ਦੇ ਵਿੱਚ ਇਹ ਜਿਹੜਾ ਹੋਇਆ ਘੱਲੂਘਾਰਾ, ਉਹਦੇ ਕਾਰਨਾਂ ਤੇ ਆਪਾਂ ਗੱਲਬਾਤ ਕਰਾਂਗੇ। ਪੀੜਤ ਧਿਰ ਦੇ ਵਜੋਂ ਸਿੱਖ ਆਪਣੇ ਆਪ ਨੂੰ ਪੇਸ਼ ਕਰਦੇ ਰਹੇ, ਪਰ ਨਹੀਂ, ਇਹ ਜ਼ਖਮ ਹੈ, ਇਸ ਨੂੰ ਸੂਰਜ ਬਣਾਉਣ ਦੀ ਗੱਲ ਹੈ। ਡਾਕਟਰ ਗੁਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਅੱਜ ਇਸ ਦੇ ਤਹਿਤ ਮਹਿਮਾਨ ਹੋਣਗੇ ਉੱਘੇ ਪੱਤਰਕਾਰ ਸਰਦਾਰ ਜਸਪਾਲ ਸਿੰਘ ਜੀ ਸਿੱਧੂ, ਜਿਨ੍ਹਾਂ ਨੇ ਕਿਤਾਬ ਜਿਹੜੀ ਲਿਖੀ ਹੈ ਸੰਤ ਭਿੰਡਰਾਂਵਾਲਿਆਂ ਦੇ ਰੂਬਰੂ, ਜੂਨ 84 ਦੀ ਪੱਤਰਕਾਰ। ਜ਼ਿਆਦਾਤਰ ਪੱਤਰਕਾਰ ਜਿਹੜੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ 1975 ਤੋਂ ਬਾਅਦ ਇਸ ਨੂੰ ਕਵਰ ਕਰਦੇ ਸੀ, ਜ਼ਿਆਦਾ ਖੱਬੇ ਪੱਖੀ ਵਿਚਾਰਾਂ ਦੇ ਪੱਤਰਕਾਰ ਸਨ। ਉੱਥੇ ਦਲਵੀਰ ਸਿੰਘ ਹੁਣੀ ਤੇ ਜਸਪਾਲ ਸਿੰਘ ਹੁਣੀ। ਮਹਿੰਦਰ ਸਿੰਘ ਪੱਤਰਕਾਰ ਦੀ ਸੋਚਣੀ ਅਲੱਗ ਸੀ, ਕਿਉਂਕਿ ਸ਼ਹੀਦ ਪਿਤਾ ਦਾ ਪੁੱਤਰ ਦਾ ਪਿਤਾ ਸੀ। ਤੇ ਜਗਤਾਰ ਸਿੰਘ ਜਿਨ੍ਹਾਂ ਦੀਆਂ ਲੇਖਣੀਆਂ ਜਿਹੜੀਆਂ ਕਾਂਗਰਸ ਦੇ ਹੱਕ 'ਚ ਬਹੁਤ ਭੁਗਤਦੀਆਂ ਨੇ। ਬੜਾ ਕੁਛ ਪੱਤਰਕਾਰਾਂ ਨੇ ਲਿਖਿਆ। ਫਿਰ ਆਖਰੀ ਹਫ਼ਤਾ ਮਈ ਦਾ ਜਿਹੜਾ ਵੀ ਬਾਹਰ ਤੁਰਦਾ ਫਿਰਦਾ, ਫਿਰ ਮੈਂ ਸੰਤਾਂ ਨੂੰ ਮਿਲ ਕੇ ਆਇਆ, ਮੇਰੇ ਨਾਲ ਇਕੱਲੇ ਹੀ ਬੈਠੇ ਹੋ, ਫਿਰ ਮੈਨੂੰ ਇਕੱਲਿਆਂ ਨੇ ਆਹ ਗੱਲ ਦੱਸਦੀ, ਉਹਦੀ ਕਿਹੜੇ ਕੋਈ ਪੁਸ਼ਟੀ ਹੋਣੀ ਹੈ। ਜਿਹੜਾ ਕੋਈ ਮਰਜ਼ੀ ਕੁਛ ਕਹੀ ਚੱਲੇ। ਰਾਮੂ ਵਾਲੀਆ ਵੀ ਕਹਿੰਦਾ ਮੈਂ ਨਾਲ ਸੀ ਇੱਕ ਦਿਨ ਪਹਿਲਾਂ। ਹੁਣ ਰਾਮੂ ਵਾਲੀ ਦੀ ਮੰਨੀਏ ਇੱਕ ਯੋਧੇ ਦੀ ਜ਼ਿੰਦਗੀ ਵੇਖੀਏ ਸੰਤ ਜਰਨੈਲ ਸਿੰਘ ਜੀ ਉਹਨਾਂ ਦੀ। ਤੇ ਅੱਜ ਜਨਮ ਦਿਨ ਵੀ ਹੈ, 2 ਜੂਨ 1947 ਦਾ ਜਨਮ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਾ। ਘੱਲੂਘਾਰੇ ਦੇ ਦਿਨਾਂ ਕਰਕੇ ਮਾਨ ਸਾਹਿਬ ਨੇ ਫਰਵਰੀ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ। ਕੀਤਾ ਜਦ ਸੀ ਸ਼ੁਰੂ, ਜਦ ਕੋਈ ਗੱਲ ਨਹੀਂ ਸੀ ਕਰਦਾ। 2004 ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਭਾਈ ਮਨਤੀਰ ਸਿੰਘ ਹੁਣੀ ਕਹਿੰਦੇ ਅਸੀਂ ਸਾਰਾ ਦਿਨ ਉਹਨਾਂ ਦੀਆਂ ਸਟਿੱਕਰ ਤੇ ਕਸੈਟਸ ਲਈ ਬੈਠੇ ਰਹੇ, ਕੋਈ ਲੈਣ ਨਹੀਂ ਸੀ ਆਉਂਦਾ। ਰਾਤ ਨੂੰ ਸਟਿੱਕਰ ਲੋਕ ਲੈ ਕੇ ਜਾਂਦੇ ਚੋਰੀ, ਉਹ ਵੀ ਘਰਾਂ ਦੇ ਕਾਰਾਂ ਤੇ ਨਹੀਂ ਸੀ ਲਾਉਂਦੇ, ਅੰਦਰ ਘਰਾਂ ਚਲਾ ਦਿੰਦੇ। ਤੇ ਅੱਜ 16 ਵਰ੍ਹਿਆਂ ਬਾਅਦ ਹਰ ਮੰਚ ਤੇ ਅੱਜ ਦੇ ਇਸ ਘੱਲੂਘਾਰੇ ਦੀ ਗੱਲ ਹੋ ਗਈ ਹੈ। ਕਈ ਵਾਰ ਚਾਹੇ ਵਿਚਾਰ ਨਹੀਂ ਵੀ ਮਿਲਦੇ, ਉਹਨਾਂ ਦੀ ਵੀ ਮਜਬੂਰੀ ਹੋ ਜਾਂਦੀ ਹੈ ਵੀ ਚੱਲ ਹੁਣ ਗੱਲ ਤਾਂ ਕਰਨੀ ਪੈਣੀ ਹੈ, ਲੋਕਾਂ 'ਚ ਰਹਿਣਾ। ਪਰ ਦਿਲ ਹੈ ਜਿਹੜਾ ਉਹ ਜਾਣੀਏ ਵੀ ਦਿਲ ਫਟਦਾ ਕਿਵੇਂ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅੱਜ ਗੱਲ ਕਰਨੀ ਪੈਣੀ ਹੈ, ਮਜਬੂਰੀ ਹੈ। ਅਸਲ ਕਹਾਣੀ ਇਹ ਹੈ, ਮਤਲਬ ਫਿਲਮ ਦਾ ਬਲੈਂਕਸ ਕਰਨ ਦੀ ਵੀ ਨਹੀਂ ਲੋੜ ਹੁੰਦੀ। ਜੇ ਦਿਲ ਇਹ ਨਾ ਹੋਵੇ ਤਾਂ ਓਪਨਲੀ ਗੱਲ ਹੋਵੇ ਵੀ ਨਹੀਂ ਮੇਰੀ ਨਹੀਂ ਬਣਦੀ। ਪਰ ਅੱਜ ਉਸ ਕੌਮ ਦੇ ਮਹਾਨ ਜਰਨੈਲ ਦਾ ਜਨਮ ਦਿਨ ਵੀ ਹੈ, ਇਸ ਤੇ ਗੱਲਬਾਤ ਹੋਏਗੀ ਪਹਿਲੇ ਘੰਟਾ 12:30 ਵਜੇ ਤੱਕ। ਉਸ ਤੋਂ ਬਾਅਦ ਤੁਹਾਨੂੰ ਅੱਧਾ ਘੰਟਾ ਹਰ ਰੋਜ਼ ਦੀ ਤਰ੍ਹਾਂ 1 ਵਜੇ ਤੱਕ, 1 ਵਜੇ ਤੋਂ ਬਾਅਦ ਫਿਰ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਵੇਗੀ। ਕੱਲ ਨੂੰ ਫੇਰ ਕੋਸ਼ਿਸ਼ ਕਰਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ, ਇਸੇ ਤਰ੍ਹਾਂ ਸ਼ੁੱਕਰਵਾਰ ਤੱਕ ਇਸ ਤੇ ਗੱਲਬਾਤ ਹੋਏਗੀ। 1844 247 1550 ਉਹਨੇ ਨੰਬਰ ਹੈ। krpradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਰਹਿ ਜਾਂਦਾ YouTube ਤੇ ਪਾ ਦਿੱਤਾ ਜਾਂਦਾ ਲੋਕ ਸੱਥ ਦੇ ਥੱਲੇ। ਤੇ harjeet.g@krpradio.com ਇਹ ਈਮੇਲ ਹੈ। 604729 1224 WhatsApp ਟੈਕਸਟ ਲਈ ਨੰਬਰ ਹੈ। ਤੇ ਦਫ਼ਤਰ ਦਾ ਨੰਬਰ ਹੈ 604 440 6462। ਅੰਬਰ ਸਾਡਾ ਤਾਰੇ ਸਾਡੇ, 5 ਦਰਿਆ ਸਾਰੇ ਸਾਡੇ। ਅੰਬਰ ਸਾਡਾ ਤਾਰੇ ਸਾਡੇ, 5 ਦਰਿਆ ਸਾਰੇ ਸਾਡੇ। ਯਮਨਾ ਤੋਂ ਲੈ ਜੇਲਮ ਤਾਈਂ ਜਿੰਨੇ ਮਹਿਲ ਮਨਾਰੇ ਸਾਡੇ। ਬੁੱਢਾ ਤਰਨਾ 12 ਮਿਸਲਾਂ ਮਹਾਬਲੀ ਕਈ ਭਾਰੇ ਸਾਡੇ। ਰਾਜੇ ਰਾਣੇ ਕੰਬਣ ਲੱਗਦੇ ਵੱਜਣ ਜਦੋਂ ਨਗਾਰੇ ਸਾਡੇ। ਦੁਨੀਆ ਦੇ ਵਿੱਚ ਲੰਗਰ ਚੱਲਦੇ ਚਾਹੇ ਔਖੇ ਹੋਣ ਗੁਜ਼ਾਰੇ ਸਾਡੇ। ਜਾਬਰ ਜ਼ਬਰ ਜ਼ੁਲਮ ਕਮਾਵੇ ਖੋਪੜ ਸਹਿ ਗਏ ਆਰੇ ਸਾਡੇ। ਬਾਗੀ ਬੰਦੀ ਕਈ ਗੁਰ ਸਿੱਖੜੇ ਵਰਿਆਮ ਸਿੰਘ ਹਵਾਰੇ ਸਾਡੇ।
जिथे गुरां ने महक खिलारी साडे पंज प्यारे साजे पंज प्यारे साडे, इस धरत हरमंदर बनया रब भी है बलिहारे साडे, इस धरत हरमंदर बनया रब भी है बलिहारे साडे। सतवंत सिंह गरेवाल लिखते हैं। तीसरे घलूघारे की दूसरी लड़ी अज दूसरा दिन है जी। इसे पंजे दिन आपां गलबात करनी है। मंगलवार अज कल राजपाल सिंह बराड़ होरां दे नाल आपां 1920 तो 1984 तक दा जिहड़ा सफर बई घटनावां किवें होईयां सिलसिलेवार की होया, सिखां दे नाल फर्क किवें पिया, उन्हां दी अपनी पकड़ दे आधारित एक चीज़ां ने जिहड़ियां जिहदियां ज्ञान लैके अगे देना, कुछ वो शख्सियतां ने जिन्हां ने वो समा जिहड़ा अमृतसर साहिब दे विच बतीत कीता। 1984 घल्लूघारा नेड़ियों वेख्या, वो दिन जद फौजां उत्थे चढ़ियां, उसनूं भी उन्हां जिहड़े उस दे चश्मदीद गवाह सी, पहले दिन 1 जून की जिहड़ी गोली चली, उस तो बाद भी ते वो पत्रकार के तौर पर उत्थे गए ते 2018 ਦੇ ਵਿੱਚ ਆਪਾਂ लगातार उन्हां नाल लड़ी एक कीती सी। ਉਹਨੇ सत्कारयोग सीनियर पत्रकार सरदार जसपाल सिंह जी सिद्धू, जिन्हां ने संत भिंडरांवाले दे रूबरू जून 84 की पत्रकारी एक किताब लिखी, जिहदे विच उन्होंने दस्सिया कि उस समय ਦੀਆਂ घटनावां सच की है ते उन्होंने अंकित किया। अज उन्हां दे नाल उस समय तक पहुंचांगे, पर 1947 तो बाद सिखां दा पंजाब दे विच जिहड़ा टकराਅ वो किस तरह शुरू होया, पत्रकारी दे रंग जिहड़ा भाषा प्रैस ने लाला जगत नारायण आर्या समाजी, उन्हें शेखर गुप्ते होरां ने, गिरीलाल जैन उन्होंने पैट्रियट दे विच ते होर पेपरां दे विच की लिखिया, किवें लिखिया, किस तरह उस समय खबरां छपदियां सी, सरदार साहब तो जानकारी लवांगे, कोशिश करांगे। उन्होंने धन्यवाद है, अद्धी रात जाग रहे ने, बेनती की थी। सिद्धू साहब बहुत स्वागत जी। वाहिगुरू जी का खालसा, वाहिगुरू जी की फतेह। वाहिगुरू जी की फतेह। धन्यवाद जी तुहाडा। मैं इसनूं जे आपां 1947 तो बाद दियां घटनावां नूं लड़ीवार जोड़ के 1984 तक लैके आई, क्योंकि तुसीं इस एक खेतर दे विच जिहदे विच प्रोफैशनलिज्म दे तौर ते पत्रकारी कीती, बहुत चीज़ां ने जिहड़ियां एक अख आम अख नहीं वेख सकदी, एक पत्रकार वेख सकदा, क्योंकि एक विक्टम धिर दे तौर ते आपां 1984 की बहुत गल कर ली, कुछ बदलाव के तौर पर भी नैक्सट की है, ਇਹਦੇ ਤੋਂ सबक की ने, ਇਹਦੇ ਕਾਰਨ ਕੀ ਹੋਏ, ਇਹ ਗੱਲ ਵਿਗੜੀ ਕਿਵੇਂ। ਅਸੀਂ ਬ੍ਰੈਡ ਬਾਸਕਟ ਦੇ ਤੌਰ ਤੇ ਪੰਜਾਬ ਜਾਣਿਆ ਜਾਂਦਾ ਸੀ। ਅਸੀਂ ਲੜਾਈਆਂ 60 ਤੋਂ 70 ਤੱਕ 3 ਲੜੀਆਂ, ਤੇ ਇਹ ਜਿਹੜੀ ਚੰਗਾ ਝਾਕਦੇ ਤੀਰ ਕਿਉਂ ਕੱਢਣ ਲੱਗ ਗਈ ਭਾਰਤ ਦੀ ਸਰਕਾਰ, ਇਸ ਤੇ ਅੱਜ ਆਪਾਂ ਗੱਲਬਾਤ ਸ਼ੁਰੂ ਕਰਾਂਗੇ। ਜੇ 47 ਤੋਂ ਸ਼ੁਰੂ ਕਰੀਏ ਜੀ, ਜਦ ਆਜ਼ਾਦੀ ਮਿਲਦੀ ਆ, ਟਰਾਂਸਫਰ ਆਫ ਪਾਵਰ ਜਾਂ ਕਹਿ ਦੋ ਹੁੰਦੀ ਆ, ਤੇ ਉਸ ਤੋਂ ਬਾਅਦ ਜਿਹੜੀ रिफ्ट जी शुरू हुई, ਉਹਦੇ ਕੀ ਕਾਰਨ ਨੇ ਸਰਦਾਰ ਸਾਹਿਬ? ਜੇ ਇੱਥੋਂ ਸ਼ੁਰੂ ਕਰੀਏ, ਜੇ ਤੁਸੀਂ ਇਦੋਂ ਕੋ ਫਰਦਰ ਕੋ ਜੋੜਨਾ ਚਾਹੁੰਦੇ ਤਾਂ ਵੀ ਜੋੜ ਸਕਦੇ। ਗੱਲ ਅਸੀਂ 47 ਤੋਂ ਕਰੀਏ ਠੀਕ ਰਹੇਗੀ। ਅਸਲ ਵਿੱਚ ਜਿਹੜੀ ਇੱਕ ਕਾਂਗਰਸ ਸੀ, ਉਹਦਾ ਇਹ ਕਹਿ ਸਕਦੇ ਹਾਂ ਵੀ 1920 ਤੋਂ ਇਹ ਪ੍ਰੋਜੈਕਟ ਸੀ, ਇੱਕ ਖਾਸ ਕਿਸਮ ਦਾ। ਅੱਜ ਦੇ ਅਸੀਂ ਰੂਪ ਚ ਕਹੀਏ ਤਾਂ ਇੱਕ ਐਥਨਿਕ ਹਿੰਦੂ ਐਥਨਿਕ ਡੈਮੋਕ੍ਰੇਸੀ ਇੱਥੇ ਖੜੀ ਕਰਨ ਦਾ, ਤੇ ਉਸੇ ਤੇ ਉਹ ਕੰਮ ਕਰਦੇ ਰਹੇ। ਤੇ ਗਾਂਧੀ ਦੇ ਆਉਣ ਦੇ ਪਿੱਛੋਂ ਜਦੋਂ ਉਹਨਾਂ ਦੀ 1920 ਦੇ ਵਿੱਚ ਹੀ ਇਹ ਸਾਰਾ ਜਿਹੜਾ ਲੋਕਾਂ ਨੂੰ ਮੋਬਿਲਾਈਜੇਸ਼ਨ ਕਰਨ ਦਾ ਤੌਰ ਤਰੀਕਾ, ਸਾਰੇ ਲੜਾਈ ਦੇ ਜਿਹੜੇ ਪੀਸਫੁਲ ਉਹਨਾਂ ਨੇ ਹਥਿਆਰ ਵਰਤੇ, ਉਹ ਸਾਰੇ ਹਿੰਦੂ ਕਲਚਰਲ ਸੀ, ਜਿਵੇਂ ਮੌਨ ਵਰਤ ਰੱਖਣਾ ਤਾਂ ਔਰ ਆਸ਼ਰਮ ਬਣਾਉਣੇ, ਔਰ ਇਹ ਸਾਰਾ ਕੁਛ, ਇਹ ਹਿੰਸਾ ਵਗੈਰਾ ਜਿਹੜੇ ਵੀ ਸ਼ਬਦਾਵਲੀ ਵਰਤੀ ਸਾਰੀ, ਉਹ ਸਾਰੇ ਹਿੰਦੂ ਐਥਨਿਕ ਹਿੰਦੂ ਕਲਚਰ ਵਾਲੀ ਸੀ। ਤੇ ਉਹ ਇਸੇ ਕਰਕੇ ਜਦੋਂ ਸਾਰਾ ਕੁਛ ਇਹ ਚੱਲਦਾ ਰਿਹਾ, ਤੇ ਮੋਟੇ ਲੈਵਲ ਤੇ ਅਸੀਂ ਕਹਿ ਸਕਦੇ ਹਾਂ ਵੀ ਮੁਸਲਮਾਨਾਂ ਨਾਲ ਕੁਛ
ਉਸ ਵੇਲੇ ਕੋਈ ਸਮਝੌਤਾ ਨਹੀਂ ਹੋ ਸਕਿਆ। ਮੁਸਲਮਾਨ ਉਸ ਸਮੇਂ ਦੇਸ਼ ਦੀ ਟੋਟਲ ਆਬਾਦੀ ਦਾ ਚੌਥਾ ਹਿੱਸਾ ਸੀ, 25% ਸੀ। ਜੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਸਿਰਾਂ ਦੀ ਗਿਣਤੀ ਉੱਤੇ ਹੁਣ ਅੱਜ ਕੱਲ੍ਹ ਰਾਜ ਹੋਣਾ, ਤੇ ਉਹ ਇਸ ਗੱਲ ਤੇ ਅਵੇਅਰ ਹੋ ਗਏ ਕਿ ਨਾ ਉਹਨਾਂ ਦਾ ਲੀਡਰ ਇਸ ਕਿਸਮ ਦਾ ਸੀ ਜਿਹਨੂੰ ਸਾਰਾ ਪਤਾ ਸੀ, ਪਤਾ ਹੋਰਾਂ ਨੂੰ ਵੀ ਲੱਗ ਗਿਆ ਸੀ। ਉਹਨਾਂ ਦੀ ਲੀਡਰਸ਼ਿਪ ਵੈਸੇ ਕਾਫੀ ਸਾਡੀ ਸਿੱਖ ਲੀਡਰਸ਼ਿਪ ਨਾਲੋਂ ਜ਼ਿਆਦਾ ਅਵੇਅਰ ਸੀ, ਅਸੀਂ ਕਹਿ ਸਕਦੇ ਹਾਂ। ਉਹਨਾਂ 'ਚ ਨਵਾਬ ਬਹੁਤੇ ਸੀ ਅੱਗੇ ਲੱਗੇ, ਜਿਹੜੇ ਖੁਦ ਰੂਲਿੰਗ ਸਾਰੇ ਸਟਰਕਚਰ ਦਾ ਹਿੱਸਾ ਹੁੰਦੇ ਸੀਗੇ, ਪਾਰਟ ਸੀ। ਤੇ ਇਸ ਕਰਕੇ ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਹੁਣ ਸਿਰਾਂ ਦੀ ਗਿਣਤੀ ਤੇ ਜਿਸ ਕਿਸਮ ਦਾ ਸਿਸਟਮ ਅੰਗਰੇਜ਼ ਲੈ ਕੇ ਆ ਰਹੇ ਆ, ਜਾਣ ਤੋਂ ਬਾਅਦ ਇਹ ਉਹੀ ਡੈਮੋਕ੍ਰੇਸੀ ਦਾ ਸਿਸਟਮ ਆਏਗਾ, ਯੂਰਪ ਵਾਲੀ ਡੈਮੋਕ੍ਰੇਸੀ ਦਾ ਸਿਸਟਮ ਆਏਗਾ। ਉਹਦੇ 'ਚ ਸਿਰਾਂ ਦੀ ਗਿਣਤੀ ਹੋਊ। ਸਾਡੇ ਸਿਰ ਘੱਟ ਹੈ, ਹਿੰਦੂ ਬਹੁਮਤ ਗਿਣਤੀ ਹੈ ਇੱਥੇ, ਉਹਨਾਂ ਦੇ ਸਿਰੇ ਜ਼ਿਆਦਾ ਹੋਣਗੇ। ਅਸੀਂ ਹਮੇਸ਼ਾ ਲਈ ਇਹ ਹਿੰਦੂ ਬਹੁਮਤ ਦੇ ਥੱਲੇ ਲੱਗ ਜਾਵਾਂਗੇ। ਇਸ ਕਰਕੇ ਇਸਲਾਮ ਨੇ, ਮੁਸਲਮਾਨਾਂ ਨੇ ਇਹ ਗੱਲ ਲਗਾਤਾਰ ਖੜੀ ਕੀਤੀ, ਖਾਸ ਕਰਕੇ 1940 ਤੋਂ ਬਾਅਦ ਫਿਰ ਇਹ ਸਾਰਾ ਕੁਛ ਹੁੰਦਾ ਰਿਹਾ। ਕਾਰਨ ਇਹ ਹੋਇਆ ਵੀ ਇਹ ਆਪਸ ਵਿੱਚ ਦੀ ਜਿਹੜੇ ਸਮਝੌਤਾ, ਬ੍ਰਿਟਿਸ਼ ਵੱਲੋਂ ਕੋਸ਼ਿਸ਼ ਵੈਸੇ ਕਾਫੀ ਹੋਈ ਵੀ ਇਹਨਾਂ ਨੂੰ ਇਹ ਸਾਰੇ ਸਬ ਕੰਟੀਨੈਂਟ ਨੂੰ ਛੋਟਾ ਨਾ ਟੁਕੜਿਆਂ 'ਚ ਨਾ ਕੀਤਾ ਜਾਵੇ, ਤਾਂ ਕਿ ਉਹਨਾਂ ਨੂੰ ਉਸ ਸਮੇਂ ਮੌਕੇ ਤੇ ਇਹ ਡਰ ਜ਼ਰੂਰ ਖੜਾ ਸੀ ਵੀ ਉਸ ਸਾਈਡ ਤੇ ਰਸ਼ੀਅਨ ਪਾਵਰ ਖੜੀ ਸੀ। ਰਸ਼ੀਅਨ ਪਾਵਰ ਤੋਂ ਹਮੇਸ਼ਾ ਬ੍ਰਿਟਿਸ਼ ਚਕੰਨੇ ਰਹੇ ਸੀ ਵੀ ਇੱਧਰਲੀ ਸਾਈਡ ਤੋਂ ਅਫਗਾਨਿਸਤਾਨ ਹੀ ਵਿਚਾਲੇ ਪੈਂਦਾ ਸੀ, ਨਾਲ ਇੰਡੀਆ ਲੱਗਦਾ ਸੀ। ਤੇ ਇਸ ਕਿਸਮ ਦਾ ਵੀ ਇਹ ਨਾ ਕਿਤੇ ਆ ਜਾਣ, ਇਸ ਕਰਕੇ ਵੱਡਾ ਰਾਜ ਚਾਹੀਦਾ, ਛੋਟੇ ਰਾਜ ਨੂੰ ਉਹ ਆ ਕੇ ਦੱਬ ਸਕਦੇ ਆ। ਚਾਹੁੰਦੇ ਸੀ ਉਹ ਇਕੱਠਾ ਵੱਡਾ, ਉਹਨੇ ਕੋਸ਼ਿਸ਼ ਵੀ ਕੀਤੀ ਕਾਫੀ। ਚਲੋ ਇਹ ਆਪਸ ਵਿੱਚ ਦੀ ਸਾਡੇ ਇਸ ਕਿਸਮ ਦਾ ਦੋ ਕਲਚਰਾਂ ਦਾ ਇਸ ਕਿਸਮ ਦਾ ਟਕਰਾਓ ਤੇ ਭੇੜ ਖੜਾ ਸੀਗਾ ਜਿਹੜਾ ਰਿਜ਼ਾਲਵ ਨਹੀਂ ਹੋ ਸਕਿਆ। ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਰਿਜ਼ਾਲਵ ਕਰਨ ਦੀ, ਜਿਹੜਾ ਵੱਡੀ ਧਿਰ ਹੁੰਦੀ ਹੈ ਉਹ ਆਪਣੇ ਆਪ ਵਿੱਚ ਇਹ ਦੱਸੇ ਵੀ ਹਾਂ, ਉਹ ਕਹੇ ਵੀ ਮੈਂ ਤੁਹਾਡੇ ਪ੍ਰਤੀ ਆਹ ਕਨਸੈਸ਼ਨ ਦੇਣ ਨੂੰ ਤਿਆਰ ਹੈ, ਮੈਂ ਤੁਹਾਡੇ ਪ੍ਰਤੀ ਆਹ ਵਾਅਦਾ ਕਰਦੇ ਹਾਂ, ਜਾਂ ਇਹ ਦੇਣ ਨੂੰ ਲੀਗਲ ਲੈਵਲ ਤੇ ਤਿਆਰ ਹੈ। ਇਸ ਕਰਕੇ ਵੱਡੀ ਧਿਰ ਵੱਲੋਂ, ਵੱਡੀ ਧਿਰ ਉਦੋਂ ਕਾਂਗਰਸ ਸੀ, ਕਾਂਗਰਸ ਹਿੰਦੂ ਬਹੁਮਤ ਨੂੰ ਰਿਪਰੈਜ਼ੈਂਟ ਕਰਦੀ ਸੀ, ਤੇ ਇਸ ਕਰਕੇ ਉਸ ਵੱਲੋਂ ਇਸ ਕਿਸਮ ਦਾ ਕੋਈ ਹਮਲਾ ਨਹੀਂ ਮਾਰਿਆ ਗਿਆ, ਕੋਈ ਕਦਮ ਨਹੀਂ ਪੁੱਟਿਆ ਗਿਆ। ਤੇ ਉਹ ਸਾਰੇ ਦੇ ਵਿੱਚ ਇਹ ਨਿਕਲਿਆ ਵੀ ਕਾਂਗਰਸ, ਮੁਸਲਿਮ ਲੀਗ ਡਰੀ ਰਹੀ, ਉਹ ਡਰ ਦੇ ਵਿੱਚੋਂ ਹੀ ਸਾਰਾ ਕੁਛ ਨਿਕਲਿਆ। ਤੇ ਪਰ ਇੱਕ ਵਾਰ ਮੁਸਲਿਮ ਲੀਗ ਦਾ ਜਿਹੜਾ ਖਾਸ ਕਰਕੇ ਸਾਨੂੰ ਇਹ ਪੂਰਾ ਧਿਆਨ, ਖਾਸ ਹਿਸਟਰੀ ਵਿੱਚ ਬਿਲਕੁਲ ਸਪਸ਼ਟ ਪਈ ਹੈ ਗੱਲ ਕਿ ਮੁਸਲਿਮ ਲੀਗ ਪਾਕਿਸਤਾਨ ਨਹੀਂ ਸੀ ਚਾਹੁੰਦੀ, ਦੇਸ਼ ਨੂੰ ਵੰਡਣਾ ਨਹੀਂ ਸੀ ਚਾਹੁੰਦੀ। ਉਹਨਾਂ ਨੇ ਸਿਰਫ ਪਾਕਿਸਤਾਨ ਦਾ ਨਾਰਾ ਇੱਕ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕਾਨੂੰਨੀ ਲੈਵਲ ਦੇ ਸੇਫਗਾਰਡ ਜਾਂ ਇਹ ਲੈਣ ਲਈ ਕੀਤਾ ਸੀ, ਤਾਂ ਕਿ ਸਾਨੂੰ ਸਾਰੇ ਅਧਿਕਾਰ ਠੀਕ ਸਾਡੇ ਮੁਤਾਬਕ ਅਧਿਕਾਰ ਮਿਲ ਜਾਣ। ਇਹ ਸਾਡੀ ਕੋਸ਼ਿਸ਼ ਸੀ। ਇਸੇ ਕਰਕੇ ਉਹਨਾਂ ਨੇ ਕੈਬਨਿਟ ਮਿਸ਼ਨ ਆਇਆ 1946 ਵਿੱਚ, ਉਹਦੇ ਉੱਤੇ ਦਸਤਖਤ ਕਰਦੇ ਸੀ। ਉਹ ਸਾਰੇ ਦੇਸ਼ ਦੇ ਵਿੱਚ ਇੱਕ ਫੈਡਰਲ ਢਾਂਚੇ ਦੀ ਗੱਲ ਕਰਦਾ ਸੀ, ਸਾਰੇ ਦੇਸ਼ ਵਿੱਚ ਫੈਡਰਲ ਢਾਂਚਾ ਹੋਏਗਾ, ਤੇ ਉਹਦੇ ਤੇ ਨਹਿਰੂ ਨੇ ਵੀ ਕਰਤੇ ਸੀ, ਮੁਸਲਿਮ ਲੀਗ ਨੇ ਵੀ ਕਰਤੇ ਸੀ, ਜਿਨ੍ਹਾਂ ਨੇ। ਇਸ ਕਰਕੇ ਦੇਸ਼ ਵਿੱਚ ਇਹ ਹੋ ਗਿਆ ਸੀ। ਪਰ ਉਹ ਜਿਹੜਾ ਸਾਰਾ ਐਗਰੀਮੈਂਟ ਹੋਇਆ, ਮੁਆਹਦਾ ਹੋਇਆ, ਜਿਨ੍ਹਾਂ ਵਿੱਚ ਅੰਗਰੇਜ਼ਾਂ ਨੇ ਉਹਦੇ ਵਿੱਚ ਮਿਡਲਮੈਨ ਦੇ ਤੌਰ ਤੇ ਕੰਮ ਕੀਤਾ, ਉਹ ਫਿਰ ਇੱਕੋ ਦਮ ਨਹਿਰੂ ਨੇ ਤੋੜ ਦਿੱਤਾ। ਨਹਿਰੂ ਨੇ ਪਹਿਲਾਂ ਤੋੜਨ ਵਾਲਾ ਜੀ ਨੇ ਕਿਹਾ ਵੀ ਨਹੀਂ, ਅਸੀਂ ਤਾਂ ਸਿਰਫ ਇਸ ਕਿਸਮ ਦਾ ਜਿਹੜਾ ਫੈਡਰਲ ਢਾਂਚਾ ਉਹਨੂੰ ਦੇਸ਼ ਦਾ ਸਬ ਕੰਟੀਨੈਂਟ 'ਚ ਮੰਨਿਆ, ਤਾਂ ਕਿ ਅਸੀਂ ਇੱਥੇ ਕੰਸਟੀਚੂਐਂਟ ਅਸੈਂਬਲੀ ਬਣਾ ਸਕੀਏ। ਪਰ ਜਦੋਂ ਕੰਸਟੀਚੂਐਂਟ ਅਸੈਂਬਲੀ ਬਣ ਗਈ ਤੇ ਜਿਹੜਾ ਵੀ ਉਹਦੇ ਵਿੱਚ ਉਹਦਾ ਕੋਈ ਫੈਸਲਾ ਹੋਏਗਾ, ਉਹ ਅਸੀਂ ਉਸ ਤੇ ਪਾਬੰਦ ਹੋਵਾਂਗੇ। ਅਸੀਂ ਇਸ ਫਰੇਮਵਰਕ ਤੇ ਪਾਬੰਦ ਨਹੀਂ ਹੈ ਜੀ, ਅਸੀਂ ਫੈਡਰਲ ਢਾਂਚਾ ਰੱਖਣਾ ਔਰ ਸਬ ਕੰਟੀਨੈਂਟ ਨੂੰ ਇਕੱਠਾ ਰੱਖਣਾ। ਉਹਦੇ ਉੱਤੇ ਫਿਰ ਬਿਲਕੁਲ ਇੱਕੋ ਦਮ ਰਿਐਕਟ ਕਰਕੇ। ਹਾਂਜੀ ਸਿੱਧੂ ਸਾਹਿਬ, ਇੱਕ ਜਿਹੜੀ ਗੱਲ ਸਿੱਧੂ ਸਾਹਿਬ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰਦਾ, ਇੱਕ ਜਿਹੜੀ ਗੱਲ ਬਾਹਰ ਬਹੁਤ ਕੀਤੀ ਜਾਂਦੀ ਹੈ ਕਿ ਜਨਾਹ ਸਿੱਖਾਂ ਦੇ ਬਹੁਤ ਹੱਕ 'ਚ ਸੀ, ਬਈ ਸਿੱਖਾਂ ਨੂੰ ਮੈਂ ਖਿੱਤਾ ਦਿੰਦਾ, ਪਰ ਮਾਸਟਰ ਤਾਰਾ ਸਿੰਘ ਕਹਿੰਦਾ ਮੈਂ ਇਹਨੂੰ ਮਿਲਣਾ ਨਹੀਂ। ਜਨਾਹ ਵਾਕਈ ਸੁਹਿਰਦ ਸੀ, ਜਾਂ ਜਨਾਹ ਇੱਕ ਪਾਂਸ਼ਕੂ ਬੰਨਣਾ ਚਾਹੁੰਦਾ ਸੀ ਆਪਣੇ ਵਾਲੇ ਪਾਸੇ ਕਿ ਮੇਰੀ ਢੇਰ ਭਾਰੀ ਹੋ ਜਾਵੇ? ਇਹ ਦੋਨੋਂ ਗੱਲਾਂ ਸੀ। ਜਨਾਹ ਢਿਰ ਦੀ ਭਾਰੀ ਕਰਨਾ ਚਾਹੁੰਦਾ ਸੀ, ਜਨਾਹ ਕਿੰਨਾ ਸੁਹਿਰਦ ਸੀ ਅਸੀਂ ਕਹਿ ਨਹੀਂ ਸਕਦੇ, ਪਰ ਇੰਨੀ ਜ਼ਰੂਰ ਗੱਲ ਆ ਵੀ ਜੇ ਪੂਰਾ ਸੁਹਿਰਦ ਹੁੰਦਾ, ਕੋਸ਼ਿਸ਼ ਕਰਦਾ,
ਤਾਂ ਉਹ ਜੇ ਪਹਿਲੀ ਮੀਟਿੰਗ 'ਚ ਮਾਸਟਰ ਤਾਰਾ ਸਿੰਘ ਨਹੀਂ ਸੀ ਆਇਆ, ਜਦੋਂ ਕਿ ਮਹਾਰਾਜਾ ਪਟਿਆਲੇ ਵੱਲੋਂ ਉਹਨਾਂ ਦਿਨਾਂ 'ਚ ਬੁਲਾਈ ਗਈ ਸੀ, ਤਾਂ ਉਹ ਕਿਤੇ ਦੂਜੀ ਤੀਜੀ ਮੀਟਿੰਗ ਵਿੱਚ ਐਫਰਟਸ ਕਰਦਾ ਨਹੀਂ ਹੋਈ। ਬਿਲਕੁਲ ਠੀਕ, ਅਸੀਂ ਕਹਿ ਸਕਦੇ ਹਾਂ ਵੀ ਉਹ ਐਫਰਟਸ ਦਾ ਨੁਕਸਾਨ ਜਿਨ੍ਹਾਂ ਨੂੰ ਵੀ ਹੋਇਆ, ਨਹੀਂ ਤਾਂ ਜਿਹੜਾ ਪਾਕਿਸਤਾਨ ਆ ਉਹਦੀ ਹੱਦ ਜਮਣਾ ਹੋਣੀ ਸੀ, ਸਾਰਾ ਪੰਜਾਬ ਉੱਧਰ ਚਲੇ ਜਾਣਾ ਸੀ। ਤੇ ਅਕਾਲੀ ਦਲ ਦੇ ਖਾਸ ਕਰਕੇ ਜਿਹੜਾ ਅਕਾਲੀ ਦਲ ਦੇ ਲੀਡਰ ਸੀ ਬਲਦੇਵ ਸਿੰਘ, ਇਹ ਉਸ ਵੇਲੇ ਦਾ ਜਿਹੜਾ ਡਿਫੈਂਸ ਮਿਨਿਸਟਰ ਬਣਾਇਆ ਸੀ ਇੰਟਰਮ ਗਵਰਨਮੈਂਟ ਵਿੱਚ, ਉਹ ਤਾਂ ਸਾਰੇ ਇਹਦੇ ਨਾਲ ਕਾਂਗਰਸ ਦੇ ਨਾਲ ਜੁੜੇ ਹੋਏ ਸੀ, ਕਾਂਗਰਸ ਦੇ ਮੁਤਾਬਕ ਹੀ ਚੱਲਦੇ ਸੀ, ਨਹਿਰੂ ਨਾਲ ਬਹੁਤ ਕਲੋਜ਼ ਰਿਲੇਸ਼ਨ ਸੀ। ਇਸ ਕਰਕੇ ਇਹਨਾਂ ਤੋਂ ਪਾਸਿਓਂ ਜੋ ਤੋੜਨਾ ਸੀਗਾ ਅਕਾਲੀ ਲੀਡਰਾਂ ਨੂੰ ਜਾਂ ਸਿੱਖਾਂ ਨੂੰ ਆਪਣੇ ਵੱਲ ਖਿੱਚਣਾ ਸੀ, ਤਾਂ ਉਹਨੂੰ ਜ਼ਰੂਰ ਐਫਰਟਸ ਜਨਾਬ ਹੀ ਕਰਨੀਆਂ ਚਾਹੀਦੀਆਂ ਸੀ ਜਿਹੜੀਆਂ ਉਹਨੇ ਕੀਤੀਆਂ। ਜਾਂ ਤਾਂ ਇਸ ਕਰਕੇ ਨਹੀਂ ਕੀਤੀਆਂ ਵੀ ਉਹ ਗੁਜਰਾਤ ਦਾ ਰਹਿਣ ਵਾਲਾ ਸੀ ਤੇ ਉਹਨੂੰ ਪੰਜਾਬੀਆਂ ਦੇ ਕਲਚਰ ਤੇ ਸਾਰੀ ਗੱਲ ਦਾ ਪਤਾ ਨਹੀਂ ਸੀਗਾ, ਪਰ ਇਹ ਜ਼ਰੂਰ ਮੰਨਿਆ ਵੀ ਜਦੋਂ ਪਾਕਿਸਤਾਨ ਬਣ ਗਿਆ ਉਹਨੇ ਕਿਹਾ ਵੀ ਇਹ ਮੈਨੂੰ ਇਹ ਮਾਥੀ ਟਨ ਵੀ ਖਾਧਾ ਟੁਕੜਿਆ, ਬਹੁਤ ਮਾੜਾ ਮੈਨੂੰ ਪਾਕਿਸਤਾਨ ਮਿਲਿਆ, ਇਹ ਕੋਈ ਬਹੁਤਾ ਵਧੀਆ ਥਾਂ ਮੈਨੂੰ ਮਿਲ ਨਹੀਂ ਸਕਿਆ। ਬੜੇ ਉਹ ਅਫਸੋਸ ਵੀ ਉਸਨੇ ਜ਼ਾਹਰ ਕੀਤਾ ਤੇ ਉਹਦੀ ਕੋਸ਼ਿਸ਼ ਵੀ ਸੀ। ਦੋ ਤਿੰਨ ਗੱਲਾਂ ਜਿਹੜੀਆਂ ਹੋਈਆਂ ਸਾਰੇ ਦੇ, ਇੱਕ ਤਾਂ ਸਾਡੇ ਜਿਨ੍ਹਾਂ ਨੇ ਐਫਰਟਸ ਨਹੀਂ ਕੀਤੀ ਤੇ ਸਿੱਖਾਂ ਨੇ ਤਾਂ ਸਿੱਖ ਲੀਡਰਸ਼ਿਪ ਨੇ ਤਾਂ ਕਰਨੀ ਨਹੀਂ ਸੀ। ਦੂਸਰਾ ਇਹ ਹੈ ਵੀ ਬੰਗਲਾਦੇਸ਼ ਵੀ ਨਹੀਂ ਸੀ ਵੰਡਿਆ ਜਾਣਾ, ਉਧਰ ਬੰਗਾਲ ਵੀ ਨਹੀਂ ਸੀ ਵੰਡਿਆ ਜਾਣਾ, ਉਹਦੇ ਲਈ ਕਾਂਗਰਸ ਨੇ ਮੱਲੋ ਜੋਰੀ ਹਿੰਦੂ ਮਹਾਸਭਾ ਨੂੰ ਖੜਾ ਕਰਕੇ ਬੰਗਾਲ ਦੀ ਵੰਡ ਕਰਵਾਈ। ਉਹਦੇ ਤੇ ਵੰਡ ਨੂੰ ਲਾਸਟ ਵਿੱਚ ਜਿੰਨਾ ਵੀ ਤਿਆਰ ਹੋ ਗਿਆ ਸੀ, ਵੰਡ ਦੀ ਲੋੜ ਨਹੀਂ ਹੈ, ਇਸ ਕਰਕੇ ਐਗਰੀ ਹੋ ਗਿਆ ਸੀ। ਉੱਥੇ ਜਿਹੜੀ ਮੁਸਲਿਮ ਲੀਗ ਤੇ ਹਿੰਦੂ ਪਾਰਟੀਆਂ ਉੱਥੋਂ ਦੀਆਂ ਪਹਿਲਾਂ ਤਿਆਰ ਹੋ ਗਈਆਂ ਸੀ ਵੀ ਇਸ ਨੂੰ ਇੱਕ ਰੱਖਿਆ ਜਾਵੇ। ਇੱਧਰ ਵੀ ਪੰਜਾਬ ਵੀ ਇੱਕ ਰੱਖਿਆ ਜਾ ਸਕਦਾ ਸੀ। ਮੁਕਤਸਰ ਗੱਲ ਇਹ ਬਣਦੀ ਆ ਲਾਸਟ ਵਿੱਚ, ਆਪਾਂ ਕਹਿਣਾ ਚਾਹੁੰਦੇ ਹਾਂ ਵੀ ਜਿੰਨੀ ਪਾਰਟੀਸ਼ਨ ਦਾ ਨੁਕਸਾਨ ਪੰਜਾਬ ਨੂੰ ਹੋਇਆ, ਜਾਨੀ ਤੇ ਮਾਲੀ ਨੁਕਸਾਨ ਤਾਂ ਹੋਇਆ ਹੀ ਹੋਇਆ, ਇਹਦੇ ਵਿੱਚ ਸਿੱਖਾਂ ਨੂੰ ਹੋਇਆ ਸਭ ਤੋਂ ਜ਼ਿਆਦਾ ਨੁਕਸਾਨ। ਅਸੀਂ ਇੱਕ ਤਰੀਕੇ ਨਾਲ ਟਰੈਪ ਹੋ ਗਏ ਸਾਰੀ ਗੱਲ ਦੇ ਵਿੱਚ ਸਿੱਖ। ਹਾਂਜੀ, ਤੇ ਜਦ ਟ੍ਰਾਂਸਫਰ ਆਫ ਪਾਵਰ ਹੋ ਗਈ ਜਾਂ ਉਹਨੂੰ ਆਜ਼ਾਦੀ ਕਹਿ ਲਓ, 47 ਤੋਂ ਬਾਅਦ ਫਿਰ ਜਿਹੜੀ ਸਿੱਖ ਲੀਡਰਸ਼ਿਪ ਦਾ ਰੋਲ ਸੀ, ਜਿਹੜੀ ਇਹ ਖਟਾਸ ਮਨ ਦੇ ਵਿੱਚ ਤੁਰੀ ਆਉਂਦੀ, ਮਾਸਟਰ ਤਾਰਾ ਸਿੰਘ ਤੋਂ ਬਾਅਦ ਫਿਰ ਫਤਿਹ ਸਿੰਘ ਸੰਤ ਆ ਗਿਆ ਤੇ 1970 ਦੇ ਨੇੜੇ ਜਾ ਕੇ ਬਹੁਤ ਜਲਦੀ ਬਦਲਾਅ ਆਇਆ ਜੀ। ਜਿਹੜਾ ਤਿੰਨੇ ਲੜਾਈਆਂ ਅਸੀਂ ਲੜੀਆਂ, ਮਤਲਬ ਉਹ 'ਚ ਸਿੱਖਾਂ ਨੇ ਡੋਮੀਨੇਟ ਕੀਤਾ, ਪੈਟਰਨ ਟੈਂਕਾਂ ਦੇ ਥੱਲੇ ਬੰਨ ਕੇ ਗੋਲੇ ਆਪਣੇ ਗ੍ਰਨੇਡ ਥੱਲੇ ਵੜ ਗਏ ਉਹ, ਤੇ ਉਹਦੇ ਬਾਅਦ ਗ੍ਰੀਨ ਰੈਵੋਲੂਸ਼ਨ ਦੇ ਥੱਲੇ ਅਸੀਂ ਪੰਜਾਬ ਨੇ ਸਾਰਾ ਭਾਰਤ ਰਜਾਇਆ। ਇਹਦੇ ਨਾਲ ਹੀ ਪੰਜਾਬੀ ਸੂਬਾ, ਜਿਹੜਾ ਪੰਜਾਬੀ ਸੂਬੇ ਦੀ ਗੱਲ ਹੈ ਜਿਹੜੀ, ਇਹ ਤਿੰਨਾਂ ਚੀਜ਼ਾਂ ਨੂੰ ਸਮਤਲ ਕਰਿਓ ਜੀ। ਫਿਰ ਇਹ ਘਟਨਾਵਾਂ ਕਿਵੇਂ ਹੁੰਦੀਆਂ ਨੇ? ਆਪਾਂ 70 ਤੱਕ ਜੇ ਚੱਲੀਏ, 47। ਅੱਛਾ, ਇਹ ਦੇਖੋ ਜੀ, ਤੁਰਤ ਹੀ ਇਹ ਕੁਛ ਅਹਿਸਾਸ ਹੋ ਗਿਆ ਸੀਗਾ ਇਸ ਗੱਲ ਦਾ ਵੀ ਅਸੀਂ ਠੱਗੇ ਗਏ ਹਾਂ ਅਕਾਲੀ ਲੀਡਰਸ਼ਿਪ ਨੂੰ। ਅਕਾਲੀ ਲੀਡਰਸ਼ਿਪ ਨੇ ਜਿਹੜੇ ਇਸ ਕਾਨੂੰਨ ਬਣਾਉਣ ਵੇਲੇ ਪਹਿਲਾਂ ਜਿਹੜਾ ਰੈਜ਼ੋਲੂਸ਼ਨ ਸੀਗਾ, ਵੱਡਾ ਰੈਜ਼ੋਲੂਸ਼ਨ ਇਹ ਸੀਗਾ ਵੀ ਸਾਨੂੰ ਸੇਫਗਾਰਡ ਮਿਨੋਰਿਟੀਆਂ ਨੂੰ ਦਿੱਤੇ ਜਾਣਗੇ, ਉਹ ਵੀ ਅਖੀਰ ਸੇਫਗਾਰਡ ਵਾਲਾ ਵੀ ਸਾਰਾ ਮੁੱਦਾ ਅਕਾਲੀ ਦਲ ਨੇ ਛੱਡਤਾ ਸੀ, ਕਾਂਗਰਸ ਨੇ ਛੁਡਾ ਹੀ ਦਿੱਤਾ ਸੀ ਇਹਨਾਂ ਤੋਂ। ਪਟੇਲ ਦੇ ਕਹਿਣ ਉੱਤੇ ਇਹਨਾਂ ਨੇ ਇਹ ਵੀ ਛੱਡਤਾ ਸੀ, ਕੋਈ ਸੇਫਗਾਰਡ ਵੀ ਨਹੀਂ ਲਏ ਤੇ ਇੱਕ ਤਰ੍ਹਾਂ ਦੇ ਇਹ ਸਿਟੀਜ਼ਨ ਹੀ ਬਣ ਗਏ ਸੀ ਜਿਵੇਂ ਦੂਸਰੇ ਸਿਟੀਜ਼ਨ ਹੈ। ਤੇ ਮਿਨੋਰਿਟੀ ਇਸ ਕਰਕੇ ਕੁਛ ਚਿਰ ਪਿੱਛੋਂ ਇਹਨਾਂ ਨੂੰ ਅਹਿਸਾਸ ਹੋਣ ਲੱਗ ਗਿਆ ਵੀ ਅਸੀਂ ਤਾਂ ਟਰੈਪ ਹੋ ਗਏ, ਅਸੀਂ ਤਾਂ ਫਸ ਗਏ ਹਾਂ, ਠੱਗੇ ਗਏ ਹਾਂ। ਫਿਰ ਇਹਨਾਂ ਨੇ ਕੁਛ ਐਜੀਟੇਸ਼ਨਾਂ ਦੀ ਕੋਸ਼ਿਸ਼ ਕੀਤੀ, ਪਰ ਐਜੀਟੇਸ਼ਨਾਂ ਵੀ ਅੱਧੇ ਮਨ ਨਾਲ ਕੀਤੀਆਂ। ਕਦੇ ਅਕਾਲੀ ਦਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ, 55-56 ਚੋਂ ਤਾਂ ਬਾਹਰ ਨਿਕਲਿਆ, ਫਿਰ ਕਦੇ ਨਾਲ ਰਲ ਗਿਆ, ਕਦੇ ਬਾਹਰ ਨਿਕਲਿਆ। ਇਸ ਕਰਕੇ ਇਸੇ ਕਰਕੇ ਜਿਹੜੇ ਪਹਿਲਾਂ ਅਕਾਲੀ ਦਲ ਦੇ ਸਾਰੇ ਲੀਡਰ ਸੀ ਉਹ ਕਾਂਗਰਸ ਜਾ ਵੜੇ ਤੇ ਬਹੁਤੇ ਕਾਂਗਰਸ ਵਿੱਚ ਹੀ ਰਹਿ ਗਏ। ਤੇ ਸਵਰਨ ਸਿੰਘ ਵਰਗੇ ਤੇ ਪ੍ਰਤਾਪ ਸਿੰਘ ਕੈਰੋ ਵਰਗੇ ਵੀ ਸਾਰੇ ਫਿਰ ਮੁੜ ਕੇ ਕਾਂਗਰਸ ਦੇ ਬੰਦੇ ਬਣ ਕੇ ਰਹੇ ਤੇ ਉਹ ਸਿੱਖਾਂ ਦੇ ਵਿਰੋਧੀ ਲੜਾਈ ਕੀਤੀ ਉਹਨਾਂ ਨੇ। ਤੇ ਇਸ ਕਰਕੇ ਇਹ ਜਿਹੜਾ ਸਾਡਾ ਸੀ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਹਿਸੂਸ ਹੋਇਆ ਵੀ ਹੁਣ ਅਸੀਂ ਕੀ ਕਰੀਏ। ਇਹ ਅੰਬੇਦਕਰ ਦੇ ਕਹੇ ਫਿਰ ਇਹਨਾਂ ਨੇ ਉਦੋਂ ਸ਼ੁਰੂ ਕੀਤੀ ਐਜੀਟੇਸ਼ਨ ਵੀ ਹੁਣ ਅਸੀਂ ਬੱਸ ਤਾਂ ਮਿਸ ਕਰ ਗਏ ਹਾਂ, ਹੁਣ ਸਾਡੇ ਕੋਲ ਕੋਈ ਆਲਟਰਨੇਟਿਵ ਨਹੀਂ, ਹੁਣ ਅਸੀਂ ਬਸ ਪੰਜਾਬੀ ਸੂਬਾ ਹੀ ਲੈ ਸਕਦੇ ਹਾਂ, ਲੈਂਗੁਏਜ ਲੈਵਲ ਤੇ ਅਸੀਂ ਇੱਕ ਥਾਂ ਇਕੱਠੇ ਹੋ ਸਕਦੇ ਹਾਂ ਤੇ ਇਹਦੇ ਨਾਲ ਸਾਡੀ ਪੋਲੀਟੀਕਲ ਪਾਵਰ ਬਣ ਸਕਦੀ ਹੈ। ਇਸ ਕਰਕੇ ਇਹਨਾਂ ਨੇ ਪੰਜਾਬੀ ਸੂਬਾ ਲਿਆ ਸੀ ਵੀ ਜੇ ਸਿੱਖ ਬਹੁ ਗਿਣਤੀ ਸੂਬਾ ਹੋ ਜੇ। ਪੰਜਾਬੀ ਸੂਬੇ ਦੀ ਇੱਕ ਨਾਂ ਸੀਗਾ ਪੰਜਾਬੀ ਲੈਂਗੁਏਜ ਦਾ ਵੀ,
ਪਰ ਨਾਲ ਉਹਦੇ ਪਿੱਛੇ ਜਿਹੜਾ ਪੋਲੀਟੀਕਲ ਮਨਸ਼ਾ ਸੀ ਇਹ ਸੀ ਕਿ ਅਸੀਂ ਇੱਕ ਥਾਂ ਇਕੱਠੇ ਹੋ ਜਾਈਏ, ਮੈਜੋਰਿਟੀ ਹੋ ਜਾਈਏ, ਤੇ ਸਿੱਖ ਮੈਜੋਰਿਟੀ ਹੋ ਵੀ ਗਏ ਸੀ ਪੰਜਾਬ ਦੇ ਵਿੱਚ। ਤੇ ਜਿਹੜਾ ਹੁਣ ਕਈ ਵਾਰ ਸਾਨੂੰ ਬਹੁਤ ਭੁਲੇਖੇ ਵੀ ਅਕਾਲੀ ਦਲ ਵਾਲੇ ਪਾਉਂਦੇ ਰਹਿੰਦੇ ਆ ਵੀ ਪੰਜਾਬੀ ਸੂਬਾ ਜੀ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਲਏ। ਇਹਨਾਂ ਨੇ ਕਈ ਇਲਾਕੇ ਤਾਂ ਖੁਦ ਵੀ ਛੱਡਿਆ ਜਿੱਥੇ ਹਿੰਦੂ ਬਹੁਤ ਗਿਣਤੀ ਸੀ, ਸਿੱਖ ਘੱਟ ਸੀ। ਤੇ ਕਿਉਂਕਿ ਸਾਰਾ ਜਿਹੜਾ ਪੰਜਾਬ ਸੀ, ਜਿਹੜਾ ਜੁਆਇੰਟ ਪੰਜਾਬ ਸੀ, ਉਹ ਹਿੰਦੂ ਡੋਮੀਨੇਟਡ ਪੰਜਾਬ ਸੀ, ਸਿੱਖ ਘੱਟ ਗਿਣਤੀ ਸੀਗੀ ਸਾਂਝੇ ਪੰਜਾਬ ਦੇ ਵਿੱਚ। ਤੇ ਇਹ ਸਾਰਾ ਕੁਝ ਇਹਨਾਂ ਨੇ ਸਾਰਾ ਕੁਝ ਦੱਬਿਆ ਪਿਆ, ਸਾਨੂੰ ਦੱਸਿਆ ਨਹੀਂ ਸਾਰਾ ਕੁਝ ਸਾਡਾ। ਪਰ ਇਹ ਜਿਹੜਾ ਪੰਜਾਬੀ ਸੂਬਾ ਬਣਿਆ ਵੀ ਤਾਂ ਅਖੀਰ ਕਾਂਗਰਸ ਪੰਜਾਬੀ ਸੂਬਾ ਦਿੰਦੀ ਵੀ ਨਹੀਂ ਸੀ ਇੱਕ ਸਿੱਖਾਂ ਨੂੰ। ਉਹਨੂੰ ਉਹ ਤਾਂ ਓਪਨਲੀ ਨਹਿਰੂ ਕਹਿਣ ਲੱਗ ਗਿਆ ਸੀ ਵੀ ਇਹ ਪੰਜਾਬੀ ਸੂਬਾ ਨਹੀਂ ਮੰਗਦੇ, ਇਹ ਦੇਸ਼ ਤੋਂ ਅਲੱਗ ਹੋਣਾ ਚਾਹੁੰਦੇ ਆ ਤੇ ਮੈਂ ਆਪਦੇ ਜੀਂਦੇ ਵੀ ਨਹੀਂ ਦੇਵਾਂਗਾ, ਤੇ ਉਹਨੇ ਦਿੱਤਾ ਵੀ ਨਹੀਂਗਾ। ਤੇ ਫਿਰ ਇਹ ਹੁਣ ਬੜੀ ਹੈਰਾਨੀ ਵਾਲੀ ਗੱਲ ਬਣਦੀ ਆ, ਸਾਨੂੰ ਬੜਾ ਹੈਰਾਨ ਹੁੰਦੇ ਆ ਸਾਰੇ ਇਸ ਗੱਲ ਉੱਤੇ ਵੀ ਪੰਜਾਬੀ ਸੂਬੇ ਤੋਂ ਬਾਅਦ ਵੀ ਕੋਈ ਇਲਵਿਲ ਨਹੀਂ ਹੋਈ। ਕਾਂਗਰਸ ਦੇ ਚੀਫ ਮਿਨਿਸਟਰ ਵੀ, ਕਾਂਗਰਸ ਵੀ ਬਕਾਇਦਾ ਇਲੈਕਸ਼ਨਾਂ ਵਿੱਚ ਸ਼ਾਮਲ ਹੋਣ ਲੱਗ ਗਈ, ਕਾਂਗਰਸ ਦੇ ਚੀਫ ਮਿਨਿਸਟਰ ਵੀ ਬਣ ਗਏ। ਔਰ ਇੱਥੋਂ ਤੱਕ ਕਿ ਗਿਆਨੀ ਜੈਲ ਸਿੰਘ ਪੂਰੇ 5 ਸਾਲ 72 ਤੋਂ 77 ਤੱਕ ਉਹ ਕਾਂਗਰਸ ਦਾ ਚੀਫ ਮਿਨਿਸਟਰ ਪੰਜਾਬ 'ਚ ਰਿਹਾ। ਇਹਦੇ ਬਾਵਜੂਦ ਵੀ ਫਿਰ ਛੱਡਣ ਲਈ ਸਾਨੂੰ ਕੀ ਹੋ ਜਾਂਦਾ ਵੀ ਅਸੀਂ ਸਿੱਖਾਂ ਦੇ ਵਿਰੁੱਧ ਹੋ ਜਾਂਦੀ ਹੈ ਸਾਰੀ ਇੰਡੀਅਨ ਸਰਕਾਰ ਜਾਂ ਇੰਡੀਅਨ ਐਸਟੈਬਲਿਸ਼ਮੈਂਟ ਹੋ ਜਾਂਦੀ ਹੈ। ਇਹ ਬੜੇ ਹੈਰਾਨੀ ਦੀ ਗੱਲ ਹੈ। ਤੇ ਇਹਦੇ ਨਾਲ ਇੱਕ ਨੁਕਤਾ ਹੋਰ ਵੀ ਸਾਨੂੰ ਬੜਾ ਇਹ ਤੰਗ ਕਰਦਾ, ਜਿਹਦੇ ਤੇ ਅਸੀਂ ਖੋਜ ਨਹੀਂ ਬਹੁਤੀ ਕੀਤੀ, ਕਰਨੀ ਚਾਹੀਦੀ ਹੈ ਵੀ 71 ਵਿੱਚ ਅਸੀਂ ਬਹੁਤ, ਜਿਵੇਂ ਤੁਸੀਂ ਕਿਹਾ ਵੀ ਅਸੀਂ ਲੜਾਈ ਕੀਤੀ, ਸਾਰੀ 65 ਦੀ ਲੜਾਈ 'ਚ ਅਸੀਂ ਪੂਰਾ ਹਿੱਸਾ ਲਿਆ, 71 ਵਾਲੀ 'ਚ ਲਿਆ। 71 ਦੇ ਵਿੱਚ ਅਸੀਂ ਹੀਰੋ ਸੀ ਸਾਰੇ, ਜਨਰਲ ਜਗਜੀਤ ਸਿੰਘ ਅਰੋੜਾ ਬਹੁਤ ਵੱਡੇ ਦੇਸ਼ ਦੇ ਹੀਰੋ ਦੇ ਲੈਵਲ ਤੇ ਅਮਰ ਹੋਏ, ਨਾਲ ਜਨਰਲ ਸ਼ਬੇਗ ਸਿੰਘ ਉਹ ਵੀ ਬੰਗਲਾਦੇਸ਼ ਦੇ ਹੀਰੋ ਰਹੇ। ਤੇ ਇਹ ਸਾਰੇ ਦੇ ਬਾਵਜੂਦ ਫਿਰ ਅਸੀਂ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਇਹ ਬ੍ਰੈਡ ਬਾਸਕਟ ਸੀ ਤੇ ਸਾਰੇ ਦੇਸ਼ ਦੀ, ਅਸੀਂ ਇੰਨੀ ਅਨਾਜ ਇੱਥੇ ਬਹੁਤ ਵੱਡੇ ਲੈਵਲ ਤੇ ਪੈਦਾ ਕਰਕੇ ਦਿੱਤਾ, ਦੇਸ਼ ਦੀ ਭੁੱਖਮਰੀ ਖਤਮ ਕੀਤੀ ਸਾਰੀ ਗੱਲ। ਤੇ ਫਿਰ ਕੋਈ ਵੀ ਕਿਸੇ ਕਿਸਮ ਦਾ ਸਾਡੀ ਇਹੋ ਜਿਹੀ ਗੱਲ ਨਹੀਂ ਸੀ। ਅਚਾਨਕ ਕੀ ਲੋੜ ਪੈ ਗਈ ਵੀ ਸਾਨੂੰ ਸਾਡੇ ਤੇ ਅਸੀਂ ਫਿਰ ਮੁੜ ਕੇ ਐਂਟੀ ਨੈਸ਼ਨਲ ਹੋ ਗਏ, ਦੇਸ਼ ਨੂੰ ਤੋੜਨ ਵਾਲੇ ਹੋ ਗਏ, ਦੇਸ਼ ਧਰੋਹੀ ਸਾਨੂੰ ਕਹਿਣ ਲੱਗ ਗਏ। ਇਹ ਸਾਰਾ ਕੁਝ ਇਹ ਸਡਨਲੀ ਵਾਪਰਿਆ। ਇਹਦੇ ਬਾਰੇ ਥੋੜਾ ਜਿਹਾ ਕੁਝ ਡਿਫਰੈਂਟ ਵਿਚਾਰ ਆ ਰਹੇ ਆ। ਹਾਂਜੀ, ਸੀਨੀਅਰ ਪੱਤਰਕਾਰ ਸਰ ਜਸਪਾਲ ਸਿੰਘ ਸਿੱਧੂ ਮੇਰੇ ਨਾਲ ਨੇ। ਗੱਲਬਾਤ ਚੱਲ ਰਹੀ ਹੈ 1947 ਤੋਂ 84 ਦੇ ਸਫ਼ਰ ਦੀ ਕਿ ਇਸ ਘੱਲੂਘਾਰੇ ਦੇ ਵਿੱਚ, ਕਿਉਂਕਿ ਉਹ ਅੰਮ੍ਰਿਤਸਰ ਰਹੇ ਨੇ, ਉਹਨੂੰ ਆਖਰੀ ਹਿੱਸੇ ਦੇ ਵਿੱਚ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਅੱਛਾ ਸਿੱਧੂ ਸਾਹਿਬ, ਜਿਹੜਾ ਇਸ ਦੇ ਨਾਲ ਹੀ ਜਦ ਗ੍ਰੀਨ ਰੈਵੋਲੂਸ਼ਨ ਆਉਂਦਾ ਹੈ ਉਹਦੇ ਨਾਲ ਪੈਸਾ ਵੱਧਦਾ, ਪੈਸੇ ਵਧਣ ਦੇ ਵਿੱਚ ਦੇਖੋ ਜਾਤ ਪਾਤ ਤਾਂ ਪਹਿਲਾਂ ਹੀ ਪਿੰਡਾਂ ਦੇ ਵਿੱਚ ਬਹੁਤ ਸੀ ਆਪਣੇ, ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਫਰਕ ਪੈਂਦਾ ਤੇ ਇਹਦੇ ਵਿੱਚੋਂ ਹੀ ਗੁਰੂ ਡੰਮ ਨਿਕਲਦਾ। ਨਿਰੰਕਾਰੀ ਕਿਵੇਂ ਪੈਨੀਟਰੇਟ ਹੁੰਦੇ ਨੇ ਪੰਜਾਬ ਦੇ ਵਿੱਚ ਜੀ, ਉਹਨੂੰ ਅਨਫੋਲਡ ਕਰਿਓ ਥੋੜਾ ਜਿਹਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਦੋ ਤਿੰਨ ਗੱਲਾਂ ਸਾਡੇ ਹੋਈਆਂ। ਸਾਡੇ ਗ੍ਰੀਨ ਰੈਵੋਲੂਸ਼ਨ ਦੇ ਆਉਣ ਨਾਲ ਸਾਡੇ ਪਿੰਡਾਂ ਦੇ ਵਿੱਚ ਕਦੇ ਵੀ ਜਿਹੜੀ ਸ਼ਰਾਬ ਹੈ ਉਹ ਸਾਡੀ ਮੇਜ਼ਬਾਨੀ ਤੇ ਜਾਂ ਸਾਡੇ ਰੋਜ਼ਾਨਾ ਕੰਜ਼ੰਪਸ਼ਨ ਦਾ ਹਿੱਸਾ, ਖਪਤ ਦਾ ਹਿੱਸਾ ਨਹੀਂ ਸੀ ਹੁੰਦੀ। ਤੇ ਫਿਰ ਸਾਡੇ ਕੋਲ ਪੈਸਾ ਆ ਗਿਆ, ਸਰਪਲਸ ਆ ਗਿਆ, ਤੇ ਸਾਡੇ ਇਸ ਕਿਸਮ ਦੀ ਸ਼ਰਾਬ ਦਾ ਬਹੁਤ ਪ੍ਰਚਲਨ ਚੱਲ ਹੋ ਗਿਆ। ਤੇ ਇਹ ਇਸੇ ਵਿੱਚੋਂ ਹੀ ਇਹ ਸੀ ਵੀ ਲੋਕਾਂ ਨੂੰ ਬੜਾ ਜ਼ਿਆਦਾ ਹੋਇਆ ਵੀ ਹੁਣ ਅਸੀਂ ਕਿਵੇਂ, ਪਰਿਵਾਰਾਂ ਨੂੰ ਬੜਾ ਇਸ ਗੱਲ ਦੀ ਤਕਲੀਫ ਹੋਈ ਤੇ ਲੋਕ ਸੰਤਾਂ ਡੇਰਾਂ ਵਾਲਿਆਂ ਕੋਲੇ ਜਾਣ ਲੱਗ ਗਏ। ਸੰਤ ਪਿੰਡਰਾਂ ਵਾਲੇ ਵੀ ਇਸੇ ਕਰਕੇ, ਜਰਨੈਲ ਸਿੰਘ ਪਿੰਡਰਾਂ ਵਾਲੇ ਵੀ ਅੰਮ੍ਰਿਤ ਛਕਾਉਣ ਲੱਗ ਗਏ ਸੀ। ਇਹ 70 ਦੇ ਸਾਰੇ ਦੇ ਵਿੱਚ ਬੜਾ ਜ਼ੋਰ ਸ਼ੋਰ ਨਾਲ 77 ਕੀ ਉਦੋਂ ਪਹਿਲਾਂ ਸੰਤ ਕਰਤਾਰ ਸਿੰਘ ਵੀ ਇਹ ਅੰਮ੍ਰਿਤ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਸੀ। ਉਹ ਵੀ ਲੋਕ ਉਸੇ ਕਰਕੇ ਵੀ ਹੋਇਆ ਸੀ ਕਿ ਵੀ ਲੋਕ ਸ਼ਰਾਬ ਬਹੁਤ ਪੀਣ ਲੱਗ ਗਏ ਸੀ। ਤੇ ਇਹ ਦੂਜੇ ਪਾਸੇ ਇਹ ਹੋਇਆ ਵੀ ਕੁਛ ਲੋਕ ਸੰਤਾਂ ਨਾਲ ਜੁੜ ਗਏ ਤੇ ਕੁਛ ਲੋਕ ਫਿਰ ਡੇਰੇਦਾਰੀਆਂ ਵੱਲ ਚਲੇ ਗਏ। ਡੇਰੇਦਾਰੀਆਂ ਦਾ ਥੋੜਾ ਜਿਹਾ ਸੌਖਾ ਕੰਮ ਹੁੰਦਾ, ਸੌਖਾ ਸੌਦਾ ਵੇਚਦੇ ਆ ਉਹ ਆਪਣਾ, ਤੇ ਜ਼ਿਆਦਾ ਘੱਟ ਰਿਸਟ੍ਰਿਕਸ਼ਨਾਂ ਲਾਉਂਦੇ ਆ। ਇਸ ਕਰਕੇ ਫਿਰ ਉਹ ਬਹੁਤੇ ਉਧਰ ਵੀ ਹੋ ਗਏ ਤੇ ਡੇਰੇਦਾਰੀਆਂ ਵੀ ਬਹੁਤ ਆਈਆਂ।
ਬੜਾ ਵੱਡੇ ਲੈਵਲ ਤੇ ਡੇਰੇਦਾਰੀਆਂ ਆਈਆਂ। ਇਹ ਸਾਡਾ ਜਿਹੜਾ ਖਪਤਬਾਦ ਹੈ ਉਹਦਾ ਵੀ ਸਾਡੇ ਤੇ ਅਸਰ ਹੋਇਆ। ਉਹ ਖਪਤਬਾਦ ਦਾ ਜਿਹੜਾ ਅਸਰ ਹੈ ਅਸੀਂ ਬਲੂ ਸਟਾਰ ਦੇ ਵਿੱਚ ਵੀ ਦੇਖਦੇ ਹਾਂ ਤੇ ਫਿਰ ਗੱਲ ਕਰਾਂਗੇ ਉਸ ਤੋਂ ਬਾਅਦ ਵੀ ਖਪਤਬਾਦ ਦਾ ਜਿਹੜਾ ਅਸਰ ਹੈ ਉਹਨੇ ਵੀ ਸਾਡੀ ਖਾੜਕੂ ਲਹਿਰ ਤੇ ਵੀ ਹਿੱਸਾ ਪਾਇਆ, ਜੁਝਾਰੂ ਲਹਿਰ ਤੇ ਵੀ ਕਾਫੀ ਉਹਦੇ ਤੇ ਇੰਪੈਕਟ ਕੀਤਾ, ਨੁਕਸਾਨ ਵੀ ਕੀਤਾ। ਇਹ ਸਾਡੇ ਤੇ ਨਾਲ ਰਿਹਾ। ਹੁਣ ਸਵਾਲ ਇੱਕ ਹੁੰਦਾ ਵੀ ਇੱਕ ਤਾਂ ਇਹ ਡੇਰੇਦਾਰੀਆਂ ਵਧੀਆਂ ਤੇ ਇੱਕ ਦੂਸਰੀ ਗੱਲ ਹੋਈ ਵੀ ਇਹਦੇ ਚੋਂ ਸਰਕਾਰ ਨੇ ਵੀ ਜਾਣ ਬੁੱਝ ਕੇ ਸਿੱਖੀ ਦੇ ਉੱਤੇ ਢਾਹ ਲਾਉਣੀ ਸ਼ੁਰੂ ਕੀਤੀ, ਜਿਹਦੇ ਵਿੱਚ ਨਿਰੰਕਾਰੀਆਂ ਨੂੰ ਬਹੁਤਾ ਉਕਸਾਉਣਾ, ਉਹਨਾਂ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਜਿਹੜੇ ਕਰਕੇ ਫਿਰ ਕਈ ਪੁਲਿਸ ਅਫਸਰ ਵੀ ਤੇ ਕਈ IAS ਵੀ, ਨਿਰੰਜਨ ਸਿੰਘ ਵਰਗੇ ਗੁਰਦਾਸਪੁਰ ਦਾ DC ਸੀ, ਉਹ ਵੀ ਸਾਰੇ ਨਿਰੰਕਾਰੀ ਬਣ ਗਏ। ਤੇ ਇਹਦੀ ਜਿਹੜੀ ਸਭ ਤੋਂ ਜ਼ਿਆਦਾ ਜਿਹੜਾ ਟ੍ਰੈਜਿਕ ਪੁਆਇੰਟ ਹੈ ਉਹ ਟ੍ਰੈਜਿਕ ਪੁਆਇੰਟ ਸਾਰਾ ਜਾ ਕੇ ਜਦੋਂ ਇਹਨਾਂ ਨੇ ਵਿਸਾਖੀ ਵਾਲੇ ਦਿਨ, ਵਿਸਾਖੀ 1978 ਨੂੰ ਜਾ ਕੇ ਸਮਾਗਮ ਦਿੱਲੀ ਦੇ ਵਿੱਚ ਅੰਮ੍ਰਿਤਸਰ ਵਿੱਚ ਕੀਤਾ, ਉਹਦਾ ਕਾਫੀ ਇਤਰਾਜ਼ ਹੋਇਆ। ਉਸ ਦੇ ਉੱਤੋਂ ਫਿਰ ਸਾਰੀ ਗੱਲ ਦਾ ਇੱਕ ਟਰਨਿੰਗ ਪੁਆਇੰਟ ਆਉਂਦਾ ਪੰਜਾਬ ਦੀ ਪੋਲਿਟਿਕਸ ਦਾ। ਹੈਲੋ ਜੀ ਸੁਣ ਰਿਹਾ ਮੈਂ। ਹਾਂਜੀ, ਇਹ ਜਿਹੜਾ ਟਰਨਿੰਗ ਪੁਆਇੰਟ ਆਇਆ ਇਹਦੇ ਵਿੱਚ ਫਿਰ ਉਹਨਾਂ ਨੇ ਸਿੱਖੀ ਨੂੰ ਢਾਹ ਲਾਉਣ ਲਈ ਨਿਰੰਕਾਰੀਆਂ ਨੂੰ ਅੱਗੇ ਲਿਆਂਦਾ ਰਿਹਾ। ਸਿੱਖੀ ਦੇ ਵਿੱਚ ਖੋਰਾ ਲਾਉਣ ਲਈ ਤਾਂ ਹਮੇਸ਼ਾ ਸਰਕਾਰਾਂ ਦੀ ਕੋਸ਼ਿਸ਼ ਮੁੱਢ ਤੋਂ ਰਹੀ ਹੈ। ਇਹਦੇ ਵਿੱਚ ਇਕੱਲੀ ਸਰਕਾਰਾਂ ਦੀ ਨਹੀਂ ਰਹੀ, ਜਿੰਨਾ ਵੀ ਆਰੀਆ ਸਮਾਜੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਤੇ ਹੋਰ ਹਿੰਦੂਵਾਦੀ ਸੰਸਥਾਵਾਂ ਦੀ ਲਗਾਤਾਰ ਕੋਸ਼ਿਸ਼ ਰਹੀ ਹੈ, ਜਿਹੜੀ ਅੱਜ ਵੀ ਹੈ। RSS ਦੀ ਕੋਸ਼ਿਸ਼, ਦੂਜਿਆਂ ਦੀ ਕੋਸ਼ਿਸ਼, ਚਲੋ ਇਹ ਕੋਸ਼ਿਸ਼ ਤਾਂ ਨਾ ਰਹਿੰਦੀ ਹੈ, ਮਿਨੋਰਿਟੀ ਉੱਤੇ ਹਮੇਸ਼ਾ ਹੀ ਸਾਰਾ ਹੁੰਦਾ ਹੈ। ਇੱਕ ਸਾਡੀ ਕਾਫੀ ਜ਼ਿਆਦਾ ਹਿੰਦੂ ਸਮਾਜ ਨਾਲੋਂ ਸਾਡੀ ਲੈਣ ਪੂਰੇ ਤਰੀਕੇ ਨਾਲ ਖਿੱਚੀ ਨਹੀਂ ਗਈ ਸੀ ਪਹਿਲਾਂ ਤੋਂ, ਇਸ ਕਰਕੇ ਸਾਡੇ ਤੇ ਜਾਤ ਪਾਤ ਵੀ ਆ ਕੇ ਐਂਟਰ ਕਰ ਗਈ ਤੇ ਅਸੀਂ ਸਾਡੇ ਤੇ ਜ਼ਿਆਦਾ ਅਸਰ ਕੀਤਾ ਸਾਰਾ। ਬਾਕੀ ਇਹ ਸਾਰੇ ਗੱਲ ਦੇ ਵਿੱਚੋਂ ਜਿਹੜਾ 78 ਵਾਲਾ ਵਾਕਿਆ ਉਸ ਤੋਂ ਸੰਤ ਭਿੰਡਰਾਂ ਵਾਲੇ, ਜਰਨੈਲ ਸਿੰਘ ਭਿੰਡਰਾਂ ਵਾਲੇ ਸੀਨ ਤੇ ਆਉਂਦੇ ਆ, ਪੋਲੀਟੀਕਲ ਸੀਨ ਤੇ ਆਉਂਦੇ ਆ ਤੇ ਉਸ ਵੇਲੇ ਸਰਕਾਰ ਇਹ ਕਹਿਣਾ ਸ਼ੁਰੂ ਕਰ ਦਿੰਦੇ, ਕਈ ਲੋਕ ਹਜੇ ਤੱਕ ਇਹ ਇਨਫੋਰਮੇਸ਼ਨ ਦਿੰਦੇ ਆ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਲੈ ਕੇ ਆਏ ਸੀਗੇ, ਕਾਂਗਰਸੀ ਲੈ ਕੇ ਆਏ ਸੀ। ਪਰ ਮੈਂ ਜਿੱਥੋਂ ਤੱਕ ਸਮਝਦਾ ਉਹ ਇਸੇ ਚੋਂ ਵਿਸਾਖੀ 1978 ਦੇ ਗੁੱਸੇ ਚੋਂ, ਉਸੇ ਲਹਿਰ ਚੋਂ ਉਹ ਸਿੱਖਾਂ ਦੇ ਵਿੱਚ ਹੋਏ ਸਿੱਖਾਂ ਮਾਰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਮਰਜ ਹੋਇਆ। ਸਿੱਧੂ ਸਾਹਿਬ ਤੁਹਾਡੀ ਆਵਾਜ਼ ਘੱਟ ਗਈ ਜੀ, ਪਹਿਲਾਂ ਜਿੱਥੇ ਬੈਠੇ ਸੀ ਉੱਥੇ ਬਹੁਤ ਕਲੀਅਰ ਸੀ, ਥੋੜੀ ਜਿਹੀ ਆਵਾਜ਼ ਤੁਹਾਡੀ ਘੱਟ ਗਈ ਜੀ। ਥੋੜਾ ਜਿਹਾ ਉਸੇ ਏਰੀਏ 'ਚ ਜਾਇਓ ਜਿੱਥੇ ਤੁਸੀਂ ਪਹਿਲਾਂ ਸੀ। ਅੱਛਾ, ਇਹਦੇ ਨਾਲ ਮੈਂ ਇੱਕ ਐਡ ਕਰਨੀ ਚਾਹੁੰਦਾ, ਨਿਰੰਕਾਰੀ ਕਾਂਡ ਹੋ ਜਾਂਦਾ ਹੈ ਤੇ ਨਿਰੰਕਾਰੀ ਕਾਂਡ ਦੇ ਨਾਲ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਰਹੀ ਹੈ ਕਪੂਰੀ ਤੋਂ, ਅਕਾਲੀਆਂ ਦੀ। ਤੇ ਅਮਰੀਕ ਸਿੰਘ, ਠਾਰਾ ਸਿੰਘ ਹੋਣੀ ਜਿਹੜੇ ਨੇ ਉਹ ਗ੍ਰਿਫਤਾਰ ਹੁੰਦੇ ਨੇ, ਉਹਨਾਂ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਦੇ ਨੇ। ਮੈਂ ਇੱਕ ਗੱਲ ਤੇ ਇਹਦੇ ਤੇ ਆਉਣਾ ਚਾਹੁੰਦਾ ਕਿ ਅਸੀਂ ਇੱਕ ਪੰਜਾਬ 'ਚ ਵਸਦੇ, ਜੇ ਅਸੀਂ ਕਿਉਂਕਿ ਜਿਹੜੇ ਰਾਜ ਕਰਦੇ ਨੇ ਉਹ ਤਾਂ ਸਵਰਨ ਜਾਤੀ ਉੱਪਰ ਅਲੀਟ ਵਰਗ ਹੈ ਹਿੰਦੂ ਕੌਮ ਦਾ, ਬਾਕੀ ਅਸੀਂ ਪਿੰਡਾਂ 'ਚ, ਸ਼ਹਿਰਾਂ 'ਚ ਬਿਲਕੁਲ ਇੱਕ ਭਾਈ ਵੰਦ ਦੇ ਤੌਰ ਤੇ, ਇੱਕ ਬਹੁਤ ਟਾਈਟ ਨਿਟਡ ਕਮਿਊਨਿਟੀ ਦੇ ਤੌਰ ਤੇ ਅਸੀਂ ਵਸਦੇ ਜਿਹੜੇ ਰਹੇ ਆ ਤੇ ਹੁਣ ਵੀ ਰਹਿੰਦੇ ਆ। ਆਮ ਲੋਕ, ਆਮ ਇੱਕ ਜਨ ਸਧਾਰਨ ਹਿੰਦੂ ਤੇ ਜਨ ਸਧਾਰਨ ਜਿਹੜਾ ਸਿੱਖ ਹੈ ਉਹਦੇ ਵਿੱਚ ਕੋਈ ਆਪਸ ਵਿੱਚ ਫਰਕ ਨਹੀਂ, ਹਲੇ ਵੀ ਕਿਤੇ ਫੀਲਿੰਗ ਅੰਦਰ ਹੋਵੇ ਉਹ ਪ੍ਰਗਟ ਨਹੀਂ ਹੁੰਦੀ, ਪਰ ਕਿਤੇ ਨਾ ਕਿਤੇ ਆਪਸ ਵਿੱਚ ਪੀੜ੍ਹੀਆਂ ਦੀ ਸਾਂਝ ਅੱਗੇ ਆਉਂਦੀ ਹੈ। ਅੱਛਾ, ਇਹ ਦੱਸਿਓ ਮੈਨੂੰ, ਇਹ ਗੱਲ ਕਿਵੇਂ ਲੱਗਣ ਲੱਗੀ ਵੀ ਇੱਕ ਗੱਡੀ ਦਾ ਨਾਂ ਰੱਖਣ ਤੇ 100 ਮੀਟਰ ਦਾ ਏਰੀਆ ਪਵਿੱਤਰ ਦਰਜਾ ਕਰਾਰ ਦੇਣ ਤੇ ਸ਼ਹਿਰ, ਜਾਂ ਇੱਕ ਟਰਾਂਸਮੀਟਰ ਲਾਉਣ ਤੇ ਵੱਧ ਪਾਣੀਆਂ ਦੀ, ਵੱਧ ਬਿਜਲੀ ਦੇ ਜਿਹੜੇ ਪਾਣੀਆਂ ਦਾ ਹੱਕ ਦੀ ਗੱਲ ਲੈਫਟੀਨੈਂਟ ਜਨਰਲ ਸਿਨਹਾ ਕਹਿ ਰਿਹਾ ਵੀ 1981 'ਚ ਜੈਲ ਸਿੰਘ ਮੈਨੂੰ ਕਹਿ ਰਿਹਾ ਸੰਤ ਭਿੰਡਰਾਂ ਵਾਲੇ ਫੜਨੇ ਨੇ ਮੈਨੂੰ ਟੈਂਕ ਦੇ। ਇੱਕ ਬਿਹਾਰ ਦਾ ਬਰੌਟ ਅਪ ਹੋਇਆ ਬੰਦਾ ਇਹ ਕਹਿ ਰਿਹਾ ਵੀ ਗੱਲ ਕਿਹੜੀ ਸੀ ਉਹ, ਇੱਕ ਗੱਡੀ ਦਾ ਨਾਂ, ਇੱਕ ਟਰਾਂਸਮੀਟਰ ਲਾਉਣਾ, 100-200 ਮੀਟਰ ਏਰੀਆ ਦਰਬਾਰ ਸਾਹਿਬ ਦੇ ਆਲੇ ਦੁਆਲੇ ਪਵਿੱਤਰ ਦਰਜਾ ਕਰਾਰ ਦੇਣਾ, ਉਹ ਤਾਂ ਕੁਛ ਵੀ ਨਹੀਂ ਸੀ। ਇਹ ਗੱਲ ਜਿਹੜੀ ਇਸ ਤਰ੍ਹਾਂ ਆ ਕੇ ਦਿਖਾਤੀ ਵੀ ਇਹ ਤਾਂ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ,
ਇਹ ਕਿਵੇਂ ਲੋਕਾਂ ਦੇ ਵਿੱਚ ਪੈਨੀਟ੍ਰੇਟ ਕਿਵੇਂ ਕੀਤੀ ਜੀ? ਕੀ ਦਿਖਾਇਆ ਤੁਸੀਂ? ਪੱਤਰਕਾਰ ਦੇ ਨੇੜੇ ਰਹੇ ਹੋ, ਪੱਤਰਕਾਰੀ ਕਰਦੇ ਰਹੇ ਉਸ ਸਮੇਂ। ਕਿਹੜੀ ਮਸ਼ੀਨਰੀ ਹੈ ਜਿਹੜੀ ਸਰਕਾਰ ਨੇ ਵਰਤੀ ਜਿਹਦੇ ਚ ਆਮ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਸਿੱਖ ਤਾਂ ਦੇਸ਼ ਦੀ ਅਖੰਡਤਾ ਲਈ ਖਤਰਾ? ਦੇਖੋ, ਇਹ ਸਾਰਾ ਅਸੀਂ ਜੇ 78 ਵਾਲੀ ਗੱਲ ਕਰੀਏ, 78 ਵਾਲਾ ਨਿਰੰਕਾਰੀ ਕਾਂਡ ਨੂੰ ਵੀ ਅਸੀਂ ਇਹਨਾਂ ਸ਼ਬਦਾਂ 'ਚ ਕਹਿ ਸਕਦੇ ਹਾਂ ਵੀ ਉਹਨਾਂ ਦਿਨਾਂ ਦੇ ਵਿੱਚ ਇਹ ਆਪਣੀ ਕਲਚਰਲ ਹਿੰਦੂ ਕਲਚਰਲ ਜਿਹੜੀ ਹਿੰਦੂ ਸੱਭਿਆਚਾਰ ਜਿਹੜੀ ਪਹੁੰਚ ਉਹ ਸਿੱਖਾਂ ਉੱਤੇ ਜਮ੍ਹਾਂ ਜਿਹਨੂੰ ਅਸੀਂ ਅੰਗਰੇਜ਼ੀ 'ਚ ਹੈਜਮਨੀ ਕਹਿੰਦੇ ਹਾਂ, ਕਲਚਰਲ ਹੈਜਮਨੀ, ਰਿਲੀਜੀਅਸ ਕਲਚਰਲ ਹੈਜਮਨੀ, ਇਹ ਖੜੀ ਕਰਨਾ ਚਾਹੁੰਦੇ ਸੀਗੇ। ਇਸੇ ਦੇ ਵਿੱਚ ਫਿਰ ਉਹ ਨਿਰੰਕਾਰੀ ਜਿਹੜੇ ਹੈ ਬੇਸਿਕਲੀ ਉਹ ਇਸ ਕਾਸਟ ਸਿਸਟਮ ਇਹ ਸਾਰੇ ਦੇ ਇਸ ਕਿਸਮ ਦਾ ਜਿਹੜਾ ਸਪਿਰਿਚੁਅਲਿਜ਼ਮ ਹੈ ਹਿੰਦੂਤਵ ਵਾਲਾ ਉਹ ਲੈ ਕੇ ਆਏ ਸੀਗੇ। ਤੇ ਉਹਨਾਂ ਨੇ ਬਕਾਇਦਾ ਸਿੱਖਾਂ ਦਾ ਵਿਰੋਧ ਵੀ ਕਈ ਗੱਲਾਂ ਤੋਂ ਕੀਤਾ, ਜਿਵੇਂ ਸਿੱਖਾਂ ਦੇ ਬਰਾਬਰ ਅਵਤਾਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖੀ, ਸਾਰਾ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਹੋਰ ਗੱਲਾਂ ਵੀ ਸਾਰੀਆਂ ਵਰਤ ਕੇ ਉਹਦੇ ਵਿਰੁੱਧ ਵੀ ਬੋਲਣਾ ਸੀ ਸਾਰਾ। ਇਹ ਸਾਰਾ ਕੁਝ ਸ਼ੁਰੂ ਕੀਤਾ। ਇਹ ਉੱਥੋਂ ਹੀ ਸਾਡੇ ਇਹ ਖਾਸ ਕਿਸਮ ਦਾ ਵਿਰੋਧ ਸ਼ੁਰੂ ਹੋ ਗਿਆ ਸੀ, ਜੋ ਕਿ ਜਿਵੇਂ ਲਾਲਾ ਜਗਤ ਰਾਏ ਉੱਥੇ ਖੁਦ ਸ਼ਾਮਲ ਸੀ, ਹੋਰ ਕਈ ਕਾਂਗਰਸੀ ਲੀਡਰ ਸ਼ਾਮਲ ਸਨ ਜਿਹਦੇ 77 ਦੇ ਵਿਸਾਖੀ ਵਾਲੇ ਸਮਾਗਮ ਦੇ ਵਿੱਚ ਨਿਰੰਕਾਰੀਆਂ ਦੇ। ਤੇ ਇਹ ਸਾਰਾ ਜਿਹੜਾ ਇਸ ਕਿਸਮ ਦਾ ਨਿਰੰਕਾਰੀ ਸਮਾਗਮ ਨੂੰ ਵਿਸਾਖੀ ਦੇ ਦਿਨ, ਖਾਲਸਾ ਸਾਜਣ ਵਾਲੇ ਦਿਨ ਅੰਮ੍ਰਿਤਸਰ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਤੇ ਉਹਦੇ ਪਿੱਛੇ ਇੱਕ ਖਾਸ ਪੋਲੀਟੀਕਲ ਮੀਨਿੰਗ ਸੀ ਜਿਹਦੇ ਕਰਕੇ ਕੀਤਾ ਗਿਆ। ਤੇ ਇਹ ਬਾਕੀ ਇਸੇ ਤੇ ਜ਼ਿਆਦਾ ਵਿਰੋਧ ਹੋਇਆ, ਇਹ ਲਗਾਤਾਰ ਹੁੰਦਾ ਰਿਹਾ। ਇਹਦਾ ਜਿਹੜਾ ਇੱਕ ਕਾਰਨ ਅਸੀਂ ਹੋਰ ਵੀ ਪਿੱਛੇ ਤੱਕ ਜਾਂਦੇ ਹਾਂ ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ 75 ਦੇ ਵਿੱਚ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ, ਉਹੀ ਦਰਬਾਰ ਸਾਹਿਬ ਦੇ ਵਿੱਚੋਂ ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ 21 ਮਹੀਨੇ ਮੋਰਚਾ ਸ਼ੁਰੂ ਕੀ ਰੱਖਿਆ, ਲਗਾਤਾਰ ਮੋਰਚਾ ਲਾਈ ਰੱਖਿਆ। 45,000 ਸਿੱਖਾਂ ਨੇ ਜਾਂ ਅਕਾਲੀ ਵਰਕਰਾਂ ਨੇ ਉਦੋਂ ਗ੍ਰਿਫਤਾਰੀਆਂ ਦਿੱਤੀਆਂ। ਇਹੀ ਅਡਵਾਨੀ, ਵਾਜਪਾਈ ਵਰਗੇ ਤੇ ਚਰਨ ਸਿੰਘ ਵਰਗੇ ਜਿਹੜੇ ਆਪੋਜੀਸ਼ਨ ਦੇ ਲੀਡਰ ਸੀਗੇ, ਉਹਨਾਂ ਦਿਨਾਂ ਦੇ ਵਿੱਚ ਇੱਥੇ ਦਰਬਾਰ ਸਾਹਿਬ ਆਉਂਦੇ ਰਹੇ ਆ। ਸਾਰਿਆਂ ਨੇ ਕਿਹਾ ਵੀ ਇੱਥੇ ਦਰਬਾਰ ਸਾਹਿਬ ਵਿੱਚੋਂ ਮੋਰਚਾ ਲੱਗਣਾ ਕੋਈ ਗਲਤ ਗੱਲ ਨਹੀਂ ਹੈ, ਆਪ ਇੱਥੇ ਸ਼ਾਮਲ ਹੁੰਦੇ ਰਹੇ। ਤੇ ਸਾਰੇ ਪੰਜਾਬ ਦੇ, ਸਾਰੇ ਇੰਡੀਆ ਦੇ ਵਿੱਚ ਇਹ ਗੱਲ ਤੇ ਬੜੀ ਪ੍ਰਸ਼ੰਸਾ ਹੋਈ ਵੀ ਅਕਾਲੀ ਸੀ ਜਿਹੜੇ ਜਿਨ੍ਹਾਂ ਨੇ ਐਮਰਜੈਂਸੀ ਦਾ ਲਗਾਤਾਰ ਵਿਰੋਧ ਕੀਤਾ 21 ਮਹੀਨੇ। ਤੇ ਇਹ 77 ਦੇ ਵਿੱਚ ਫਿਰ ਸਰਕਾਰ ਅਕਾਲੀਆਂ ਦੀ ਵੀ ਆਈ ਤੇ ਫਿਰ ਦੇਸ਼ ਵਿੱਚ ਵੀ ਜਨਤਾ ਸਰਕਾਰ ਆਈ ਜਿਹਦੇ ਵਿੱਚ ਅਕਾਲੀ ਭਾਈਵਾਲ ਸੀ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੁਰੰਤ ਹੀ ਥੋੜੇ ਦੇਰ ਬਾਅਦ ਤਰ੍ਹਾਂ ਸਾਰਾ ਗੱਲ ਸ਼ੁਰੂ ਹੋ ਜਾਣੀ। ਤਾਂ ਇਹਦਾ ਮਤਲਬ ਇੰਡੀਅਨ ਸਟੇਟ ਦਾ ਜਿਹੜਾ ਇੱਕ ਕਿਸਮ ਦਾ ਕਲਚਰਲ ਲੈਵਲ ਦਾ ਜਿਹੜਾ ਕਲਚਰ ਲੈਵਲ ਤੇ ਛੋਟੀਆਂ ਮਾਈਨੋਰਿਟੀਆਂ ਨੂੰ, ਦੂਜੇ ਧਰਮ ਅਕੀਦਿਆਂ ਨੂੰ ਖਤਮ ਕਰਨਾ ਜਾਂ ਉਹਨਾਂ ਨੂੰ ਜਜ਼ਬ ਕਰ ਲੈਣਾ, ਇਹ ਪਾਲਿਸੀ ਜਿਹੜੀ ਡੀਪ ਇੰਡੀਅਨ ਸਟੇਟ ਦੀ ਪਾਲਿਸੀ ਸੀ ਉਹ ਲਗਾਤਾਰ ਚਾਲੂ ਰਹੀ। ਬੇਸ਼ੱਕ ਉੱਤੋਂ ਸਰਕਾਰਾਂ ਬਦਲਦੀਆਂ ਰਹੀਆਂ ਤੇ ਫਿਰ 80 ਤੋਂ ਬਾਅਦ ਜਾ ਕੇ ਤਾਂ 81 ਦੇ ਆ ਕੇ ਤਾਂ ਇੰਦਰਾ ਗਾਂਧੀ ਵੇਲੇ ਸ਼ਰੇਆਮ ਬਦਲ ਗਿਆ। ਇੰਦਰਾ ਗਾਂਧੀ ਜਦੋਂ ਆਈ ਉਹਨੇ ਆਪਣੀ ਪਹਿਲੀ ਸਾਰੀ ਜਿਹੜੀ ਪਾਲਿਸੀ ਸੀ ਉਹ ਬਦਲ ਲਈ। ਪਹਿਲਾਂ ਕਾਂਗਰਸ ਦਾ ਬੇਸ ਹੁੰਦਾ ਸੀ, ਮਿਨੋਰਿਟੀਆਂ ਹੁੰਦੀਆਂ ਸੀ, ਕਾਂਗਰਸ ਦਾ ਬੇਸ ਦਲਿਤ ਹੁੰਦੇ ਸੀ ਤੇ ਪਛੜੀਆਂ ਜਾਤੀਆਂ ਤੇ ਹੋਰ ਸਾਰੇ ਮੁਸਲਮਾਨ ਉਹਨਾਂ ਦਾ ਬੇਸ ਹੁੰਦਾ ਸੀ। ਜਦੋਂ ਇਹ ਪਾਵਰ 'ਚ ਆ ਗਏ ਐਮਰਜੈਂਸੀ ਦੇ ਦਿਨਾਂ ਦੇ ਬਾਅਦ, ਜਦੋਂ ਇਹ ਹਾਰ ਕੇ ਦੁਬਾਰਾ ਪਾਵਰ 'ਚ 80 'ਚ ਆਈ ਤਾਂ ਫਿਰ ਇਸ ਨੂੰ ਇਹੀ ਸਲਾਹ ਦਿੱਤੀ ਜਾਂ ਇਹਨੇ ਆਪਣੀ ਪਾਲਿਸੀ ਬਦਲ ਲਈ। ਇਹਨੂੰ ਲੱਗਿਆ ਵੀ ਮੈਂ ਹੁਣ ਹਿੰਦੂ ਬਹੁਮਤ ਨਾਲ ਹੀ ਸਰਕਾਰ 'ਚ ਆ ਸਕਦੇ ਆ, ਫਿਰ ਇਹਨੇ ਹਿੰਦੂ ਬਹੁਮਤ ਵਾਲੀ ਪਾਲਿਸੀ ਸ਼ੁਰੂ ਕਰ ਲਈ। ਉਸ ਦਿਨਾਂ ਦੇ ਵਿੱਚ ਇਹ ਅੱਜ ਕੱਲ੍ਹ ਤਾਂ ਸਬੂਤ ਸਾਰੇ ਮਿਲ ਗਏ ਆ ਵੀ ਬਾਲਾ ਜੀ ਦੇਵਰਸ ਨਾਲ RSS ਦੇ ਮੁਖੀ ਨਾਲ ਸਮਝੌਤਾ ਹੋ ਗਿਆ ਇੰਦਰਾ ਗਾਂਧੀ ਦਾ, ਤੇ ਇੰਦਰਾ ਗਾਂਧੀ ਉਸ ਸਮਝੌਤੇ ਥੱਲੇ ਜੰਮੂ ਦੀਆਂ ਚੋਣਾਂ ਨੂੰ ਬੜੇ ਵੱਡੇ ਜ਼ੋਰ ਸ਼ੋਰ ਨਾਲ ਜਿੱਤਿਆ ਤੇ ਦਿੱਲੀ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਕਾਂਗਰਸ ਜਿੱਤ ਗਈ ਸੀ RSS ਦੀ ਮਦਦ ਨਾਲ। ਇਹ ਸਾਰਾ ਪ੍ਰੋਸੈਸ ਉਹਦੇ ਪਿੱਛੋਂ ਸ਼ੁਰੂ ਹੋ ਗਿਆ ਸੀ। ਇਹ ਹਿੰਦੂਤਵ ਦੀ ਲੜਾਈ ਸੀ। ਜਿਹੜੇ ਲੋਕ ਹਜੇ ਤੱਕ ਕਹੀ ਜਾਂਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਇਹ ਲੈ ਕੇ ਆਈ ਹੈ ਕਾਂਗਰਸ, ਜਾਂ ਕਾਂਗਰਸ ਦੇ ਹੀ ਇਹ ਪ੍ਰੋਜੈਕਟ ਕੀਤੇ ਹੋਏ ਸੀ ਅਕਾਲੀਆਂ ਨੂੰ ਸਿਆਸੀ ਲੈਵਲ ਤੇ ਸੱਟ ਮਾਰਨ ਲਈ, ਉਹ ਗਲਤ ਗੱਲ ਹੈ। ਇਹ ਇਹਨਾਂ ਦੀ ਵੱਡੀ ਪਾਲਿਸੀ ਸੀ। ਸਾਰਾ ਇਹਨਾਂ ਨੇ ਕਾਂਗਰਸ ਨੇ ਆਪਣੀ ਇੰਦਰਾ ਗਾਂਧੀ ਨੇ 80 ਤੋਂ ਬਾਅਦ ਆ ਕੇ ਆਪਣਾ ਸਾਰੀ ਪਾਲਿਸੀ ਤੇ ਪ੍ਰੋਗਰਾਮ ਚੇਂਜ ਕਰ ਲਿਆ ਸੀ। ਹਾਂਜੀ। ਅੱਛਾ ਜੀ,
ਇੱਕ ਹੋਰ ਇਹਦੇ ਵਿੱਚ ਮੈਂ ਗੱਲ ਜਿਹੜੀ ਇਹ ਐਡ ਕਰਨੀ ਚਾਹੁੰਦਾ ਵੀ ਕੁਝ ਕੁ ਗੱਲਾਂ ਇੰਦਰਾ ਗਾਂਧੀ ਨੂੰ ਚਲਾਉਣ ਦੇ ਲਈ ਵਰਤਣ ਲਈ, ਕਿਉਂਕਿ ਹੁਣ ਜਦ ਇਸ ਵੈਸਟਰਨਾਈਜ਼ਡ ਵਰਲਡ ਦੇ ਵਿੱਚ ਅਸੀਂ ਵੇਖਦੇ ਹਾਂ ਅਮਰੀਕਾ ਕਿੰਨੇ ਦੇਸ਼ਾਂ ਦੇ ਵਿੱਚ ਆਪਣੀ ਪਪਟ ਗਵਰਨਮੈਂਟ ਚਲਾ ਰਿਹਾ। ਜਿਹੜਾ ਸੋਵੀਅਤ ਯੂਨੀਅਨ ਦੀ KGB ਦਾ ਦਸਤਾਵੇਜ਼ ਇਕੱਠੇ ਕਰਨ ਵਾਲਾ ਵੈਸਲੀ ਮਾਈਟਰੋਕਿਨ ਸੀ, ਉਹਨੇ ਜਾ ਕੇ ਇੰਗਲੈਂਡ ਜਦ ਭੱਜ ਗਿਆ ਉਹਨੇ ਇਹ ਵੀ ਦੱਸਿਆ ਕਿ KGB ਇੰਦਰਾ ਗਾਂਧੀ ਨੂੰ ਵਰਤਦੀ ਰਹੀ, ਤੇ ਇਹ ਕਿੰਨੀ ਕੁ ਗੱਲ ਸੱਚ ਹੈ? ਦੇਖੋ ਇੱਕ ਇਹ ਵਰਤਣਾ ਜਿਹੜੀ ਇਹ ਆਪਸ ਵਿੱਚ ਮੁਲਕਾਂ ਦੀ ਸਾਂਝ ਚੱਲਦੀ ਰਹਿੰਦੀ ਆ, ਉਦੋਂ ਜਿਹੜੀ ਵੱਡੀ ਪਾਵਰ ਸੀ ਇੰਦਰਾ ਗਾਂਧੀ ਦਾ ਜਿਹੜਾ ਇਸ ਕਿਸਮ ਦਾ ਗਰੀਬੀ ਹਟਾਓ ਪ੍ਰੋਗਰਾਮ ਸੀ, ਉਹ ਵੀ ਸਾਰਾ ਕਮਿਊਨਿਸਟ ਪ੍ਰਭਾਵ ਥੱਲੇ ਸੀ ਜਾਂ ਰਸ਼ੀਆ ਕਰਕੇ ਸੀ। ਰਸ਼ੀਆ ਨਾਲ ਆਰਮਾਮੈਂਟ ਦੇ ਵੈਪਨਰੀ ਦੇ ਉਹਨਾਂ ਤੋਂ ਸਾਰੇ ਇੰਪੋਰਟ ਕਰਦੇ, ਟੈਂਕ ਵਗੈਰਾ ਇੰਪੋਰਟ ਕਰਦੇ, ਜਹਾਜ਼ ਇੰਪੋਰਟ ਕਰਦੇ, ਪੁਰਾਣੇ ਉਹਨਾਂ ਨਾਲ ਕਾਫੀ ਲੰਮੇ ਮੁਆਹਦੇ ਰਹੇ ਸੀ। ਪਰ ਅਮਰੀਕਾ ਪਿੱਛੇ ਸੀ ਤੇ ਇੰਡੀਆ ਜ਼ਿਆਦਾ ਨੇੜੇ, ਇਹਦੇ ਸੋਵੀਅਤ ਯੂਨੀਅਨ ਦੇ ਨੇੜੇ ਸੀ। ਇਸੇ ਕਰਕੇ KGB ਦਾ ਦਖਲਅੰਦਾਜ਼ੀ ਜਾਂ ਉਹਨਾਂ ਦੀ ਸਾਰੀ ਰਸ਼ੀਆ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਸੀ। ਇਹਦੇ ਵਿੱਚ ਕਿਹਾ ਵੀ ਜਾਂਦਾ ਵੀ ਉਹਦੇ ਜਵਾਹਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਦੇ ਵਿੱਚ ਵੀ ਰਸ਼ੀਆ ਦੀ ਸਪੋਰਟ ਸੀ। ਤੇ ਇਹ ਸਾਰਾ ਕੁਛ ਹੈ। ਇਹ ਨਹੀਂ ਹੈ ਵੀ ਉਹਨਾਂ ਦਿਨਾਂ ਵਿੱਚ ਇਹਨਾਂ ਦੇ USA ਨਾਲ ਜਾਂ ਅਮਰੀਕਾ ਨਾਲ ਰਿਲੇਸ਼ਨ ਨਹੀਂ ਸੀ, ਉਹ ਚੱਲਦੇ ਰਹਿੰਦੇ, ਪਰ ਰਿਲੇਸ਼ਨ ਕਿਹਦੇ ਨਾਲ ਜ਼ਿਆਦਾ ਸੀ? ਇਸ ਕਰਕੇ ਉਹਨਾਂ ਦਿਨਾਂ 'ਚ ਸੋਵੀਅਤ ਯੂਨੀਅਨ ਨਾਲ ਜ਼ਿਆਦਾ ਰਿਲੇਸ਼ਨ ਸੀ। ਹਾਂਜੀ ਜੀ, ਬਿਲਕੁਲ ਜੀ। ਇੱਕ ਬ੍ਰੇਕ ਲਈਏ ਜੀ, ਉਸ ਤੋਂ ਬਾਅਦ ਤੁਹਾਡਾ ਆਪਾਂ ਜਿਹੜਾ ਸੰਤ ਪਿੰਡਰਾਂ ਵਾਲਿਆਂ ਦਾ ਜਦ ਪੋਲੀਟੀਕਲ ਸੀਨ ਤੇ 78 'ਚ ਆਉਣਾ, ਤੇ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਤੁਹਾਡੀ ਰਿਪੋਰਟਿੰਗ ਆ ਉਹ ਤੁਹਾਡੇ ਨਿੱਜੀ ਤਜਰਬੇ, ਤੁਸੀਂ ਹੋ ਗਏ ਜਾਂ ਦਲਵੀਰ ਸਿੰਘ ਹੋ ਗਏ, ਮਹਿੰਦਰ ਸਿੰਘ ਪੱਤਰਕਾਰ ਹੋ ਗਏ, ਤੇ ਬ੍ਰਹਮ ਚਲਾਨੀ। ਮੈਂ ਉਸ ਪਾਸੇ ਨੂੰ ਇਹ ਨਹੀਂ ਕਿ ਜਿਵੇਂ ਤੁਹਾਡੀ, ਕਿਉਂਕਿ ਕਿਤਾਬ ਅਸੀਂ ਸਾਰੀ ਪੜ੍ਹ ਲਈ ਹੈ, ਮੈਂ ਇਹਦੇ ਗਰਭ ਦੇ ਵਿੱਚ ਜਾਣਾ ਚਾਹੁੰਦਾ ਵੀ ਪੱਤਰਕਾਰੀ ਕੀ ਕਰਦੇ ਸੀ। ਹੋਰ ਤਾਂ ਕੁਛ ਹੈ ਨਹੀਂ ਸੀ। ਆਕਾਸ਼ਬਾਣੀ ਨੇ ਜਿਹੜਾ ਕੁਛ ਕਹਿਤਾ ਜਾਂ ਜਲੰਧਰ ਵਾਲੇ ਅਖਬਾਰਾਂ ਨੇ ਜਿਹੜਾ ਕੁਛ ਕਹਿਤਾ, ਉਹ ਫਾਈਨਲ ਸੇ ਹੁੰਦੀ ਪਿੰਡਾਂ 'ਚ। ਤੇ ਉਸਦੇ ਵੱਲ ਨੂੰ ਮੈਂ ਜਾਣਨਾ ਚਾਹੁੰਦਾ ਵੀ ਤੁਸੀਂ ਫਿਰ ਨਿੱਜੀ ਤੌਰ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਵੇਖੀਆਂ, ਜਿਹੜੀਆਂ ਤੁਹਾਨੂੰ ਲੱਗੀਆਂ ਵੀ ਇਹ ਗੱਲ ਹੁਣ ਕਿਸੇ ਪਾਸੇ ਨੂੰ ਹੋਰ ਜਾ ਰਹੀ ਹੈ। ਹੁਣੇ ਮੁੜ ਕੇ ਆ ਕੇ ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ ਅੜੀਕਿਓ। ਸਰ ਸਿੱਧੂ ਮੇਰੇ ਨਾਲ ਗੱਲਬਾਤ ਕਰ ਰਹੇ ਨੇ, ਜਿਨ੍ਹਾਂ ਨੇ ਇਸ ਤੀਸਰੇ ਘੱਲੂਘਾਰੇ ਨੂੰ ਨੇੜਿਓਂ ਵੇਖਿਆ ਅੰਮ੍ਰਿਤਸਰ ਪੱਤਰਕਾਰ ਦੇ ਤੌਰ ਤੇ। ਉਹਨਾਂ ਦੀ ਇੱਕ ਕਿਤਾਬ ਹੈ ਜਿਹੜੀ ਤੁਹਾਡੀ ਲਾਇਬ੍ਰੇਰੀ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਅਲੱਗ ਵਰਸ਼ਨ ਤੋਂ ਉਹਨਾਂ ਨੇ ਲਿਖੀ ਹੈ 1984 ਦੀ ਪੱਤਰਕਾਰੀ ਸੰਤ ਪਿੰਡਰਾਂ ਵਾਲਿਆਂ ਦੇ ਰੂਬਰੂ। ਸਿੱਧੂ ਸਾਹਿਬ, ਜਦ ਜਿਹੜਾ ਸਾਕਾ ਨਿਰੰਕਾਰੀ ਕਾਂਡ ਹੋ ਜਾਂਦਾ ਹੈ ਤੇ ਬਹੁਤ ਜਿਹੜੀ ਹੈ ਗਰਮੈਸ਼ ਵੱਧ ਜਾਂਦੀ ਹੈ। ਸੰਤ ਪਿੰਡਰਾਂ ਵਾਲਿਆਂ ਨੇ ਮੋਰਚਿਆਂ ਤੋਂ ਪਰਾਂ ਹਟ ਕੇ ਕੰਤਰੀਬ ਦੇ ਵਿੱਚੋਂ ਸਿੱਖਾਂ ਦੇ ਗਲੋਂ ਗੁਲਾਮੀ ਲਾਉਣ ਦੀ ਗੱਲ ਫਾਈਨਲ ਕਰ ਦਿੱਤੀ। ਤੇ ਫਿਰ ਜਿਹੜੇ ਪੱਤਰਕਾਰੀ ਇੱਕ ਪੂਰਾ, ਕਿਉਂਕਿ ਇੱਕ ਤਾਂ ਦਿੱਲੀੋਂ ਜਿਹੜਾ ਕੁਛ ਪੈਟਰੀਅਟ ਜਾਂ ਬੁਲੇਟਿਨਸ ਜਾਂ ਫਿਰ ਜਿਹੜੇ ਗੁਪਤਾ ਤੇ ਗਿਰੀਲਾਲ ਜੈਨ ਤੇ ਉਹਨਾਂ ਦੀਆਂ ਤਾਂ ਲਿਖੀਆਂ ਹੋਈਆਂ ਸਾਡੇ ਕੋਲ ਆਪਾਂ ਨੂੰ ਦਿਖਦੀਆਂ ਨੇ, ਪਰ ਅੰਮ੍ਰਿਤਸਰ ਦੇ ਵਿੱਚ ਜਦ ਪੱਤਰਕਾਰਾਂ ਦੀ ਹਾਂਜੀ ਤੇ ਜਦ ਪੱਤਰਕਾਰਾਂ ਦੀ ਚੋਣ ਸਿੱਧੂ ਸਾਹਿਬ ਅੰਮ੍ਰਿਤਸਰ ਲਈ ਕਵਰ ਕਰਨ ਲਈ ਹੁੰਦੀ ਸੀ, ਜਦ ਤੁਸੀਂ ਉੱਥੇ ਪਹੁੰਚੇ ਤਾਂ ਹੋਰ ਕਿਹੜੇ ਪੱਤਰਕਾਰ ਪਹੁੰਚੇ ਤੇ ਉਹਨਾਂ ਦਾ ਕ੍ਰਾਈਟੇਰੀਆ ਕੀ ਰੱਖਿਆ ਜਾਂਦਾ ਸੀ ਵੀ ਕਿਹਨੂੰ ਭੇਜਣਾ ਉੱਥੇ? ਦੇਖੋ, ਮੈਂ ਬਾਕੀ ਸਭ ਦੇ ਕ੍ਰਾਈਟੇਰੀਆ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਪਰ ਜਿਹੜੇ ਐਕਸਪੀਰੀਅੰਸ ਮੇਰਾ ਪਰਸਨਲ ਹੈ ਉਹਦੇ ਵਿੱਚ ਇਹ ਕੋਸ਼ਿਸ਼ ਉਹਨਾਂ ਦੀ ਹੁੰਦੀ ਸੀ ਵੀ ਇਹ ਪ੍ਰੋ ਸਿੱਖ ਨਾ ਹੋਵੇ। ਤੇ ਉਹ ਇਹਦੇ ਵਿੱਚ ਉਹਨਾਂ ਦਿਨਾਂ 'ਚ ਇਹ ਕੋਸ਼ਿਸ਼ ਹੁੰਦੀ ਸੀ ਵੀ ਕੋਈ ਇਹਨਾਂ ਦੀ ਬੈਕਗਰਾਊਂਡ ਜੇ ਕਿਤੇ ਕਮਿਊਨਿਸਟਾਂ ਵਾਲੀ ਬੈਕਗਰਾਊਂਡ ਹੋਵੇ ਤਾਂ ਬਹੁਤ ਵਧੀਆ। ਫਿਰ ਇਹ ਕਿਉਂਕਿ ਕਮਿਊਨਿਸਟ ਉਦੋਂ ਸਿੱਖਾਂ ਦੇ ਵਿਰੋਧ 'ਚ ਖੜੇ ਸੀ ਸਾਰੇ, ਰਸ਼ੀਆ ਦਾ ਅਸਰ ਕਰ ਦਿਓ, CPM ਦੀ, ਹਰਕ੍ਰਿਸ਼ਨ ਸਰਜੀਤ ਦੀ ਪਾਰਟੀ ਦਾ ਇਹ ਅਸਰ ਕਰੋ, ਇਹ ਸਾਰੇ ਸੀਗੇ ਲੋਕਾਂ 'ਚ ਖੜੇ। ਤੇ ਨੈਕਸਲਾਈਟ ਦੇ ਗਰੁੱਪ ਵੀ ਸਾਰੇ ਅਜੇ ਸਿੱਖਾਂ ਦਾ ਵਿਰੋਧ ਕਰ ਰਹੇ ਸੀ, ਸੰਤ ਭਿੰਡਰਾਂ ਵਾਲਿਆਂ ਦਾ ਵਿਰੋਧ ਵੀ ਕਰ ਰਹੇ ਸੀਗੇ। ਤੇ ਲਗਾਤਾਰ ਇਹਦੇ ਨੈਕਸਲਾਈਟਾਂ ਦੇ ਵੀ ਕਈ ਗਰੁੱਪ ਬਣੇ ਹੋਏ ਸੀ, ਉਹ ਵੀ ਸਾਰੇ ਵਿਰੋਧ ਕਰਦੇ ਸੀ। ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀਗੀ ਵੀ ਉਹ ਬੰਦਾ ਇੱਥੇ ਲਿਆ ਕੇ ਭੇਜਿਆ ਜਾਵੇ ਰਿਪੋਰਟਿੰਗ ਲਈ ਜਿਹੜਾ ਜੇ ਸਿੱਖ ਹੋਵੇ ਤਾਂ ਸਿੱਖ ਦੇ ਨਾਲ ਕਮਿਊਨਿਸਟ ਵੀ ਹੋਵੇ ਕਿਤੇ ਬੈਕਗਰਾਊਂਡ, ਜਿਹੜਾ ਇਸ ਕਰਕੇ ਇਹਨਾਂ ਦੀ ਮਦਦ ਨਾ ਕਰੇ ਜਾਂ ਇਹਨਾਂ ਦੇ ਪ੍ਰੋ ਨਾ ਹੋ ਜੇ ਸਿੱਖਾਂ ਦੇ।
ਇਹ ਕੋਸ਼ਿਸ਼, ਇਹ ਮਾਪਦੰਡ ਲਾਇਆ ਜਾਂਦਾ ਸੀਗਾ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਮੇਰੇ ਤੇ ਮਾਪਦੰਡ ਲਾਉਣ ਦੀ ਵੀ। ਪਰ ਮੈਂ ਜਦੋਂ ਉੱਥੇ ਪਹੁੰਚਿਆ ਤੇ ਮੈਨੂੰ ਪਤਾ ਲੱਗ ਗਿਆ ਸਾਰਾ ਕੁਛ, ਸਾਰਾ ਦੇਖਣ ਤੋਂ ਕੁਛ ਦਿਨਾਂ ਬਾਅਦ ਵੀ ਅਸਲੀਅਤ ਅੰਦਰ ਦੀ ਕੀ ਹੈ। ਬਾਹਰ ਬੇਸ਼ੱਕ ਅਸੀਂ ਕੁਛ ਸੁਣਦੇ ਸੀਗੇ। 80 ਦੇ ਵਿੱਚ ਮੈਂ ਇੰਡੀਅਨ ਐਕਸਪ੍ਰੈਸ ਲਈ ਰਿਪੋਰਟਿੰਗ ਕਰਦਾ ਹੁੰਦਾ ਸੀ ਬਠਿੰਡੇ ਤੋਂ, ਤੇ ਉਦੋਂ ਸੰਤਾਂ ਦਾ ਜਿਹੜਾ ਵਿਊ ਸੀ, ਸੰਤਾਂ ਬਾਰੇ ਸਾਡੇ ਵਿਚਾਰ ਸੀ ਪ੍ਰੈਸ ਦੇ ਜਾਂ ਮੇਰੇ ਖੁਦ ਦੇ ਵਿਚਾਰ ਸੀ, ਉਹ ਬਹੁਤ ਉਹਨਾਂ ਦੇ ਹੱਕ 'ਚ ਨਹੀਂ ਸੀ, ਉਹਨਾਂ ਦੇ ਵਿਰੋਧ ਵਿੱਚ ਹੀ ਸੀ ਜਿਸ ਕਿਸਮ ਦੇ ਹੁੰਦੇ ਸੀ ਸਾਰੇ ਪੱਤਰਕਾਰਾਂ ਦੇ। ਤੇ ਪਰ ਮੈਂ ਜਦੋਂ ਮੈਂ ਉੱਥੇ ਆ ਕੇ ਅੰਦਰ ਆ ਕੇ ਸਾਰਾ ਕੁਝ ਦੇਖਿਆ, ਜਾਂ ਉਸ ਤੋਂ ਪਹਿਲਾਂ ਹੀ ਮੈਨੂੰ ਪਤਾ ਲੱਗ ਗਿਆ ਸੀ 80 82 ਜੀ ਸਾਰਾ ਆਉਣ ਤੋਂ ਪਹਿਲਾਂ ਕਾਫੀ ਵਿਚਾਰ ਬਦਲ ਗਏ ਸੀ, ਸਾਰੇ ਪੰਜਾਬ 'ਚ ਹੀ ਲੋਕਾਂ ਦੇ ਬਦਲ ਗਏ ਸੀਗੇ, ਪਰ ਇਸ ਕਰਕੇ ਮੇਰੇ ਵਿਚਾਰ ਵੀ ਬਦਲੇ ਹੋਏ ਸੀ। ਕ੍ਰਾਈਟੇਰੀਆ ਇਹੀ ਰੱਖਿਆ ਜਾਂਦਾ ਸੀ ਇਸੇ ਕਰਕੇ, ਕਿਉਂਕਿ ਉਹਨਾਂ ਨੇ ਰਿਪੋਰਟਿੰਗ ਇਹ ਕਰਾਉਣੀ ਹੁੰਦੀ ਸੀ ਵੀ ਇਹ ਸਾਰਾ ਸਿੱਖ ਹੈ ਜਿਹੜੇ ਉਹ ਦੇਸ਼ ਨੂੰ ਤੋੜ ਰਹੇ ਆ, ਇਹ ਐਂਟੀ ਨੈਸ਼ਨਲ ਐਕਟੀਵਿਟੀ ਕਰ ਰਹੇ ਆ, ਤੇ ਪਾਕਿਸਤਾਨ ਇਹਨਾਂ ਦੇ ਪਿੱਛੇ ਹੈ, ਪਾਕਿਸਤਾਨ ਤੋਂ ਸ਼ਹਿ ਮਿਲ ਰਹੀ ਹੈ, ਜਾਂ ਇਹ ਸੀ ਵੀ ਇਹ ਇੱਥੇ ਜਿਹੜਾ ਦਰਬਾਰ ਸਾਹਿਬ ਹੈ ਇਹ ਹਥਿਆਰਾਂ ਦਾ ਅੱਡਾ ਬਣਿਆ, ਇੱਥੋਂ ਲੋਕ ਬਾਹਰ ਮਾਰਨ ਨੂੰ ਜਾਂਦੇ ਆ, ਹਿੰਦੂਆਂ ਨੂੰ ਮਾਰਦੇ ਆ, ਇੱਥੋਂ ਡਿਸਪੈਚ ਕੀਤੇ ਜਾਂਦੇ ਆ ਬੰਦੇ ਬਾਹਰ ਮਾਰਨ ਲਈ, ਜਾਂ ਕਿਲਰ ਭੇਜੇ ਜਾਂਦੇ ਆ। ਇਸ ਕਿਸਮ ਦੀਆਂ ਫਜ਼ੂਲ ਕਿਸਮ ਦੀਆਂ ਇਨਡਾਇਰੈਕਟ ਲੈਵਲ ਤੇ, ਜੇ ਸਿੱਧੀ ਨਹੀਂ ਤਾਂ ਇਨਡਾਇਰੈਕਟ ਲੈਵਲ ਉੱਤੇ ਇਸ ਕਿਸਮ ਦਾ ਫੇਕ ਰਿਪੋਰਟਿੰਗ ਕੀਤੀ ਜਾਂਦੀ ਸੀ, ਜਾਂ ਉਹਦੇ 'ਚ ਅੰਸ਼ ਹੁੰਦਾ ਸੀਗਾ। ਤੇ ਇਹ ਅਲਟੀਮੇਟਲੀ ਸਾਰੇ ਦੇਸ਼ ਨੂੰ ਜੋ ਮੈਸੇਜ ਬਾਹਰ ਕਨਵੇ ਹੋਇਆ ਉਹ ਹੋਇਆ ਹੀ ਇਸੇ ਕਿਸਮ ਦਾ ਹੋਇਆ ਵੀ ਪੰਜਾਬ ਦੇ ਵਿੱਚ ਬਹੁਤ ਹਿੰਦੂ ਡਰਿਆ ਹੋਇਆ, ਹਿੰਦੂ ਤੇ ਬਹੁਤ ਧੱਕਾ ਹੋ ਰਿਹਾ। ਤੇ ਇਹ ਅੱਜ ਤੱਕ ਵੀ ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਜਿਹੜੇ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਦੁਖਾਨ ਤੇ ਲੰਬੇ ਦੁਖਾਨ ਤੱਕ 1996 ਤੱਕ 80 ਤੋਂ ਲੈ ਕੇ ਜੇ ਲੋਕ ਦੇਖੀਏ ਵੀ ਕੌਣ ਜ਼ਿਆਦਾ ਮਰਿਆ ਤਾਂ ਸਿੱਖ ਹੀ ਇੱਥੇ 90% ਮਰੇ ਆ। ਕਿਸੇ ਪਾਸਿਓਂ ਵੀ ਮਰੇ ਆ, ਬੇਸ਼ੱਕ ਪੁਲਿਸ ਵਾਲੇ ਪਾਸਿਓਂ ਜਾਂ ਹੋਰ ਪਾਸਿਓਂ ਜਾਂ ਇੱਧਰਲੇ ਪਾਸਿਓਂ ਜੀ। ਤੇ ਇਸ ਕਰਕੇ ਪੇਸ਼ ਇਸ ਕਰ ਕੀਤਾ ਜਿਵੇਂ ਹਿੰਦੂਆਂ ਦਾ ਇੱਥੇ ਸਾਰਾ ਕੁਛ ਹੈ ਔਰ ਪਾਕਿਸਤਾਨ ਤੋੜ ਰਿਹਾ। ਇਹ ਜਿਹੜੀ ਪਾਕਿਸਤਾਨ ਤੇ ਮੁਸਲਮਾਨਾਂ ਦੀ ਗੱਲ 47 ਤੋਂ ਸਾਡੇ ਅੰਦਰ ਚੱਲਦੀ ਆ ਰਹੀ ਹੈ, ਵੈਸੇ ਤਾਂ ਇਸ ਤੋਂ ਪਹਿਲਾਂ ਦੀ ਵੀ ਚੱਲਦੀ ਆ ਰਹੀ ਆ, ਉਹ ਬੜੀ ਛੇਤੀ ਹਿੰਦੂ ਮਨ ਨੂੰ ਇਹ ਪ੍ਰਭਾਵਿਤ ਕਰਦੀ ਹੈ ਤੇ ਉਹ ਇਸ ਗੱਲ ਉੱਤੇ ਉਹ ਛੇਤੀ ਕਾਇਲ ਹੋ ਜਾਂਦਾ ਤੇ ਬਿਲਕੁਲ ਇਸ ਕਿਸਮ ਦੇ ਉਹਦੇ ਮਾਨਸਿਕ ਲੈਵਲ ਕਈ ਜਨਰੇਸ਼ਨਾਂ ਤੋਂ। ਹਾਂਜੀ, ਅੱਛਾ ਸਿੱਧੂ ਸਾਹਿਬ, ਇੱਕ ਜਿਹੜੀ ਗੱਲ ਕਿਉਂਕਿ ਸੰਤਾਂ ਦਾ ਵਿਅਕਤੀਤਵ ਹੈ, ਜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਪੱਤਰਕਾਰ ਦਰਵੀਰ ਸਿੰਘ ਜਾਂ ਤੁਹਾਡਾ ਵੀ ਝੁਕਾਅ ਸੀ, ਜਦ ਉੱਧਰ ਗਏ ਤੇ ਸੰਤਾਂ ਦਾ ਸ਼ਖਸੀਅਤ ਉਹਨਾਂ ਨੂੰ ਕਾਇਲ ਕਰਦਾ। ਹੋਰ ਬਹੁਤ ਡਿਗਨਿਟਰੀਜ਼ ਆਈਆਂ ਨੇ ਤੇ ਸੰਤ ਆਪਣੀ ਕਸੈਟਸ ਦੇ ਵਿੱਚ ਵੀ ਕਹਿੰਦੇ ਨੇ, ਕੋਈ ਹਿੰਦੂ ਪਰਿਵਾਰ ਆਇਆ ਅੰਮ੍ਰਿਤਸਰ ਤੋਂ, ਉਹ ਕਹਿੰਦਾ ਜੀ ਸਾਡੀ ਪਰਚੀ ਕੱਢ ਦਿੱਤੀ। ਇਹ ਕਿਵੇਂ ਲੱਗਣ ਲਾ ਦਿੱਤਾ ਵੀ ਜੀ ਇੱਕ ਘੜਾ ਪਿਆ, ਘੜੇ ਚੋਂ ਪਰਚੀ ਨਿਕਲਦੀ ਆ, ਜਿਹੜੇ ਹਿੰਦੂ ਦੀ ਪਰਚੀ ਨਿਕਲਦੀ ਆ ਉਹਨੂੰ ਉਹ ਹਿੱਟ ਲਿਸਟ ਆ। ਇੱਕ ਤਾਂ ਇਹ ਕਿ ਹਿੰਦੂਆਂ ਦੇ ਵਿਰੁੱਧ ਸੰਤ ਕਿਵੇਂ ਦਿਖਣ ਲੱਗੇ ਕਿ ਉਹ ਹਿੰਦੂਆਂ ਦੇ ਵਿਰੁੱਧ ਨੇ, ਇੱਕ ਨੰਬਰ। ਦੂਜੀ ਨੰਬਰ ਜਿਹੜਾ ਇੱਕ ਗੱਲ ਇਹ ਚੱਲਦੀ ਆ ਵੀ ਉਹਨਾਂ ਨੇ ਇੱਕ ਕੈਸੇਟ ਦੇ ਵਿੱਚ ਇਹ ਕਹਿਤਾ ਵੀ ਇੱਕ ਸਿੱਖ ਦੇ ਬਦਲੇ 30 ਹਿੰਦੂ ਆਉਂਦੇ ਨੇ। ਉਹ ਖਬਰ ਕੀ ਸੀ ਜੀ ਐਗਜ਼ੈਕਟਲੀ, ਤੇ ਹਿੱਟ ਲਿਸਟ ਵਾਲੀ ਗੱਲ ਕੀ ਸੀ? ਤੁਸੀਂ ਨਿੱਜੀ ਤੌਰ ਤੇ ਇਹਦੇ ਬਾਰੇ ਕੀ ਜਾਣਦੇ? ਦੇਖੋ, ਜਿਹੜੀ ਹਿੱਟ ਲਿਸਟ ਹੈ ਕੋਈ ਇਸ ਕਿਸਮ ਦੀ ਹਿੱਟ ਲਿਸਟ ਨਹੀਂ ਤਿਆਰ ਹੋਈ, ਕੋਈ ਇਸ ਕਿਸਮ ਦਾ ਘੜਾ ਨਹੀਂ ਸੀ ਰੱਖਿਆ ਜਾਂਦਾ। ਇਹ ਖਾਸ ਕਿਸਮ ਤੇ ਜਿਹਨੂੰ ਅੱਜ ਦੇ ਯੁੱਗ ਦੇ ਵਿੱਚ ਹੁਣ ਮੀਡੀਆ ਵੀ ਸਮਝਣ ਲੱਗ ਗਿਆ। ਪਹਿਲੀ ਗੱਲ ਤਾਂ ਉਸ ਵੇਲੇ ਮੀਡੀਆ ਦੀਆਂ ਜਿਹੜੀਆਂ ਗੱਲਾਂ ਸੀ ਉਹ ਲੋਕਾਂ ਨੂੰ ਮੀਡੀਆ ਬੜਾ ਸੱਚ ਤੇ ਜਿਹੜਾ ਛਪਿਆ ਹੋਇਆ ਅੱਖਰ ਬੜਾ ਸੱਚੀ ਗੱਲਬਾਤ ਲੱਗਦੀ ਹੁੰਦੀ ਸੀ, ਉਹ ਵੇਲੇ ਲੰਘ ਗਏ ਆ। ਹੁਣ ਲੋਕ ਸਮਝਣ ਲੱਗੇ ਆ ਵੀ ਜਿਹੜਾ ਇਹ ਮੀਡੀਆ, ਇਹ ਗੋਦੀ ਮੀਡੀਆ, ਇਹ ਐਮਬੈਡਡ ਮੀਡੀਆ, ਸਰਕਾਰ ਨਾਲ ਜੁੜਿਆ ਹੋਇਆ, ਜਿਹਦਾ ਸ਼ਬਦ ਹੁਣ ਵਧੀਆ ਗੋਦੀ ਮੀਡੀਆ ਆ ਗਿਆ। ਤੇ ਬਾਕੀ ਦੂਜਾ ਲੋਕਾਂ ਨੂੰ ਇਹ ਪਤਾ ਸੀ ਇਹ ਫੇਕ ਨਿਊਜ਼ ਬਹੁਤ ਦਿੰਦਾ, ਝੂਠੀਆਂ ਖਬਰਾਂ ਬਹੁਤ ਦਿੰਦਾ। ਤੇ ਇਹ ਜਿਹਨੂੰ ਇੱਕ ਹੋਰ ਕਨਸੈਪਟ ਵੀ ਅੱਗੇ ਆ ਗਿਆ, ਜਿਹਨੂੰ ਅਸੀਂ ਪੋਸਟ ਟਰੁੱਥ ਕਹਿੰਦੇ ਆ, ਵੀ ਅਸਲੀਅਤ ਬਾਅਦ 'ਚ ਪਤਾ ਲੱਗਦੀ ਹੈ। ਤੇ ਉਹਨਾਂ ਨੇ ਪੋਲੀਟੀਕਲੀ ਆਪਦਾ ਇੱਕ ਵਾਰ ਕੰਮ ਕੱਢ ਲੈਣਾ ਹੁੰਦਾ, ਲੋਕਾਂ ਨੂੰ ਵਰਗਲਾ ਲੈਣਾ ਹੁੰਦਾ। ਇਸ ਮੌਕੇ ਤੇ ਸਾਰਾ ਕੁਛ ਲੋਕਾਂ ਨੂੰ ਜਿੰਨੀ ਲੋੜ ਹੁੰਦੀ ਹੈ ਉਹਨਾਂ ਕੁ ਪ੍ਰਾਪੋਗੰਡਾ ਕਰ ਦੇਣਾ ਹੁੰਦਾ। ਹੁਣ ਤਾਂ ਬਿਲਕੁਲ ਪਤਾ ਲੱਗ ਗਿਆ ਵੀ ਇਹ ਪ੍ਰਾਪੋਗੰਡੇ ਦਾ ਟੂਲ ਹੈ ਸਰਕਾਰਾਂ ਦਾ, ਤੇ ਸਰਕਾਰਾਂ ਤੋਂ ਬਾਹਰ ਇਹ ਜਿਉਂਦੇ ਨਹੀਂ ਰਹਿ ਸਕਦਾ। ਜਿਸ ਕਿਸਮ ਦਾ ਮੀਡੀਆ ਦਾ ਇਹ ਰੈਵਨਿਊ ਮਾਡਲ ਹੈ, ਇਹ ਲੋਕ ਪੱਖੀ ਵੀ ਨਹੀਂ ਹੋ ਸਕਦਾ, ਸਰਕਾਰਾਂ ਤੋਂ ਬਾਹਰ ਨਹੀਂ ਜਾ ਸਕਦਾ, ਕਿਉਂਕਿ ਇਹ ਐਡਵਰਟਾਈਜ਼ਮੈਂਟ ਤੋਂ
ਨਿਰਭਰ ਹੈ। ਐਡਵਰਟਾਈਜ਼ਮੈਂਟ ਜਾਂ ਤਾਂ ਫਿਰ ਇੰਡਸਟਰੀ ਦੀ ਆਉਂਦੀ ਹੈ, ਇੰਡਸਟਰੀ ਵੀ ਬਹੁਤੀ ਵੱਡੀਆਂ ਇੰਡਸਟਰੀਆਂ ਸਰਕਾਰ ਦੇ ਨਾਲ ਜੁੜ ਕੇ ਚੱਲਦੀਆਂ ਜਦੋਂ ਸਰਕਾਰਾਂ ਵੱਲੋਂ ਡਾਇਰੈਕਸ਼ਨਾਂ ਵੀ ਆ ਜਾਂਦੀਆਂ, ਬਾਕੀ ਸਰਕਾਰ ਵੱਲੋਂ ਦਿੱਤੀ ਹੋਈ ਐਡਵਰਟਾਈਜ਼ਮੈਂਟ ਤੇ ਚੱਲਦਾ। ਇਹ ਦੋਨੋਂ ਐਡਵਰਟਾਈਜ਼ਮੈਂਟ ਦਾ ਖਾਤੇ ਜਾ ਜਾਂਦੀਆਂ ਤੇ ਪਰ ਜਦੋਂ ਮਿਨੋਰਿਟੀ ਹੋ ਜੇ, ਕੇਸ ਮਿਨੋਰਿਟੀ ਦਾ ਵੀ, ਉਹਨੂੰ ਬੜੀ ਛੇਤੀ ਤੇ ਸੌਖੇ ਤਰੀਕੇ ਨਾਲ ਹੀ ਤੁਸੀਂ ਬਦਨਾਮ ਕਰ ਸਕਦੇ ਹੋ। ਇੱਕ ਤਾਂ ਸੀ ਪਾਕਿਸਤਾਨ ਦੇ ਬਾਰਡਰ ਨਾਲ ਸਾਡਾ ਪੰਜਾਬ ਲੱਗਦਾ, ਇਹ ਵੀ ਬੜਾ ਸੌਖਾ ਤਰੀਕਾ ਸੀ ਉਹਨਾਂ ਲਈ। ਤੇ ਇਸ ਕਰਕੇ ਸਾਰਾ ਕੁਝ ਕੀਤਾ। ਜਿੱਥੋਂ ਤੱਕ ਤੁਸੀਂ ਲੈਫਟ ਦੀ ਬੈਕਗਰਾਊਂਡ ਦੀ ਗੱਲ ਕਰਦੇ ਹੋ, ਲੈਫਟ ਬੈਕਗਰਾਊਂਡ ਵਾਲਾ ਬੰਦਾ ਸੀ, ਉਹ ਚਾਹੁੰਦਾ ਕਿ ਇੱਥੇ ਚੰਗੀ ਗੱਲ ਹੋਵੇ, ਪਰ ਜੇ ਉਸ ਨੂੰ, ਮੈਨੂੰ ਨਹੀਂ ਲੱਗਦਾ ਵੀ ਉਸ ਨੂੰ ਕਿਸੇ ਗੱਲ ਉੱਤੇ ਵਿਰੋਧ ਹੋਣਾ ਚਾਹੀਦਾ। ਕਿਸੇ ਪੱਖੋਂ ਵੀ, ਕਿਸੇ ਸਾਈਡ ਤੋਂ ਵੀ ਕੋਈ ਲੜਾਈ ਸਰਕਾਰਾਂ ਵਿਰੁੱਧ ਜਾਂ ਸਟੇਟ ਵਿਰੁੱਧ, ਸਟੇਟ ਦੇ ਫਿਰਕਾ ਵਿਰੁੱਧ ਜਾਂ ਉਹਦੇ ਰਿਪਰੈਸ਼ਨ ਵਿਰੁੱਧ ਲੜੀ ਜਾ ਰਹੀ ਹੈ, ਤਾਂ ਉੱਥੇ ਉਹਨੂੰ ਵੀ ਲੜਾਈ ਵਿੱਚ ਸ਼ਾਮਲ ਹੋਣਾ ਚਾਹੀਦਾ। ਦਲਵੀਰ ਸਿੰਘ ਤਾਂ ਬਹੁਤ ਲੰਬਾ ਸਮਾਂ ਰਿਹਾ ਓਪਨ ਲੈਵਲ ਤੇ ਕਾਂਗਰਸ ਪਾਰਟੀ ਦੇ ਉਹ ਸੈਕਟਰੀ ਵੀ ਰਹੇ ਅੰਮ੍ਰਿਤਸਰ ਦੇ, ਤੇ ਲੰਬਾ ਸਮਾਂ ਉਹਨਾਂ ਨੇ ਕੰਮ ਜਿੰਨਾ ਕਾਂਗਰਸ ਪਹਿਲਾਂ ਹੋਇਆ ਸੀ, 1900 ਤੇ ਫਿਰ ਕਾਂਗਰਸ ਪਾਰਟੀ ਛੱਡੀ ਵੀ ਇਸ ਕਰਕੇ ਜਦੋਂ ਹਰਕਿਸ਼ਨ ਸਰਜੀਤ ਵਰਗੇ ਅੱਗੇ ਮੂਹਰੇ ਆ ਗਏ। ਪੰਜਾਬ ਦਾ ਜਨਰਲ ਸੈਕਟਰੀ ਹੁੰਦਾ ਸੀ ਪੰਜਾਬ ਦੇ ਯੂਨਿਟ ਦਾ ਉਹਨਾਂ ਦਿਨਾਂ 'ਚ, ਤੇ ਇਹਨਾਂ ਦੇ ਕਾਰਨਾਮੇ ਦੇਖ ਕੇ ਤੇ ਮਾੜੇ ਕਾਰਨਾਮੇ ਦੇਖ ਕੇ ਸਾਰਾ ਕੁਝ ਛੱਡਿਆ। ਉਦੋਂ ਇਹ ਕਾਮਿਊਨਿਸਟ ਵੀ ਨਹੀਂ ਸੀਗੇ, ਇਸ ਕਰਕੇ ਬਲਵੀਰ ਸਿੰਘ ਸੱਚਾ ਸੁੱਚਾ ਕਾਮਿਊਨਿਸਟ ਲੈਵਲ ਤੇ ਵੀ ਕੰਮ ਕੀਤਾ, ਸੱਚਾ ਸੁੱਚੇ ਲੈਵਲ ਤੇ ਉਹਨੇ ਇਸ ਸਾਰੇ ਸੰਤਾਂ ਦੇ ਦੌਰ ਦੇ ਵਿੱਚ ਸੰਤਾਂ ਦਾ ਸਾਥ ਵੀ ਨਿਭਾਇਆ। ਤੇ ਸਾਨੂੰ ਵੀ, ਮੈਂ ਹਜੇ ਵੀ ਦਲਵੀਰ ਸਿੰਘ ਦੇ ਇਸ ਗੱਲ ਤੇ ਹੱਕ 'ਚ ਖੜਾ, ਜਿਸ ਲੈਵਲ ਦਾ ਸਟੈਂਡ ਉਹਨੇ ਸੱਚੇ ਸੁੱਚੇ ਲੈਵਲ ਤੇ ਅਖੀਰ ਤੱਕ ਲਿਆ, ਉਹ ਘੱਟ ਹੀ ਲੈ ਸਕਦੇ ਆ। ਉਹ ਕਾਮਿਊਨਿਸਟ ਕਹਿ ਕੇ ਅਸੀਂ ਉਹਨੂੰ ਨਕਾਰਨਾ ਦੀ ਗੱਲ ਕਰੀਏ ਤਾਂ ਲੱਗ ਜਾਂਦਾ। ਆਖਰੀ ਆਪਾਂ ਹਿੱਸੇ ਜਾਣਾ ਜੀ, ਤੁਹਾਡੀ ਆਵਾਜ਼ ਫੇਰ ਥੋੜੀ ਜਿਹੀ ਡਿਸਟਰਬ ਹੁੰਦੀ ਹੈ ਜੀ। ਇੱਕ ਬ੍ਰੇਕ ਲੈ ਕੇ ਇਸ ਨੂੰ ਆਪਾਂ ਸਮ ਅਪ ਕਰਦੇ ਹਾਂ। ਅਗਲੇ ਜਿਹੜੇ 4 ਦਿਨ, 1 ਜੂਨ ਨੂੰ ਜਦ ਤੁਸੀਂ ਬਾਅਦ ਪਹਿਲੀ ਗੋਲੀ ਚੱਲੀ, ਉਹ 4 ਦਿਨ ਦੇ ਵਿੱਚ ਤੁਸੀਂ ਕੀ ਵੇਖਿਆ, ਉਸ ਦੀ ਗੱਲਬਾਤ ਆਖਰੀ, ਕਿਉਂਕਿ ਬੜੀ ਉਤਸੁਕਤਾ ਲੋਕਾਂ ਨੂੰ ਸੁਣਨ ਵਾਲਿਆਂ ਨੂੰ। ਤੇ ਕੁਝ ਜੇ ਸਮਾਂ ਦਿਓ, ਕੁਝ ਸਵਾਲ ਵੀ ਨੇ ਮੇਰੇ ਨਾਲ, ਕਾਲਰ ਵੇਟ ਕਰ ਰਹੇ ਨੇ, ਜੇ ਤੁਸੀਂ ਸਮਾਂ ਦੇਵੋ ਤਾਂ ਕੁਝ ਸਵਾਲ ਵੀ ਨੇ। ਵਪਾਰ ਤੋਂ ਬਾਅਦ ਵਾਪਸ ਆਉਣਾ ਪ੍ਰੋਗਰਾਮ ਨੂੰ ਸਮ ਅਪ ਕਰਾਂਗੇ, ਪਰ ਕੁਝ ਕਾਲਰ ਗੱਲਬਾਤ ਸਿੱਧੂ ਸਾਹਿਬ ਕਰਨੀ ਚਾਹੁੰਦੇ ਨੇ। ਸਰਦਾਰ ਜਗਪਾਲ ਸਿੰਘ ਜੀ, ਲਾਈਨ ਨੰਬਰ 3, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਦੇਖੋ ਜਿੱਦਾਂ ਧੰਨਵਾਦ ਤੁਹਾਡਾ, ਤੁਸੀਂ ਜਿਹੜਾ ਸਿੰਘ ਸਾਹਿਬ ਨੂੰ ਲੈ ਕੇ ਆਏ ਹੈਗੇ ਆ ਤੇ ਜਿਹੜਾ ਉੱਥੇ ਦੇ ਜਿਹੜੇ ਹਾਲਾਤਾਂ ਦੀ ਜਾਣਕਾਰੀ ਦੇ ਰਹੇ ਆ। ਮੈਂ ਨਾ ਕੋਈ ਇੱਕ ਸਵਾਲ ਹੀ ਕਰਨਾ ਚਾਹੁੰਦਾ ਆ ਕਿ ਜਦੋਂ ਦੂਜਾ ਕਿ ਨਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਹੈਗੇ ਆ ਕਿ ਜੇ ਹਿੰਦੁਸਤਾਨ ਦੀ ਸਰਕਾਰ ਆ ਜਿਹੜੇ ਉਹ ਨਾਪਾਕ ਕਦਮ ਲੈ ਕੇ ਜੇ ਪ੍ਰਕਰਮਾਂ 'ਚ ਦਰਬਾਰ ਸਾਹਿਬ ਦੀ ਵੜਦੀ ਹੈਗੀ ਆ ਤਾਂ ਉਸ ਵੇਲੇ ਖਾਲਿਸਤਾਨ ਦੀ ਨੀਂਹ ਪੱਥਰ ਰੱਖਿਆ ਜਾਊਗਾ, ਉਹਦੇ ਕੀ ਭਾਵ ਅਰਥ ਸੀ? ਤਾਂ ਕੀ ਉਹ ਅੱਜ ਉੱਤੇ ਸਾਨੂੰ ਜਿਹੜਾ ਸੰਘਰਸ਼ ਜਾਰੀ ਰੱਖਣਾ ਚਾਹੀਦਾ? ਕਿ ਜਿਹੜਾ ਆ ਉਹਨਾਂ ਦੇ ਉਹ ਜਿਹੜੇ ਕਹੇ ਕਥਨ ਆ ਉਹ ਗਲਤ ਸੀ, ਉਹ ਸਾਨੂੰ ਨਹੀਂ ਫੋਲੋ ਕਰਨਾ ਚਾਹੀਦਾ, ਜਾਂ ਸਾਨੂੰ ਉੱਤੇ ਵਰਕ ਕਰਨਾ ਚਾਹੀਦਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਦੂਸਰਾ ਸਵਾਲ ਲੈ ਲਈਏ ਜੀ, ਜਗਮੇਲ ਸਿੰਘ ਜੀ, ਤੁਸੀਂ ਏਅਰ ਤੇ ਆਓ, ਨੰਬਰ 4। ਹਾਂਜੀ ਸਿੰਘ ਸਾਹਿਬ ਜੀ ਤੇ ਸਿੱਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ ਨੂੰ ਬੜੇ ਧਿਆਨ ਨਾਲ ਸੁਣਿਆ, ਕੁਛ ਵਿਸਾਰ ਨਾਲ ਦੱਸਣ ਦੀ ਕੋਸ਼ਿਸ਼ ਵੀ ਕੀਤੀ। ਜੇ ਸੰਨ 47 ਤੋਂ ਪਹਿਲਾਂ ਦੀ ਗੱਲ ਕਰੀਏ, ਉੱਥੋਂ ਦੀ ਮੈਂ ਸ਼ੁਰੂ ਕਰਦਾ। ਮੈਂ ਉੱਥੋਂ ਸ਼ੁਰੂ ਕਰਦਾ ਜਿੱਥੇ ਸਾਨੂੰ ਇਸ ਮੁਲਕ ਨੂੰ ਆਜ਼ਾਦ ਕਰ ਦਿੱਤਾ ਗਿਆ। ਔਰ ਗਾਂਧੀ ਨੇ ਜਿਹੜਾ ਆਪਣਾ ਟੈਂਡ ਰੱਖਿਆ ਉਸ ਟਾਈਮ, ਵਿਜੇ ਲక్ష్ਮੀ ਪੰਡਿਤ, ਨਹਿਰੂ ਔਰ ਪਟੇਲ ਨੂੰ ਇਕੱਠੇ ਕਰਕੇ ਇਹ ਗੱਲ ਕਹੀ ਕਿ ਬਈ ਹਮਕੋ ਅੰਦਰ ਸੇ ਖਤਰਾ ਹੈ। ਉਹਨੂੰ ਸੱਚਾ ਨਹੀਂ ਸੀ ਕਹਿਣਾ ਹੁੰਦਾ ਗਾਂਧੀ ਨੂੰ, ਮੈਂ ਸੁਣਿਆ ਕਾਫੀ। ਤਾਂ ਉਹ ਕਹਿੰਦੇ ਅੰਦਰ ਸੇ ਖਤਰਾ ਹੈ। ਉਹ ਕਹਿੰਦੇ ਹੈ ਕਿ ਵਿਜੇ ਲక్ష్ਮੀ ਪੰਡਿਤ ਪੁੱਛਦੀ ਹੈ, ਕਹਿੰਦੀ ਬਾਪੂ ਜੀ ਇਹ ਅੰਦਰ ਸੇ ਕੌਣ ਸਾ ਖਤਰਾ ਹੈ? ਕਹਿੰਦੀ ਸਿੱਖੋਂ ਸੇ ਖਤਰਾ ਹੈ। ਅੱਛਾ, ਉਹ ਗੱਲ ਗਾਂ ਫਿਰ ਪਟੇਲ ਨੇ ਜਿਹੜਾ ਲੈਟਰ ਕੱਢਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਸਾਨੂੰ ਇਨਾਮ ਇਹ ਦਿੱਤਾ ਗਿਆ, ਸੈਲੂਲਰ ਜੇਲ੍ਹ ਜ਼ਿੰਮੇਵਾਰ ਹੈ। ਸਾਰੀ ਹਿਸਟਰੀ ਜਿਹੜੀ ਹੈ ਉਹ ਝਾਕਦੀ ਹੈ ਸਿੱਖਾਂ ਦੀ ਬੜੀ ਕੁਰਬਾਨੀ ਆਜ਼ਾਦੀ ਲੈਣ ਵਾਸਤੇ। ਜਦੋਂ ਆਜ਼ਾਦੀ ਮਿਲ ਗਈ ਹੈ, ਔਰ ਮੈਂ ਤੁਹਾਨੂੰ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਲੈ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਪਿਆਰਿਆਂ ਦੀ ਸਿਰਜਣਾ ਕੀਤੀ। ਔਰ ਜੇ ਸਾਡੀ ਸ਼ਕਲ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੇ ਜਾਂ ਹੋਰ ਕਮੇਟੀਆਂ ਦੇ
ਵਿੱਚ ਵੀ ਅਗਰ ਉਹ ਹੁੰਦੀ ਤਾਂ ਸਿੱਖ ਕੌਮ ਦੇ ਕਈ ਹਿੱਸੇ ਨਾ ਬਣਦੇ, ਪਟੋ ਧਾਰਨਾ ਹੁੰਦੀ। ਹੁਣ ਆ ਗਈ ਗੱਲ, ਮੈਂ ਸ਼ਾਰਟਕਟ ਲੱਗਾ ਕਰਨ, ਹੁਣ 78 ਦੇ ਲਿਆਉਣਾ ਤੁਹਾਨੂੰ। ਜਦੋਂ ਬਾਦਲ ਨੂੰ ਕਹਿ ਦਿੱਤਾ ਸਿਕਿਉਰਿਟੀ ਵਾਲਿਆਂ ਨੇ, ਸ਼ਾਇਦ ਉਦੋਂ ਗੁਰਦੇਵ ਸਿੰਘ ਸੀ ਡਿਪਟੀ ਕਮਿਸ਼ਨਰ ਆਪਣੇ ਅੰਮ੍ਰਿਤਸਰ, ਤੇ ਬਈ ਇੱਥੇ ਨਿਰੰਕਾਰੀਆਂ ਦਾ ਸੰਮੇਲਨ ਜਿਹੜਾ ਕਰਨਾ ਹੈ ਉਹ ਖਤਰੇ ਤੋਂ ਖਾਲੀ ਨਹੀਂ, ਇਹਨੂੰ ਆਪਣੀ ਵੋਟਾਂ ਦੀ ਦੀਆਂ ਸੀ ਵੀ ਮੈਨੂੰ ਇਹਨਾਂ ਦੀ ਵੋਟਾਂ ਮਿਲ ਜਾਣੀ ਹੈ। ਉੱਥੋਂ ਜਾ ਕੇ ਕਜੀਆ ਜਿਹੜਾ ਇਹ ਸਾਰਾ ਖਰਾਬ ਹੋਇਆ। ਔਰ ਇਸ ਤੋਂ ਪਹਿਲਾਂ ਅੰਗਰੇਜ਼ ਦੇ ਟਾਈਮ ਤੇ ਜਿੰਨੇ ਸਿੱਖਾਂ ਦੀ ਹਾਈ ਰੈਂਕਿੰਗ ਜਿਹੜੀ ਸੀ ਫੌਜ ਦੇ ਵਿੱਚ, ਨੇਵੀ ਚ, ਏਅਰ ਫੋਰਸ। ਠੀਕ ਹੈ ਖਾਲਸਾ ਜੀ, ਗॉट ਯੂਰ ਪੁਆਇੰਟ, ਥੈਂਕ ਯੂ। ਸਾਹਿਬ ਮਹਿੰਦਰ ਸਿੰਘ ਜੀ, ਲਾਈਨ ਨੰਬਰ 5, ਤੁਸੀਂ ਏਅਰ ਤੇ ਹੋ, ਕੀ ਸਵਾਲ ਹੈ ਜੀ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਖਾਲਸਾ ਘੱਲੂਘਾਰਾ ਦਿਵਸ ਚੱਲ ਰਿਹਾ ਤੇ ਅੱਜ ਸੰਤਾਂ ਦਾ ਜਨਮ ਦਿਨ ਵੀ ਹੈ। ਜਿੱਥੇ ਸੰਤਾਂ ਦਾ ਜਨਮ ਦਿਨ ਮੁਬਾਰਕ, ਉੱਥੇ ਹੀ ਇਸ ਘੱਲੂਘਾਰੇ ਨਾਲ ਹਮੇਸ਼ਾ ਹੀ ਸਾਡੇ ਹਿਰਦੇ ਬਲੂੰਦਰੇ ਜਾਂਦੇ ਆ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਾਰਾ ਕੁਛ ਜਿਸ ਢੰਗ ਨਾਲ ਇਹ ਘਾਰਾ ਵਰਤਾਇਆ ਗਿਆ, ਜਿਸ ਢੰਗ ਨਾਲ ਨਸਲਕੁਸ਼ੀ ਕਰਨੀ ਚਾਹੀ ਗਈ, ਉਹਦੇ ਪਿਛੋਕੜ ਵਿੱਚ ਬਹੁਤ ਕੁਛ ਕਹਿਣ ਸੁਣਨ ਨੂੰ ਮਿਲਦਾ ਤੇ ਮਿਲਦਾ ਰਹੂਗਾ। ਪਰ ਸਵਾਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਸਿੱਖ ਕੌਮ ਨੂੰ ਸਿਰਫ ਵਰਤਿਆ ਹੀ ਹੈ, ਅਸੀਂ ਦੇਸ਼ ਦੀ ਖੜਗ ਭੁਜਾ ਵੀ ਰਹੇ, ਅਸੀਂ ਖੇਡ ਭੁਜਾ ਵੀ ਰਹੇ ਸੀ, ਅੰਨ ਵੀ ਪੈਦਾ ਕੀਤਾ, ਤੇ ਸਾਡੇ ਤੇ ਇਹ ਤਸ਼ੱਦਦ ਕਿਉਂ? ਤੇ ਅੱਜ ਜਿਹੜਾ ਸਾਨੂੰ ਬੌਧਿਕ ਤੌਰ ਤੇ ਵੀ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ, ਤੇ ਇਹ ਕਹਿੰਦੇ ਆ ਵੀ ਕੀ ਤੁਸੀਂ, ਮੈਂ ਤਾਂ ਇੱਕੋ ਸਵਾਲ ਕਰਦਾ ਇਹਨਾਂ ਨੂੰ ਕਿ ਸਿੱਖ ਮਨ ਦੀ ਪੀੜ ਹੈ, ਸਾਡਾ ਰਾਜ ਖੁੱਸਿਆ ਹੈ 1849 ਚ ਜਦੋਂ ਸਿੱਖ ਰਾਜ ਖੁੱਸਿਆ, ਉਹ ਪੀੜ ਸਾਡੇ ਮਨ ਤੇ ਸਦੀਆਂ ਤੱਕ ਇਹ ਪੀੜ ਜਾਣੀ ਨਹੀਂ। ਮੈਂ ਇਹੀ ਮੇਰਾ ਸਵਾਲ ਹੈ ਕਿ ਕੀ ਇਹ ਪੀੜ ਨੂੰ ਸਹਿਣ ਵਾਲੇ ਲੋਕ ਇਹਦੇ ਵਿੱਚੋਂ ਕੁਝ ਲੱਭਣਗੇ ਵੀ, ਜਾਂ ਸਾਨੂੰ ਇਹ ਐਂ ਹੀ ਬੁੱਧੂ ਬਣਾਉਂਦੇ ਰਹਿਣਗੇ? ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜੀ, ਤਿੰਨੇ ਸਵਾਲਾਂ ਨੂੰ ਤੁਸੀਂ ਆਪਸ ਵਿੱਚ ਰਲਦੇ ਹੀ ਨੇ। ਪਹਿਲਾ ਸਵਾਲ ਵੀ ਜਦ ਪੈਰ ਪੈਣਗੇ ਮਿਲਟਰੀ ਦੇ ਤਾਂ ਨੀਂਹ ਰੱਖੀ ਜਾਊਗੀ। ਸਾਹਿਬ ਮਹਿੰਦਰ ਸਿੰਘ ਜੀ ਨੇ ਵੀ ਕਿਹਾ ਵੀ ਰਾਜ ਦੀ ਤੜਫ ਹੈ। ਖਾਲਸਾ ਜੀ ਨੇ ਜਿਹੜੀਆਂ ਗੱਲਾਂ ਦਿਖਾਈਆਂ, ਉਹਨੇ ਦੱਸਿਆ ਕਿ ਬਾਦਲ ਇਸ ਚੀਜ਼ ਲਈ ਕਾਫੀ ਜ਼ਿੰਮੇਵਾਰ ਹੈ। ਇਸ ਦੇ ਤਿੰਨਾਂ ਦੇ ਜਵਾਬ ਦੇ ਵਿੱਚ ਕੀ ਗੱਲ ਕਹਿਣੀ ਚਾਹੁੰਦੇ? ਜਿਹੜਾ ਇਹਨਾਂ ਨੇ ਪਹਿਲੀ ਗੱਲ ਕਹੀ ਹੈ ਨੀਂਹ ਰੱਖੀ ਜਾਵੇਗੀ, ਉਹ ਇਸ ਦਾ ਮਤਲਬ ਇਹ ਹੈ ਵੀ ਸਿੱਖ ਪੱਕੇ ਤੌਰ ਉੱਤੇ ਹੁਣ ਇਹ ਸਾਰੇ ਦਿੱਲੀ ਨਾਲੋਂ ਟੁੱਟੇ ਹੈ, ਮਾਨਸਿਕ ਲੈਵਲ ਤੇ ਟੁੱਟੇ ਹੈ, ਐਲੀਨੇਸ਼ਨ ਉਹਨਾਂ ਦੀ ਕੰਪਲੀਟ ਹੈ, ਉਹਨਾਂ ਨਾਲ ਮੁੜ ਕੇ ਜੁੜਤ ਨਹੀਂ ਹੋ ਸਕਦੀ। ਹਜੇ ਵੀ ਸਾਨੂੰ ਥੋੜ੍ਹੀ ਜਿਹੀ ਸਮਝ ਬਹੁਤਿਆਂ ਨੂੰ ਸਿੱਖਾਂ 'ਚ ਇਸ ਕਿਸਮ ਦੀ ਹੈ ਨਹੀਂ ਵੀ ਅਸੀਂ ਜਿਹੜਾ ਇਹ ਨੈਸ਼ਨਲਿਜ਼ਮ ਖੜਾ ਕੀਤਾ, ਜਿਹਦੇ ਨੈਸ਼ਨਲਿਜ਼ਮ ਉੱਤੇ ਸਾਰਾ BJP ਖੜੀ ਹੋ ਰਹੀ ਹੈ, ਕਾਂਗਰਸ ਨੇ ਵੀ ਕੀਤਾ, ਉਹ ਨੈਸ਼ਨਲਿਜ਼ਮ ਹੈ ਜਿਹੜਾ ਉਹ ਜਿਹਨੂੰ ਅਸੀਂ ਅੰਗਰੇਜ਼ੀ 'ਚ ਅਲਟਰਾ ਨੈਸ਼ਨਲਿਜ਼ਮ ਕਹਿੰਦੇ ਆ, ਉਹ ਹਿੰਦੂ ਨੈਸ਼ਨਲਿਜ਼ਮ ਹੈ। ਉਹਦੇ ਉੱਤੇ ਅਸੀਂ ਵੀ ਕਾਫੀ ਲੰਬਾ ਸਮਾਂ ਟਰੈਪ ਹੁੰਦੇ ਰਹੇ, ਉਸੇ ਭੁਲੇਖੇ 'ਚ ਹੁੰਦੇ ਰਹੇ। ਉਹ ਨੈਸ਼ਨਲਿਜ਼ਮ ਤੋਂ ਅਸੀਂ ਹੁਣ ਟੁੱਟ ਗਏ ਹਾਂ। ਟੁੱਟ ਕੇ ਅਸੀਂ ਕੀ ਕਰਨਾ ਹੈ, ਕੀ ਨਹੀਂ ਕਰਨਾ, ਇਹ ਸੰਤਾਂ ਨੇ ਤਾਂ ਮੋਟੇ ਲੈਵਲ ਉੱਤੇ ਇੱਕ ਗੁਲਾਮੀ ਦੇ ਵਿਰੁੱਧ ਲੜਾਈ ਲੜ ਕੇ ਤੁਹਾਨੂੰ ਉਹ 18ਵੀਂ ਸਦੀ ਵਾਲੀ ਸਿੱਖਾਂ ਦੀ ਜੱਦੋ-ਜਹਿਦ ਨੂੰ ਤਾਜ਼ਾ ਕਰਤਾ, ਤੇ ਉਸ ਤੋਂ ਅਸੀਂ ਇੰਸਪੀਰੇਸ਼ਨ ਸੰਤਾਂ ਦੀ ਲੜਾਈ ਤੋਂ ਲੈਂਦੇ ਰਹਾਂਗੇ। ਇਸ ਕਿਸਮ ਦਾ ਹੌਸਲਾ ਸਾਨੂੰ ਮਿਲਦਾ ਲੜਾਈ ਕਰਨ ਦਾ। ਇਹ ਸਾਰੀ ਭਾਵਨਾ ਸਾਡੇ 'ਚ ਬੜੀ ਪ੍ਰਚੰਡ ਹੋ ਗਈ ਹੈ। ਪਰ ਇਹ ਹੈ ਵੀ ਅਸੀਂ ਇਹਦੇ ਲਈ ਜਿਹੜਾ ਕੁਛ ਕਰਨਾ ਹੈ ਤਾਂ ਸਾਨੂੰ ਆਪਣੇ ਆਪ ਹੀ ਮੌਜੂਦਾ ਪੋਲੀਟਿਕਸ ਨਾਲ ਵਾਸਤਾ ਹੋ ਕੇ ਹੀ ਕਰਨਾ ਪਏਗਾ। ਅੱਜ ਦੀ ਪੋਲੀਟਿਕਸ ਵਿੱਚ ਕਿਸ ਕਿਸਮ ਦੀਆਂ ਸੁਭਾਵਨਾ ਹੈ, ਕਿਸ ਕਿਸਮ ਦਾ ਅਸੀਂ ਲੜਨਾ ਹੈ, ਕਿਉਂਕਿ ਸਾਰਾ ਕੁਛ ਮਾਡਰਨ ਹੋ ਗਿਆ ਤੇ ਉਹ ਅਸੀਂ ਮਾਡਰਨ ਤਰੀਕੇ ਨਾਲ ਹੀ ਸਾਰੇ ਗੱਲ ਨੂੰ ਸਮਝ ਕੇ, ਇਸੇ ਕਰਕੇ ਅਸੀਂ ਸਾਡੀ ਸਾਰਿਆਂ ਦੀ ਜਿਹੜੀ ਸਿੱਖਾਂ ਦੀ ਮੇਰੇ ਵੱਲੋਂ ਤਾਂ ਇਹੀ ਬੇਨਤੀ ਹੈ ਵੀ ਇਹ ਸਾਰੀ ਸਥਿਤੀ ਨੂੰ ਹਿਸਟਰੀ ਦੇ ਵਿੱਚ ਪੁਰਾਣੇ ਤੇ ਮੌਜੂਦਾ ਸਾਰੇ ਸੈਟਅਪ ਵਿੱਚ ਪਾ ਕੇ ਦੇਖਣਾ ਚਾਹੀਦਾ। ਤੇ ਸਾਨੂੰ ਇਸ ਕਿਸਮ ਦੀ ਇਕੱਲੇ ਬਾਹੂਬਲ ਨਾਲ ਨਹੀਂ ਅਸੀਂ ਲੜ ਸਕਦੇ, ਜਿਹੜਾ ਅਸੀਂ ਕਿਸੇ 18ਵੀਂ ਸਦੀ ਵਿੱਚ ਅਸੀਂ ਇਕੱਲੇ ਬਾਹੂਬਲ ਨਾਲ ਸਾਰੀਆਂ ਮੱਲਾਂ ਮਾਰੀਆਂ ਸੀ। ਹੁਣ ਥੋੜੇ ਜਿਹੇ ਸਿਸਟਮ ਸਾਡੇ ਜਿਹੇ ਬਦਲ ਗਏ ਤੇ ਸਾਨੂੰ ਸਾਰਿਆਂ ਦੀਆਂ ਕੰਸਪੀਰੇਸੀ ਸਾਜ਼ਿਸ਼ਾਂ ਵੀ ਸਮਝਣੀਆਂ ਪੈਣਗੀਆਂ। ਦੂਸਰੀ ਜਿਹੜੀ ਲਾਸਟ ਵਿੱਚ ਇਹਨਾਂ ਨੇ ਕਿਹਾ ਵੀ ਪੀੜਾ ਤਾਂ ਸਿੱਖਾਂ ਨੂੰ ਹੈ ਇਸ ਗੱਲ ਦੀ, ਲਾਸਟ ਕੁਐਸਚਨ ਵਿੱਚ ਉਹ ਰਹੇਗੀ। ਜੇ ਥੋੜੇ ਜਿਹੇ ਸੈਲਫ ਰੂਲ ਦੀ ਭਾਵਨਾ ਜੋ ਖਤਮ ਹੋ ਗਈ ਤਾਂ ਅਸੀਂ ਫਿਰ ਸਿਆਸੀ ਲੈਵਲ ਉੱਤੇ ਜਦੋਂ ਕਰ ਸਕਾਂਗੇ। ਤੇ ਇਸ ਕਰਕੇ ਇਸ ਕਿਸਮ ਦੀ ਜੇ ਭਾਵਨਾ ਖੜੀ ਹੈ ਤਾਂ ਇਹਦੇ ਨਾਲ ਕੋਈ ਨਾ ਕੋਈ ਦੇਰ ਸਵੇਰ ਕੁਛ ਨਾ ਕੁਛ ਸਿਆਸੀ ਲੈਵਲ ਦਾ ਮੂੰਹ ਮੱਥਾ ਬਣੇਗਾ।
ਪਰ ਸਾਡਾ ਸਿਆਸੀ ਮੂੰਹ ਮੱਥਾ ਜਿਹੜਾ ਬਣੇਗਾ ਉਹ ਅਸੀਂ ਸਾਰੇ ਦੇਸ਼ ਦੇ ਕਈ ਹੋਰ ਵੀ ਸਾਡੇ ਵਰਗੇ ਦਲੜੇ ਕੁਚਲੇ ਲੋਕ ਹੈ ਉਹ ਵੀ ਇਸੇ ਤਰੀਕੇ ਨਾਲ ਬੈਠੇ ਆ ਤੇ ਸਾਨੂੰ ਕਈ ਵਾਰੀ ਸਾਨੂੰ ਸਾਂਝੀਆਂ ਕੋਸ਼ਿਸ਼ਾਂ ਵੀ ਕਰਨੀਆਂ ਪੈਣਗੀਆਂ। ਅਲੱਗ ਥਲੱਗ ਹੋ ਕੇ ਅਸੀਂ ਇਕੱਲੇ ਨਹੀਂ ਕਰ ਸਕਦੇ ਤੇ ਇਹ ਸਾਨੂੰ ਸਾਰਿਆਂ ਨਾਲ ਉਹਨਾਂ ਦਾ ਸਾਥ ਦੇਣਾ ਪਵੇਗਾ ਤੇ ਅਸੀਂ ਉਹਨਾਂ ਦਾ ਸਾਥ ਲਈਏ ਵੀ। ਹਾਂਜੀ ਜੀ ਮੇਰੇ ਖਿਆਲ ਜੀ 1 ਵੱਜ ਗਿਆ ਤੇ ਮੈਂ ਉਹਨਾਂ ਦਿਨਾਂ ਦੀ ਫਿਰ ਇੱਕ ਦਿਨ ਕਿਸੇ ਦਿਨ ਹੋਰ ਜਿਹੜੀ ਇਹ ਕੜੀ ਹੈ ਜਿਹੜੀ ਘੱਲੂਘਾਰੇ ਦੇ ਉਹ ਦਿਨ ਜਿਹੜੇ 1 ਜੂਨ ਤੋਂ ਤੁਸੀਂ ਜਿਹੜੇ ਆਪਣੀ ਕਿਤਾਬ ਦੇ ਵਿੱਚ ਵੀ ਬਹੁਤ ਕਵਰ ਕੀਤੇ ਨੇ, ਮੇਰੇ ਖਿਆਲ ਇੱਕ ਦਿਨ ਅਗਲੀ ਕੜੀ ਦੇ ਵਿੱਚ ਮੂਹਰਲੇ ਦਿਨਾਂ ਦੇ ਵਿੱਚ ਉਸ ਨੂੰ ਸੰਪੂਰਨ ਕਰੀਏ। ਤੇ ਹੁਣ ਤੁਸੀਂ ਬਹੁਤ ਸਮਾਂ ਹੋ ਗਿਆ, ਆਰਾਮ ਵੀ ਕਰ ਲਓ ਜੀ। ਧੰਨਵਾਦ ਬਹੁਤ ਬਹੁਤ। ਅਖੀਰ 'ਚ ਕੁਝ ਹੋਰ ਐਡ ਕਰਨਾ ਚਾਹੋ? ਠੀਕ ਹੈ, ਧੰਨਵਾਦ, ਥੈਂਕ ਯੂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Please enter the number you wish to call. ਇਹ ਸਨ ਸਰਦਾਰ ਜਸਪਾਲ ਸਿੰਘ ਸਿੱਧੂ, ਸੰਤ ਭਿੰਡਰਾਂਵਾਲੇ ਦੇ ਰੂਬਰੂ 1984 ਦੀ ਪੱਤਰਕਾਰੀ। ਕਿਉਂਕਿ ਉਹ ਤਾਂ ਆਪਾਂ ਬਹੁਤ ਹੁਣ ਦੇਖ ਲਿਆ, ਜਿਹੜਾ ਜੂਨ 1 ਤੋਂ 4 ਦੀਆਂ ਘਟਨਾਵਾਂ ਨੇ ਉਹ ਆਪਾਂ ਜਿਹੜੀਆਂ ਉਹ ਬਹੁਤ ਜਿਹੜੀਆਂ ਆਈ ਵਿਟਨੈਸ ਦੇ ਤੌਰ ਤੇ ਕੱਲੀ ਜਿਹੜੇ ਅੰਦਰ ਸਿੰਘ ਬਚੇ ਵੀ ਸੀ ਜੋਧਪੁਰ ਵਾਲੇ, ਉਹਨਾਂ ਨੇ ਵੀ ਦੱਸਤੀਆਂ ਤੇ ਉਹ ਸਭ ਲੋਕਾਂ ਨੇ ਦੱਸਤਾ ਕਿ ਕਿਹੜੇ ਟਰੁੱਥਸ ਆਏ, ਕਿਵੇਂ ਆਏ, ਕੁੱਤੇ ਕਿਹੜੇ ਜੌਰਹਟ ਤੋਂ ਲੈ ਕੇ ਆਂਦੇ ਤੇ ਡਰਾਈਵਰਸ ਕਿਹੜੇ ਲੈ ਕੇ ਆਏ। ਤੇ ਸਿਨਹਾ ਨੇ, ਲੈਫਟੀਨੈਂਟ ਜਨਰਲ ਸਿਨਹਾ ਦੀ ਇੱਕ ਕੰਵਰ ਸੰਧੂ ਦੇ ਨਾਲ ਇੰਟਰਵਿਊ, ਜੇ ਤੁਸੀਂ ਉਹ ਸੁਣਵੋ, 1981 ਦੇ ਵਿੱਚ ਐਲਾਨਤਾਂ ਦੇ ਰਿਹਾ ਜਾਂ ਸੰਤ ਭਿੰਡਰਾਂਵਾਲਿਆਂ ਨੂੰ ਲਾਲੇ ਜਗਤ ਨਾਰਾਇਣ ਦੇ ਕੇਸ ਦੇ ਵਿੱਚ ਮਹਿਤੇ ਤੋਂ ਫੜਿਆ ਜ਼ਕਰੀਆ ਦਰਬਾਰਾ ਉਸ ਸਮੇਂ ਟੈਂਕ ਮੰਗ ਰਿਹਾ ਜਨਰਲ ਸਿਨਹਾ ਤੋਂ। ਜਨਰਲ ਸਿਨਹਾ ਕਹਿੰਦਾ ਤੈਨੂੰ ਪਤਾ ਵੀ ਟੈਂਕ ਕੀ ਹੁੰਦੇ ਨੇ? ਟੈਂਕ ਮਿਲਟਰੀ ਬਾਰਡਰ ਸਿਕਿਉਰ ਕਰਨ ਲਈ ਦਿੰਦੀ ਹੈ। ਤੇ ਸਸਰਾਮਾ ਤੇ ਚਕਰਾਤੇ ਦੇ ਵਿੱਚ ਕੀ ਹੋ ਰਿਹਾ ਸੀ, ਉਹਨਾਂ ਤੋਂ ਬਾਅਦ ਇਹ ਵੈਦਿਆਂ ਨੂੰ ਬਣਾਇਆ ਗਿਆ। ਜਦ ਉਹਨਾਂ ਨੇ ਜਵਾਬ ਦਿੱਤਾ ਇੰਦਰਾ ਨੂੰ ਵੀ ਇਹ ਨਹੀਂ ਗੱਲ। ਤੇ ਜਨਵਰੀ ਦੇ ਵਿੱਚ ਵੈਦਿਆ ਨੂੰ ਜਿਹੜਾ ਇੱਕ ਮਿਲਣੀ ਦੇ ਦੌਰਾਨ ਇੰਦਰਾ ਨੇ ਦੱਸਿਆ ਬਈ ਮੇਰੀ ਤਿਆਰੀ ਆ ਪੂਰੀ। ਜ਼ੁਲਮ ਹੈ। 1 ਤਰੀਕ ਨੂੰ 8 ਘੰਟੇ ਗੋਲੀ ਚੱਲੀ ਆ, 2 ਤਰੀਕ ਨੂੰ ਨਫ਼ਰਤ ਤਿਆਗਣ ਦਾ ਸੰਦੇਸ਼ ਦੇ ਰਹੀ ਹੈ ਲੋਕਾਂ ਨੂੰ, ਕੌਮ ਦੇ ਨਾਲ। ਇਦੋਂ ਬੜਾ ਸਾਮ ਦਾਮ ਦੰਡ ਭੇਦ ਕੀ ਹੋ ਸਕਦਾ ਹੈ? ਤੇ ਜਿਹੜੀ ਗੱਲ ਦੱਸ ਕੇ ਗਏ ਨੇ ਸਰਦਾਰ ਸਿੱਧੂ ਕਿ ਖੱਬੇ ਪੱਖੀਆਂ ਨੇ ਜਿਹੜਾ ਧਰੋ ਪੰਜਾਬ ਦੇ ਵਿੱਚ ਉਸ ਸਮੇਂ ਹਰਕਿਸ਼ਨ ਸੁਰਜੀਤ ਦੀ ਜਿਹੜੇ ਗਰੁੱਪ ਨੇ ਕਮਾਇਆ, ਜਿਹਦੇ ਵਿੱਚ ਸਰਦਾਰ ਦਲਵੀਰ ਸਿੰਘ ਨੇੜੇ ਰਹੇ, ਉਹ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਨੇ, ਸਰਕਾਰ ਦੇ ਟੈਰੋਰਿਜ਼ਮ ਦੇ ਖਿਲਾਫ ਨੇ। ਤੇ ਹੁਣ ਨਸਲ ਜਿਹੜੀ ਲਹਿਰ ਛੱਤੀਸਗੜ੍ਹ 'ਚ ਲੜ ਰਹੇ ਨੇ ਉਹਦੇ ਹੱਕ 'ਚ ਨੇ ਜਾਂ ਕਿਤੇ ਹੋਰ। ਪਰ ਜਦ ਸਿੱਖ ਲੜ ਰਹੇ ਸੀ ਤਾਂ ਸਿੱਖਾਂ ਨੂੰ ਕਹੇ ਨਾ ਇਹ ਤਾਂ ਦੇਸ਼ ਤੋੜ ਰਹੇ ਨੇ। ਔਰ ਸਭ ਪਤਾ ਦੀ, ਜੇ ਤੁਸੀਂ ਕਹੋ ਵੀ ਹਰਕਿਸ਼ਨ ਸੁਰਜੀਤ ਨੂੰ ਪਤਾ ਨਹੀਂ ਸੀ, ਸਭ ਪਤਾ ਸੀ ਉਸਨੂੰ ਵੀ ਐਗਜ਼ੈਕਟਲੀ ਹੋ ਕੀ ਰਿਹਾ। ਪਰ ਉਹ ਬਹੁਤ ਇੱਕ ਲੰਮੀ ਦਾਸਤ ਹੈ ਗਦਰੀ ਬਾਬਿਆਂ ਨੂੰ ਜਦ ਨਾਸਤਕ ਬਣਾ ਕੇ ਲੋਕਾਂ ਦੇ ਸਨਮੁਖ। ਹੁਣ ਵੀ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਮਾਰਟਨ ਲੂਥਰ ਕਿੰਗ ਦੀਆਂ ਹੁਣ ਜਿਹੜਾ ਅਮਰੀਕਾ 'ਚ ਹੋ ਰਿਹਾ ਉਹ ਤਾਂ ਦਿਖ ਰਹੀ ਹੈ। ਘੱਲੂਘਾਰੇ ਦੇ ਵਿੱਚ ਅੱਜ ਕੱਲ੍ਹ ਕੀ ਹੋ ਰਿਹਾ ਉਹ ਨਹੀਂ ਉਹਨਾਂ ਨੂੰ ਦਿਖਦਾ। ਇਹੀ ਫਰਕ ਹੈ। ਕੋਈ ਨਾ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਹੈ, ਪਰ ਇਹ ਨਹੀਂ ਕਹਿ ਸਕਦੇ ਵੀ ਅਸੀਂ ਬਰਾਬਰਤਾ ਦੀ ਗੱਲ ਕਰਨ ਵਾਲੇ, ਅਸੀਂ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਗੱਲ ਕਰਨ ਵਾਲੇ ਆ। ਬਹੁਤ ਕੁਝ ਬਹੁਤ ਸਾਲਾਂ ਤੱਕ ਫੈਲਾਇਆ ਗਿਆ। ਪਿਛਲੇ 2010 ਤੋਂ ਲੈ ਕੇ 10 ਸਾਲਾਂ ਦੇ ਵਿੱਚ ਬਹੁਤ ਪਿਕਚਰ ਕਲੀਅਰ ਹੋ ਗਈ। ਤੁਸੀਂ ਪੜ੍ਹਿਓ ਸੀ ਜਿੱਥੇ ਸੰਤਾਂ ਦਾ ਕੋਈ ਕਲਿੱਪ ਹੋਵੇ, ਕੋਈ YouTube ਦਾ ਕਲਿੱਪ ਹੋਵੇ ਤਾਂ ਉੱਥੇ ਥੱਲੇ ਕਮੈਂਟਸ ਨੇ ਜਿਹੜੇ ਉਹ ਪੜ੍ਹਿਓ ਸੀ ਵੀ ਹਿੰਦੂ ਲੋਕ ਕੀ ਕਮੈਂਟ ਲਿਖਦੇ ਨੇ। ਮੈਨੂੰ ਕਲੀਅਰ ਹੋ ਗਈ ਗੱਲ ਵੀ ਐਗਜ਼ੈਕਟਲੀ ਹੋਇਆ ਕੀ। ਵਪਾਰਕ ਨੇਸ਼ਨ ਤੋਂ ਪਹਿਲਾਂ ਇੱਕ ਕਾਲਰ ਨੇ ਜੀ, ਗੁਰਖਵਾਲ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 3। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ। ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀਗਾ ਜੀ ਕਿ ਐਜ਼ ਅ ਯੰਗਸਟਰ ਹੈ ਨਾ, ਅਸੀਂ ਦੇਖਦੇ ਹਾਂ ਕਿ ਜੋ ਹੋਇਆ ਓਬਵੀਅਸਲੀ ਚੰਗਾ ਨਹੀਂ ਹੋਇਆ ਹੈ ਨਾ, ਪਰ ਇਹ ਤਾਂ ਏਦਾਂ ਹੀ ਹੈ ਜੀ, ਜਦੋਂ ਜ਼ੁਲਮ ਦੇ ਖਿਲਾਫ ਆਵਾਜ਼ ਚੱਕਦੇ ਹਾਂ ਤਾਂ ਜਿਹੜੇ ਜ਼ੁਲਮੀ ਨੇ ਉਹਨਾਂ ਨੇ ਅੱਗੇ ਜ਼ੁਲਮ ਕਰਨਾ ਹੀ ਕਰਨਾ। ਪਰ ਇੱਕ ਗੱਲ ਹੋਰ ਹੈ, ਚਲੋ ਸੰਤਾਂ ਦੀ ਸ਼ਹਾਦਤ ਨੂੰ, ਸਿੰਘਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਨਾ, ਜਿੰਨਾ ਕਹੀਏ ਉਹਨਾਂ ਨੂੰ ਪ੍ਰਣਾਮ ਹੀ ਪ੍ਰਣਾਮ ਹੈ। ਤੇ ਸਾਨੂੰ ਕੁਛ ਸਿੱਖਣਾ, ਅਸੀਂ ਸਿੱਖਿਆ ਕੀ ਐਜ਼ ਅ ਕੌਮ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ ਨਾ,
ਅੱਜ ਵੀ ਅਸੀਂ ਉਹੀ ਗੱਲਾਂ ਕਰਦੇ ਆ, ਫਿਰ ਪੈਸੇ ਇਕੱਠੇ ਕਰ ਲੈਂਦੇ ਆ ਹਨਾ। ਮੈਂ ਨਹੀਂ ਕਹਿੰਦਾ ਮਾੜੀ ਗੱਲ ਆ, ਚੰਗੀ ਗੱਲ ਆ, ਪਰ ਦੁੱਖ ਮੈਨੂੰ ਇਸ ਗੱਲ ਦਾ ਹੁੰਦਾ ਵੀ ਇੱਕ ਤਾਂ ਦੇਖੋ ਉਸ ਸਮੇਂ ਦੇ ਵਿੱਚ ਪਹਿਲੀ ਗੱਲ ਜਿਹੜੀ ਦਿੱਲੀ ਦੇ ਵਿੱਚ ਲੋਕ ਸੀਗੇ, ਚਲੋ ਉਹਨਾਂ ਨੂੰ ਕਿਹਾ ਵੀ ਗਿਆ ਸੀ ਵੀ ਆਪਣੇ ਕੋਲ ਹਥਿਆਰ ਰੱਖੋ ਹਨਾ, ਪਰ ਚਲੋ ਉਹਨੇ ਨਹੀਂ ਰੱਖੇ, ਉਹਨਾਂ ਕਿਉਂ ਵੀ ਮਜਬੂਰੀ ਸੀਗੀ, ਪਰ ਅਸੀਂ ਲੋਕ ਕਦੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਹੈਗੀ। ਬਹੁਤ ਘੱਟ ਲੋਕ ਅਸੀਂ ਮਦਦ ਕਰਦੇ ਹਾਂ, ਵਿਚਾਰੇ ਰੁਲਦੇ ਆ, ਉਹਨਾਂ ਦੇ ਜਵਾਕ ਰੁਲਦੇ ਆ। ਪਹਿਲੀ ਗੱਲ ਇਹ। ਦੂਜੀ ਗੱਲ ਇਹ, ਅਸੀਂ ਕਿਉਂ ਹਮੇਸ਼ਾ ਇਹ ਸੋਚਦਾ ਕਿ ਹਮੇਸ਼ਾ ਅਸੀਂ ਬਲ ਨਾਲ ਲੜਾਂਗੇ। ਗੁਰੂ ਸਾਹਿਬ ਨੇ ਵੀ ਜਦੋਂ ਯੁੱਧ ਲੜੇ ਆ ਤਾਂ ਦੇਖਿਆ, ਉਹਨਾਂ ਨੇ ਵੇਟ ਕੀਤੀ ਹੈ, ਵੇਟ ਐਂਡ ਵਾਚ, ਕੋਈ ਉਹਨਾਂ ਨੇ ਰਣਨੀਤੀ ਬਣਾਈ ਆ, ਫੇਰ ਲੜੇ ਆ। ਅਸੀਂ ਬਸ ਕਮਲਿਆਂ ਨੂੰ ਜਨਰੇਸ਼ਨ ਇਕੱਠੀ ਕਰ ਲਈ ਦੀ ਆ, ਫਿਰ ਲੜਨ ਲੱਗ ਜਾਂਦੇ। ਦਿਸ ਇਜ਼ ਨਾਟ ਦਾ ਵੇ। ਹੁਣ ਉਹ ਪੁਰਾਣੇ ਸਮੇਂ ਨਹੀਂ ਹੈਗੇ। ਬਾਬਰ ਦੇ ਸਮੇਂ ਸੀਗਾ, ਉਹਨਾਂ ਕੋਲੇ ਕੋਈ ਆਪਣੇ ਕੋਲ ਰਾਹ ਨਹੀਂ ਸੀ, ਆਪਣੇ ਕੋਲੇ ਇੰਨੇ ਰਾਹ ਨੇ, ਇੰਨਾ ਪੈਸਾ ਸਾਡੇ ਕੋਲ ਹੈ। ਮੈਂ ਤੁਹਾਨੂੰ ਵੀ ਰਿਕੁਐਸਟ ਕਰੂੰਗਾ, ਜਿੰਨੀਆਂ ਰੇਡੀਓ ਬ੍ਰੌਡਕਾਸਟ ਆਰਗੇਨਾਈਜੇਸ਼ਨ ਨੇ, ਵੱਡੇ ਵੱਡੇ ਲੋਕ ਨੇ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਪੈਸਾ, ਕਿਉਂ ਨਾ ਅਸੀਂ ਇੱਕ ਇੰਡੀਆ ਦੇ ਵਿੱਚ ਕਾਲਜ ਯੂਨੀਵਰਸਿਟੀ ਬਣਾਈਏ ਸਿੱਖਾਂ ਦੀ, ਈਵਨ ਕਿ ਸਾਰਿਆਂ ਲਈ, ਜਿੱਥੇ ਚੰਗੇ ਸੰਸਕਾਰ ਦਿੱਤੇ ਜਾਣ, ਜਿੱਥੇ IAS IPS ਆਫਿਸਰਸ ਨੂੰ ਟ੍ਰੇਨਿੰਗ ਦਿੱਤੀ ਜਾਵੇ, ਉਹਨਾਂ ਦੇ ਬੇਸਿਕਸ ਇੰਨੇ ਸੋਲਿਡ ਕਰਤੇ ਜਾਣ ਸਿੱਖੀ ਪ੍ਰਤੀ। ਸਿੱਖੀ ਸਾਰਿਆਂ ਦੀ ਸਾਂਝੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਹਿੰਦੂ ਮੁਸਲਮਾਨ ਕੋਈ ਵੀ ਹੋ ਸਕਦਾ, ਪਰ ਸਿੱਖੀ ਦੇ ਜਿਹੜੇ ਬੇਸ ਨੇ, ਬਾਬੇ ਨਾਨਕ ਦੇ ਸਰਬ ਸਾਂਝੀ ਵਾਲਤਾ ਸੰਦੇਸ਼ ਦਿੰਦੇ ਨੇ। ਮੈਂ ਕਹਿੰਦਾ ਖਾਲਿਸਤਾਨ ਬਣਿਆ ਹੀ ਬਣਾਇਆ, ਸਾਰੀ ਦੁਨੀਆ ਹੀ ਖਾਲਿਸਤਾਨ ਬਣ ਜਾਊਗੀ ਜੇ ਅਸੀਂ IAS IPS ਟ੍ਰੇਨ ਕਰੀਏ, ਪ੍ਰੋਪਰ ਸਾਡੀ ਆਰਗੇਨਾਈਜੇਸ਼ਨ ਹੋਵੇ। ਇੰਨਾ ਸਾਡੇ ਕੋਲੇ ਪੈਸਾ ਕਿੱਥੇ ਲੈ ਕੇ ਜਾਣਾ ਅਸੀਂ ਹਨਾ। ਤੇ ਜੇ ਉਹ ਟ੍ਰੇਨ ਹੋ ਕੇ ਅੱਗੇ ਆਉਣਗੇ ਤਾਂ ਜਿਹਦੀ ਜ਼ਰੂਰਤ ਆ ਸਾਨੂੰ ਦਬਾ ਲੂਗਾ ਜਾਂ ਸਾਨੂੰ ਕੁਛ ਕਰ ਲਊਗਾ। ਜੇ ਚੰਗੇ ਬੰਦੇ ਉਹਨਾਂ ਪੋਸਟਾਂ ਤੇ ਹੋਣਗੇ, ਓਬਵੀਅਸਲੀ ਤੁਸੀਂ ਇੱਕ ਜੱਗ 'ਚ ਗੰਦਲਾ ਪਾਣੀ ਭਰਿਆ, ਇੱਕ 'ਚ ਸਾਫ਼ ਆ, ਜੇ ਸਾਫ਼ ਵਾਲਾ ਪਾਣੀ ਤੁਸੀਂ ਵਿੱਚੋਂ ਕੱਢੀ ਜਾਓਗੇ, ਫੋਰ ਐਗਜ਼ਾਮਪਲ ਜਿਵੇਂ ਚੰਗੇ ਬੰਦੇ ਬਾਹਰ ਹੀ ਆਈ ਜਾਂਦੇ, ਸਾਰੇ ਚੰਗੇ ਬਾਹਰ ਵੀ ਨਹੀਂ ਆਉਂਦੇ, ਚਲੋ ਮੈਂ ਇਹ ਵੀ ਗੱਲ ਕਹਿਣਾ, ਚੰਗੇ ਬੰਦੇ ਬਾਹਰ ਹੀ ਜਾਂਦਾ, ਉੱਥੋਂ ਗੰਦਲਾ ਪਾਣੀ ਉੱਥੇ ਜਾਈ ਜਾਂਦਾ। ਅਕਸਰ ਆਪਣੇ ਬੀਬੀਆਂ ਕਹਿੰਦੀਆਂ ਵੀ ਰਾਜਨੀਤੀ ਮਾੜੀ ਆ, ਜਦੋਂ ਤੱਕ ਅਸੀਂ ਰਾਜਨੀਤੀ 'ਚ ਵੜਾਂਗੇ ਨਹੀਂ ਉਹ ਸਾਫ਼ ਕਿੱਦਾਂ ਹੋਊ। ਚੰਗੇ ਬੰਦੇ ਨਿਕਲੀ ਜਾਂਦੇ, ਮਾੜੇ ਆਈ ਜਾਂਦੇ ਨੇ, ਫਿਰ ਤਾਂ ਉਹੀ ਹੈ ਵੀ ਮਾੜੀ ਰਾਜ ਕਰਨਗੇ ਸਾਡੇ ਤੇ, ਰਾਈਟ। ਅਸੀਂ ਕਦੋਂ ਰੀਅਲਾਈਜ਼ ਕਰਾਂਗੇ ਇਹ ਚੀਜ਼ ਹਨਾ। ਮੈਂ ਤਾਂ ਇਹ ਕਹੂੰਗਾ ਵੀ ਰਿਕੁਐਸਟ ਕਰਦਾ ਸਾਰਿਆਂ ਨੂੰ ਵੀ ਕੁਛ ਸੋਚੋ, ਇਸ ਪਾਸੇ ਸੋਚੋ। ਚੰਗੇ ਕਾਲਜ ਖੁੱਲੀ, ਬਹੁਤ ਪੈਸੇ ਭੇਜ ਕੇ ਦੇਖ ਲਏ, ਅਸੀਂ ਕੁਛ ਕਰੀਏ। ਮੇਰੇ ਹਿਸਾਬ ਨਾਲ ਤਾਂ ਜਿਵੇਂ ਨਗਰ ਨਾਲੇ ਪੁੰਨ ਨਾਲੇ ਫਲੀਆਂ ਉਹ ਹਿਸਾਬ ਹੈ, ਤਾਂ ਕੁਛ ਕਰੀਏ ਇਹੋ ਜਿਹਾ। ਸਾਡੀਆਂ ਵੱਡੀਆਂ ਆਰਗੇਨਾਈਜੇਸ਼ਨਾਂ ਜਿਨ੍ਹਾਂ ਕੋਲ ਪੈਸਾ, ਉਹ ਸੋਚਣ। ਇੱਕ ਨਿਮਾਣੀ ਦੀ ਰਿਕੁਐਸਟ ਹੈ ਜੀ, ਪੁਰਾਣੇ ਢੰਗ ਵਿਚਾਰੋ, ਵਿਚਾਰ ਕੇ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ। ਹੁਣ ਤੁਸੀਂ ਫੋਰਸ ਨਾਲ ਨਹੀਂ ਲੜ ਸਕਦੇ, ਵੱਡੇ ਵੱਡੇ ਮੁਲਕ ਵੀ ਫੋਰਸ ਨਾਲ ਲੜਦੇ ਹੈਗੇ, ਸੋ ਪਲੀਜ਼ ਵਿਚਾਰੋ। ਠੀਕ ਹੈ, ਧੰਨਵਾਦ। ਸ਼ਾਹ ਕਸ਼ਮੀਰ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ ਜੀ। ਸਰਦਾਰ ਹਰਜੀਤ ਸਿੰਘ ਜੀ, ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਤੁਹਾਡੇ ਵਿਚਾਰ ਸੁਣਦੇ ਆ ਥੋੜੇ ਚਿਰ ਤੋਂ। ਦੇਖੋ, ਜੂਨ ਦਾ ਮਹੀਨਾ ਜਿਹੜਾ ਹੈਗਾ ਹੈ ਸਿੱਖਾਂ ਵਾਸਤੇ ਇੱਕ ਨਾ ਭੁੱਲਣ ਵਾਲਾ ਮਹੀਨਾ ਹੈਗਾ। ਹਰ ਸਿੱਖ ਦਾ ਨਾਨਕ ਨਾਮ ਲੇਵਾ ਦੇ ਜੀਵਨ ਵਿੱਚ ਇੱਕ ਬਹੁਤ ਔਖੀ ਘੜੀ ਹੈਗੀ ਹੈ। ਇਹਦੇ ਵਿੱਚ ਅਟੈਕ ਤਾਂ ਬਹੁਤ ਹੋਏ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦੇ ਉੱਤੇ, ਪਰ ਜੋ ਕੁਛ ਦੁਸ਼ਮਣਾਂ ਵੱਲੋਂ ਕੀਤੇ ਰਹੇ ਉਹ ਠੀਕ, ਉਹਨਾਂ ਦੇ ਨਾਲ ਸਿੰਘ ਮੁਕਾਬਲੇ ਵੀ ਕਰਦੇ ਰਹੇ। ਸਿੰਘਾਂ ਨੇ ਉਹਨਾਂ ਨੂੰ ਉਹਦੇ ਉਸੇ ਟਾਈਮ ਤੇ ਹੀ ਉਹਨਾਂ ਨੂੰ ਦੱਸਿਆ ਵੀ ਸਿੱਖ ਜਿੰਦੇ ਹੈਗੇ ਆ, ਪਰ ਜਿਨ੍ਹਾਂ ਨੂੰ ਅਸੀਂ ਆਪਣੇ ਭਰਾ ਸਮਝ ਕੇ, ਆਪਣੇ ਦੇਸ਼ ਵਾਲੇ ਵਾਸੀ ਸਮਝ ਕੇ ਉਹਨਾਂ ਨਾਲ ਰਲੇ ਸੀਗੇ, ਜੋ ਕੁਛ ਉਹਨਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ, ਜੋ ਕੁਛ ਉਹਨਾਂ ਵੱਲੋਂ ਉਸ ਕੌਮ ਨਾਲ ਜਿਹਨੇ ਕਿ ਇਹਨਾਂ ਨੂੰ ਇੱਕ ਉਸ ਜੰਜਾਲ ਵਿੱਚੋਂ ਛਡਾਇਆ ਜਿਹਦਾ ਕਿ 1200 ਸਾਲ ਇਹਨਾਂ ਨੇ ਕੱਟਿਆ, ਉਸੇ ਕੌਮ ਦੇ ਨਾਲ ਇਹਨਾਂ ਨੇ ਗਦਾਰੀ ਕੀਤੀ। ਉਹਨਾਂ ਦਾ ਜੋ ਪਵਿੱਤਰ ਸਥਾਨ ਇੱਕ ਢਾਉਣਾ ਸੀ, ਉਹਦੇ ਨਾਲ ਨਾਲ ਸਿੱਖੀ ਦਾ ਜੋ ਜਜ਼ਬਾ ਸੀ ਉਹਨੂੰ ਖਤਮ ਕਰਨ ਲਈ ਹੋਰ ਇਹਨਾਂ ਨੇ ਕਿੰਨੇ ਗੁਰਦੁਆਰਾ ਸਾਹਿਬਾਨ ਵਿੱਚ ਅਟੈਕ ਕੀਤੇ। ਤਾਂ ਸਾਨੂੰ ਇਹ ਦਿਸਣ ਲੱਗ ਪਿਆ ਵੀ ਕੁਛ ਕੌਮ ਦੇ ਉੱਤੇ ਲੀਡਰ ਸਾਹਿਬਾਨ ਜਿਹੜੇ ਆ ਉਹ ਇੱਕ ਬਹੁਤ ਕਹਿ ਲਓ ਤੁਸੀਂ ਆਪਣੇ ਘਰ ਦੇ ਵਾਸਤੇ, ਆਪਣੀ ਗੱਦੀ ਵਾਸਤੇ ਉਹਨਾਂ ਨੇ ਸਿੱਖ ਕੌਮ ਵੇਚ ਦਿੱਤੀ ਉਹਨਾਂ ਲੋਕਾਂ ਨੂੰ ਜਿਹੜੇ ਕਿ ਮੰਗਤੇ ਸੀ, ਜਿਹੜੇ ਕਿ ਦੂਸਰਿਆਂ ਕੋਲੋਂ ਲੈ ਕੇ ਆਪਣੀ ਜਾਨ ਬਚਾਉਂਦੇ ਸੀ। ਸੋ ਹੁਣ ਅਸੀਂ ਅੱਜ ਵੀ ਦੇਖਦੇ ਹੈਗੇ, ਅੱਜ ਤੱਕ ਸਾਨੂੰ ਸਾਡੀ ਲੀਡਰਸ਼ਿਪ ਨੇ ਮਾਰਿਆ। ਤੁਸੀਂ ਦੇਖ ਲਓ ਬਈ ਆਜ਼ਾਦੀ ਲੈਣ ਤੋਂ ਲੈ ਕੇ ਅੱਜ ਤੱਕ ਅਸੀਂ ਉਹਨਾਂ ਗੁਲਾਮ ਹੀ ਉਹਨਾਂ ਦੇ ਥੱਲੇ ਲੱਗੇ ਹਾਂ। ਸਿੱਖ ਕੌਮ ਇੰਨੀ ਸਿਆਣੀ ਹੋ ਚੁੱਕੀ ਆ, ਇੰਨੀ ਜਾਗਰੂਕ ਹੋ ਚੁੱਕੀ ਆ, ਪਰ ਇਹ ਲੀਡਰਸ਼ਿਪ ਤੋਂ ਨਹੀਂ ਜਾਨ ਛੁਡਵਾ ਸਕੀ, ਜਿਨ੍ਹਾਂ ਨੇ ਕਿ ਇੱਕ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਆਪਣੀ ਰਖੇਲ ਘਰ ਦਾ ਇੱਕ 2 ਮੈਂਬਰਾਂ ਦੇ ਥੱਲੇ ਲਾ ਕੇ ਰੱਖ ਦਿੱਤਾ ਆ। ਸੋ ਪਤਾ ਨਹੀਂ ਇਹ ਕਿੰਨਾ ਚਿਰ ਹੋਰ ਇਹ ਜਿਹੜਾ ਅਸੀਂ ਚੱਲਦੇ ਰਹਾਂਗੇ।
ਕਿੱਦਾਂ ਅਸੀਂ ਇਹਨਾਂ ਕੋਲੋਂ ਛੁਟਕਾਰਾ ਕਰਾਵਾਂਗੇ, ਸਿੱਖ ਕੌਮ ਨੂੰ ਕਿੱਦਾਂ ਜਾਗਰੂਕ ਕਰਾਂਗੇ। ਹਾਂ, ਸਾਡੀ ਕੌਮ ਬਹੁਤ ਤਗੜੀ ਹੋ ਚੁੱਕੀ ਆ, ਪੈਸਾ ਬਹੁਤ ਆ, ਪਰ ਦੇਖੋ ਜਿਹੜੇ ਸਿਆਣੇ ਲੋਕ ਆ ਉਹ ਅੱਜ ਆਪਣੇ ਦੇਸ਼ ਵਿੱਚ ਆਪਣੀ ਸਰਕਾਰਾਂ ਕੋਲੋਂ ਕਿੰਨਾ ਪੈਸਾ ਉਹ ਕਰਾਈ ਜਾਂਦੇ ਆ ਜਮਾਂ ਆਪਣੇ ਬੈਂਕਾਂ ਦੇ ਵਿੱਚ, ਤੇ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਆਪਣੀ ਐਜੂਕੇਸ਼ਨ ਦੇਣ ਦੇ ਲਈ ਉਹ ਤੇ ਵਰਤ ਰਹੇ ਆ। ਪਰ ਸਿੱਖ ਜਿਹੜੇ ਆ ਇਹਨਾਂ ਕੋਲ ਜਿੰਨਾ ਮਰਜ਼ੀ ਪੈਸਾ ਆ ਜਾਵੇ, ਇਹ ਆਪਣੇ ਘਰਾਂ ਨੂੰ ਹੀ ਭਰਨ ਵਾਸਤੇ ਉਹਦੇ ਉੱਤੇ ਲੱਗੇ ਹੋਏ ਹੈਗੇ ਆ। ਇਹ ਸਿੱਖਾਂ ਦੀ ਕੋਈ ਐਸੀ ਜਮਾਤ ਨਹੀਂ ਖੜੀ ਕਰਦੇ ਜਿਹਦੇ ਨਾਲ ਕਿ ਸਾਰੀ ਦੁਨੀਆ ਦੇ ਉੱਤੇ ਬੋਲਬਾਲਾ ਹੋਵੇ। ਜਿਵੇਂ ਭਾਈ ਸਾਹਿਬ ਨੇ ਪਿਛਲੇ ਨੇ ਕਿਹਾ ਵੀ ਸਾਡੀਆਂ ਯੂਨੀਵਰਸਿਟੀਆਂ, ਕੋਈ ਹੌਸਪੀਟਲ, ਕੋਈ ਕੁਛ ਇੱਦਾਂ ਦੇ ਅਦਾਰੇ ਖੁੱਲ੍ਹਣੇ ਚਾਹੀਦੇ ਜਿੱਥੋਂ ਲੋਕਾਂ ਨੂੰ ਜਾਗਰੂਕ ਹੋਣ, ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕੋਈ ਵੱਖਰੀ ਕੌਮ, ਸਿੱਖਾਂ ਦੇ ਕੰਮ ਜਿਹੜੇ ਆ ਵੱਖਰੇ ਆ, ਸਿੱਖਾਂ ਦੀ ਅਰਦਾਸ ਵੱਖਰੀ ਆ, ਸਿੱਖਾਂ ਦਾ ਪਹਿਰਾਵਾ ਵੱਖਰਾ, ਇਹਨਾਂ ਦਾ ਖਾਣਾ ਵੱਖਰਾ, ਤਾਂ ਜਾ ਕੇ ਦੁਨੀਆ ਨੂੰ ਪਤਾ ਲੱਗਣਾ। ਪਤਾ ਤਾਂ ਲੱਗਣ ਲੱਗ ਪਿਆ, ਪਰ ਜਿੱਦਾਂ ਚਾਹੀਦਾ ਲੱਗਣਾ, ਛੇਤੀ ਲੱਗਣਾ, ਉਹ ਨਹੀਂ ਅਸੀਂ ਕਰ ਰਹੇ। ਤੁਹਾਡਾ ਵਕਤ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਫਤਿਹ। ਸਰ ਜਸਵੀਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ, ਮੈਂ ਟੂ ਦੀ ਪੁਆਇੰਟ ਹੀ ਗੱਲ ਕਰਾਂਗਾ। ਮੈਨੂੰ ਪਤਾ ਜ਼ਿਆਦੀਆਂ ਲੰਮੀ ਗੱਲ ਨਹੀਂ ਕਰਨੀ ਚਾਹੀਦੀ, ਕਿ ਹੋਰਾਂ ਨੇ ਵੀ ਗੱਲ ਕਰਨੀ ਹੁੰਦੀ ਹੈ। ਦੇਖੋ, ਜਿਹੜਾ ਤੁਸੀਂ ਪੱਤਰਕਾਰ ਸਰਦਾਰ ਸਿੱਧੂ ਸਾਹਿਬ ਲੈ ਕੇ ਆਓ ਨਾ, ਮੈਂ ਇਹਦੀ ਕਿਤਾਬ ਪੜ੍ਹੀ, ਇੱਕ ਵਾਰੀ ਨਹੀਂ ਪੜ੍ਹੀ, 2 ਵਾਰੀ ਪੜ੍ਹੀ, ਤੇ ਮੈਂ ਤੇ ਇਹ ਚੀਜ਼ ਤੇ ਗੱਲ ਤੇ ਪਹੁੰਚਿਆ ਵੀ ਜਿਹੜਾ ਅਸਲੀ ਸੱਚ ਹੈ ਨਾ, ਉਹ ਜੇ ਵੇਖਿਆ ਜਾਏ ਤੇ ਜਿਹੜੇ ਖੱਬੇ ਪੱਖੀ ਨੇ, ਸਾਬਕਾ ਕਾਮਰੇਡ ਨੇ ਨਾ, ਇਹੀ ਲੈ ਕੇ ਆਏ ਨੇ। ਸਚਿਆਰੀਆਂ ਰੂਹਾਂ ਵਾਲੇ ਸਨ। ਜਦੋਂ ਉੱਥੇ ਦਰਬਾਰ ਸਾਹਿਬ 'ਚ ਪਹੁੰਚੇ ਨੇ, ਇਹਨਾਂ ਦੀਆਂ ਰੂਹਾਂ ਨੂੰ ਪਤਾ ਲੱਗ ਗਿਆ ਵੀ ਕੀ ਹੈ, ਕਿਉਂਕਿ ਸਰਦਾਰ ਅਜਮੇਰ ਸਿੰਘ ਹੋਏ, ਰਜਿੰਦਰ ਸਿੰਘ ਰਾਈ ਹੋਏ ਜਾਂ ਸਿੱਧੂ ਸਾਹਿਬ ਹੋਏ, ਸਾਰਿਆਂ ਦੀ ਬੈਕਗਰਾਊਂਡ ਇਸੇ ਤਰ੍ਹਾਂ ਸੀ। ਜਿਵੇਂ ਸਰਦਾਰ ਅਜਮੇਰ ਸਿੰਘ ਕਹਿੰਦੇ ਨੇ ਵੀ 84 ਤੋਂ ਪਹਿਲਾਂ ਮੈਂ ਸੰਤ ਜਰਨੈਲ ਸਿੰਘ ਨੂੰ ਠੀਕ ਨਹੀਂ ਸੀ ਸਮਝਦਾ, ਤੇ ਬਾਅਦ 'ਚ ਜਦੋਂ ਸਚਿਆਰੀਆਂ ਰੂਹਾਂ ਨੂੰ ਪਤਾ ਲੱਗਾ ਤੇ ਉਹ ਸੱਚ ਲੈ ਕੇ ਆ ਰਹੇ ਨੇ। ਤੇ ਬਾਕੀ ਮੇਰਾ ਇਹ ਸਵਾਲ ਹੈ ਕੌਮ ਦੇ ਅੱਗੇ ਵੀ ਜਿਹੜੀ ਭਾਰਤ ਸਰਕਾਰ ਦਾ ਇਸ ਵਕਤ ਭਾਰਤ ਸਰਕਾਰ ਦਾ ਰਵੱਈਆ ਇਹ ਵੀ ਜਿਹੜੇ ਸਿੱਖ ਨੇ ਨਾ 84 ਦਾ ਘੱਲੂਕਾਰਾ ਤੇ ਮਨਾ ਲੈਣ, ਬੇਸ਼ੱਕ ਦੀ ਕਿਉਂ ਰੋਕ ਨਹੀਂ ਸਕਦੀ ਹੁਣ, ਪਰ ਉਹਦੀ ਪੋਜੀਸ਼ਨ ਇਹ ਵੀ ਘੱਲੂਕਾਰਾ ਮਨਾਉਣ, ਸੰਤਾ ਜਰਨੈਲ ਸਿੰਘ ਦਾ ਨਾਮ ਹੀ ਲੈਣ। ਤੇ ਪਰ ਉਹ ਕਹਿੰਦੇ ਜਿਹੜਾ ਸ਼ਹੀਦਾਂ ਦਾ ਮਿਸ਼ਨ ਹੈ ਨਾ, ਏਜੰਡਾ ਜਿਹੜਾ ਬਾਬਾ ਜਰਨੈਲ ਸਿੰਘ ਦਾ, ਉਹਦੇ ਤੇ ਗੱਲ ਨਾ ਕਰਨ। ਉਹ ਏਜੰਡਾ ਬਾਬਾ ਜਰਨੈਲ ਸਿੰਘ ਦਾ ਕੌਮੀ ਘਰ ਖਾਲਿਸਤਾਨ, ਆਪਣਾ ਕੌਮੀ ਘਰ ਬਣਾਉਣ ਵਾਸਤੇ, ਉਹਦੇ ਤੇ ਭਾਰਤ ਸਰਕਾਰ, ਕਿਉਂਕਿ ਉਹਨਾਂ ਉਵੇਂ ਦੇ ਬੰਦੇ ਭਾਏ ਹੋਣੇ, ਜਿਵੇਂ ਬਾਬਾ ਧੂਮਾਂ ਦੀ ਵੀਡੀਓ ਰਿਲੀਜ਼ ਹੋਈ, ਉਹਨਾਂ ਵੀ ਕਿਹਾ ਵੀ ਆ ਜਾਓ ਸ਼ਹੀਦਾਂ ਨੂੰ ਯਾਦ ਕਰੀਏ। ਉੱਥੇ ਕਥਾ ਹੋਣਗੀਆਂ, ਆਪਣੀਆਂ ਢਾਡੀ ਵਾਰਾਂ ਗਾਈਆਂ ਜਾਣਗੀਆਂ, ਮੁੜ ਕੇ ਲੰਗਰ ਛਕਾ ਕੇ ਲੋਕਾਂ ਨੂੰ ਘਰੇ ਪਹੁੰਚਾ ਦਿੱਤਾ ਜਾਏਗਾ। ਮੇਰੀ ਬੇਨਤੀ ਹੈ ਸਮੂਹ ਸਿੱਖਾਂ ਨੂੰ ਵੀ ਜਦੋਂ ਹਫ਼ਤਾ ਮਨਾਉਣਾ ਨਾ, ਤੇ ਜਿਹੜਾ ਸ਼ਹੀਦਾਂ ਦਾ ਏਜੰਡਾ ਨਾ, ਉਹਦੇ ਤੇ ਜ਼ਰੂਰ ਗੱਲ ਕਰਨ ਜੀ। ਮਿਹਰਬਾਨੀ। ਧੰਨਵਾਦ ਜੀ। ਇੱਕ ਹੋਰ ਵੀ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਵੀ ਜਦ ਆਪਾਂ ਇਨ ਜਨਰਲ ਇੱਕ ਪੂਰੀ ਨੇਸ਼ਨ ਨੂੰ ਲਾਈਨ ਅਪ ਕਰਦੇ ਨਾ ਵੀ ਸਿੱਖਾਂ ਤੇ ਜ਼ੁਲਮ ਹਿੰਦੂ ਕੌਮ ਨੇ ਕੀਤਾ, ਉਹਦੇ ਤੇ ਵੀ ਕਰੈਕਸ਼ਨ ਦੀ ਲੋੜ ਹੈ। ਹਿੰਦੂ ਕੌਮ ਰਾਜ ਨਹੀਂ ਕਰਦੀ, ਕੁਛ ਅਲੀਟ ਸਵਰਨ ਜਾਤੀ ਲੋਕ ਨੇ ਜਿਹੜੇ ਉੱਪਰ, ਅਲੀਟ ਵਰਗ ਆ ਜਿਹੜਾ ਲੋਕ। ਪੰਜਾਬ ਦੇ ਵਿੱਚ ਇੱਕ ਦਿਹਾੜੀ ਜੋਤੇ ਜਾਂਦਾ ਖੇਤਾਂ 'ਚ, ਤੇ ਇੱਕ ਬੰਦਾ ਜਿਹਦੇ ਕੋਲ ਜ਼ਮੀਨ ਨਹੀਂ, ਉਹ ਡੱਬਾ ਲੈ ਕੇ ਨੇੜੇ ਰੋਟੀ ਦਾ ਕਿਸੇ ਫੈਕਟਰੀ ਚਲੇ ਜਾਂਦਾ, ਉਹ ਹਿੰਦੂ ਪਰਿਵਾਰ, ਦੂਜਾ ਸਿੱਖ ਪਰਿਵਾਰ 'ਚ, ਉਹ ਵੀ ਨਾਲ ਹੀ ਪਿਸ ਰਹੇ। ਜਦ ਆਪਾਂ ਇਨ ਜਨਰਲ ਕਰਦੇ ਹਾਂ ਵੀ ਜਿਵੇਂ ਹੁਣ ਸਿੱਖ ਕੌਮ ਦੇ ਵਿੱਚੋਂ ਕਿਸੇ ਨੇ ਗਲਤ ਕਰ ਦਿੱਤਾ, ਤੇ ਉਸ ਦਿਨ ਅਸੀਂ ਫਿਰ ਡਿਫੈਂਡ ਕਰਨਾ ਆ ਕੇ ਵੀ ਨਹੀਂ, ਕੌਮ ਨੂੰ ਨਹੀਂ ਤੁਸੀਂ ਕਹਿ ਸਕਦੇ, ਇੱਕ ਬੰਦੇ ਨੇ ਗਲਤ ਕੀਤਾ। ਇਸੇ ਤਰ੍ਹਾਂ ਜਿਹੜਾ ਇਹ ਜੇ ਆਪਾਂ ਕਹੀਏ ਵੀ ਜਿਹੜਾ ਘੱਲੂਘਾਰਾ ਹੋਇਆ ਉਹਦੇ 'ਚ ਹਿੰਦੂ ਕੌਮ ਦਾ ਯੋਗਦਾਨ ਹੈ, ਮੈਂ ਉਹ ਗੱਲ ਮੈਂ ਮੰਨਣਾ ਨਹੀਂ ਚਾਹੁੰਦਾ। ਬਾਕੀ ਕਾਲਰ ਵੀ ਦੱਸ ਸਕਦੇ। ਨਵਜੋਤਪਾਲ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਮੈਂ ਬਿਲਕੁਲ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹੈਗਾ ਵੀ ਜਦੋਂ ਆਪਾਂ ਕਿਸੇ ਇੱਕ ਕੌਮ ਨੂੰ ਸਾਰੀ ਨੂੰ ਦੋਸ਼ੀ ਕਹਾਂਗੇ ਤੇ ਉਹ ਕਦੀ ਵੀ ਨਿਆਂ ਨਹੀਂ ਹੋਊਗਾ। ਜਿਹੜਾ ਸਪੈਸ਼ਲੀ ਜਿਹੜੀ ਪੰਜਾਬ ਵਿੱਚ ਲੜਾਈ ਹੋਈ ਆ, ਉਹਦੇ ਵਿੱਚ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਆ, ਉਹ ਨਹੀਂ ਸਾਡੇ ਭਰਾਵਾਂ ਨੂੰ ਮੁਕਾਬਲੇ, ਨਜਾਇਜ਼ ਮੁਕਾਬਲੇ ਜਿਹੜੇ ਆ ਕਰ ਕਰਕੇ ਉੱਥੇ ਸ਼ਹੀਦ ਕੀਤਾ ਹੈਗਾ। ਈਵਨ ਦਰਬਾਰ ਸਾਹਿਬ ਦੀ ਜਿਹੜਾ ਹਮਲਾ ਕਰਨ ਵਾਲਿਆਂ ਜੋ ਸਿੱਖ ਕਹਾਉਣ ਵਾਲੇ ਸੀ, ਆਪਣੇ ਆਪ ਨੂੰ ਜਿਹੜੇ ਮੋਹਰੇ ਹੋ ਕੇ ਗਏ ਆ, ਇਹ ਗੱਲ ਸਹੀ ਆ। ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਆ ਉਹ ਇਹ ਹੈਗੀ ਆ ਵੀ ਜਿੱਦਾਂ ਆਪਣੇ ਮੈਂ ਭਾਵਨਾਵਾਂ ਨੂੰ ਸਮਝਦਿਆਂ ਹੋਇਆ ਜਿਹੜੇ ਆ ਆਪਣੇ ਭਰਾਵਾਂ ਦੀ ਉਹ ਗੱਲ ਕਹਿਣੀ ਚਾਹੁੰਦਾ ਵੀ ਦੇਖੋ, ਆਪਾਂ ਕਹਿ ਦਈਦਾ ਜੀ ਦੇਖੋ ਇਸ ਨਾਂ ਤੇ ਪੈਸੇ ਇਕੱਠੇ ਕਰ ਲੈਂਦੇ ਆ ਤੇ ਇਹ ਲੁੱਟ ਹੋ ਰਹੀ ਆ,
ਪਰ ਇਸ ਗੱਲ ਨੂੰ ਅਸੀਂ ਉਸ ਵੇਲੇ ਨਹੀਂ ਸਮਝਦੇ ਜਦੋਂ ਅਸੀਂ ਆਮ ਆਦਮੀ ਨੂੰ ਦੇਣਾ ਹੋਵੇ ਜਾਂ ਪੀਪੀ ਪਾਰਟੀ ਨੂੰ ਦੇਣਾ ਹੋਵੇ, ਜਿਹੜਾ ਹਿੰਦੁਸਤਾਨ ਦੀ ਝੋਲੀ ਵਿੱਚ ਬੈਠ ਕੇ ਜਿਹੜਾ ਸਾਡੇ ਤੇ ਇਹ ਉਹੀ ਸਾਡੇ ਤੇ ਤਸ਼ੱਦਦ ਇਹੋ ਜਿਹਾ ਘੱਲੂਘਾਰੇ ਵਰਤਾਉਣ ਲਈ ਉਹ ਤਤਪਰ ਹੈਗੇ ਆ। ਅਸੀਂ ਉਸ ਵੇਲੇ ਇਸ ਗੱਲ ਨੂੰ ਕਦੀ ਨਹੀਂ ਸੋਚਦੇ। ਜਿਹੜਾ ਜਿੱਦਾਂ ਹੁਣ ਜਿਹੜੇ ਸੁਹਿਰਦ ਜਿਹੜੇ ਉਪਰਾਲੇ ਹੈਗੇ ਆ, ਜਦੋਂ ਤੁਸੀਂ ਮੀਡੀਆ ਤੇ ਬੈਠ ਕੇ ਇਸ ਵੇਲੇ ਕਰ ਰਹੇ ਆ, ਇਹੋ ਜਿਹੇ ਉਪਰਾਲਿਆਂ ਦੀ ਬਹੁਤ ਘਾਟ ਹੈਗੀ ਆ। ਤੁਸੀਂ ਇਹ ਗੱਲ ਇੱਥੇ ਕਰ ਰਹੇ ਆ, ਤੁਸੀਂ ਵਧਾਈ ਦੇ ਪਾਤਰ ਆ, ਤੁਹਾਡਾ ਧੰਨਵਾਦ ਆ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਜਦੋਂ ਯੂਨੀਵਰਸਿਟੀਆਂ ਦੀ ਆਪਾਂ ਗੱਲ ਕਰਦੇ ਹਾਂ, ਬਿਲਕੁਲ ਹੋਣੀਆਂ ਚਾਹੀਦੀਆਂ, ਪਰ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਉਹ ਯੂਨੀਵਰਸਿਟੀਆਂ ਜੇ ਉਸ ਰਾਜ ਪ੍ਰਬੰਧ ਥੱਲੇ ਰਹਿ ਕੇ, ਜਿੱਦਾਂ ਇੱਕ ਬਹੁਤ ਸੋਹਣਾ ਅਦਾਰਾ ਆ ਸਾਡੇ ਉੱਥੇ ਸੰਸਥਾ ਬੜੂ ਸਾਹਿਬ, ਉੱਥੇ ਜਿਹੜਾ ਗੁਰਸਿੱਖੀ ਦਾ ਜਿਹੜਾ ਆ ਪਸਾਰਾ ਹੋਣਾ ਸ਼ੁਰੂ ਹੋਇਆ, ਉੱਥੇ ਆਪਣੇ ਗੁਰਸਿੱਖਾਂ ਨੇ ਆਪਣੇ ਬੱਚੇ ਭੇਜੇ, ਪਰ ਉਹਦਾ ਉੱਥੇ ਉਹਨੀ ਭਗਵਾਂਕਰਨ ਕਰ ਦਿੱਤਾ ਆ। ਉੱਥੇ ਇਸ ਵੇਲੇ ਜਿਹੜਾ ਆ ਭਾਰਤ ਮਾਤਾ ਦੀ ਜੈ ਕਹੀ ਜਾ ਰਹੀ ਆ, ਤੇ ਉੱਥੇ ਉਹੀ ਜਿਹੜਾ ਆ ਉਹਨਾਂ ਨੂੰ ਇਹੋ ਪੜ੍ਹਾਇਆ ਜਾ ਰਿਹਾ ਆ ਵੀ ਜਿਹੜਾ ਹਿੰਦੁਸਤਾਨ ਦੇ ਰਾਜ ਨੂੰ ਆਪਾਂ ਵਧਾਉਣਾ ਫੁਲਾਉਣਾ ਹੈਗਾ ਆ, ਤੇ ਜਿਹੜਾ ਗੁਰਸਿੱਖੀ ਤੋਂ ਦੀ ਗੱਲ ਆ ਜਿਹੜੀ ਉਹਨੂੰ ਦੂਰ ਪਰੇ ਕੀਤਾ ਜਾ ਰਿਹਾ। ਸੋ ਇਹ ਗੱਲ ਸੋਚਣ ਦੀ ਸਾਨੂੰ ਲੋੜ ਆ ਵੀ ਜੇ ਅਸੀਂ IPS ਲਈ ਜੇ ਪੜ੍ਹਾਈ ਕਰਾਉਣੀ ਆ ਤਾਂ ਕੀ ਸਾਡੇ ਉਹ ਜਿਹੜੇ ਪੜ੍ਹਾਇਓ ਆ ਉਹਨਾਂ ਨੂੰ ਕੀ ਗਾਹਾਂ ਨੌਕਰੀਆਂ ਵੀ ਦਿੱਤੀਆਂ ਜਾਊਗੀਆਂ। ਉਹ ਜਿਹੜਾ ਰਾਜ ਪ੍ਰਬੰਧ ਆ ਜਿਹੜੇ ਆਲਰੇਡੀ ਜਿੱਦਾਂ ਆਪਣੇ ਸਿੰਘ ਸਾਹਿਬ ਖਾਲਸਾ ਜੀ ਕਹਿ ਕੇ ਗਏ ਸੀ ਕਿ ਜਿਹੜੇ ਸਾਡੇ ਜਿਹੜੇ ਅਫੀਸਰ ਸੀਗੇ ਫੌਜ ਵਿੱਚ ਜਾਂ ਜਿਹੜੇ ਹੋਰ ਅਦਾਰਿਆਂ ਵਿੱਚ ਜਿਹੜੇ ਮੁਖੀ ਸੀਗੇ, ਉਹਨਾਂ ਨੂੰ ਤਾਂ ਦਰਕਨਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹੋ ਜਿਹੜਾ 84 ਵਾਲਾ ਜਿਹੜਾ ਵਰਤਾਰਾ ਹੋਣਾ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਸਾਡੇ ਉੱਥੇ ਕੀ ਹਾਲਾਤ ਹੈਗੇ ਅੱਜ, ਜੇ ਦੂਜਾ ਕਿ ਨਾ ਕਿਸੇ ਗੁਰਸਿੱਖ ਨੂੰ ਸਿੱਖ ਨੂੰ ਜੇ ਮੋਹਰੇ ਲਿਆਂਦਾ ਜਾਂਦਾ ਤਾਂ ਉਹਦੇ ਇਹ ਦੇਖਿਆ ਜਾਂਦਾ ਵੀ ਇਹੋ ਕੀ ਹਿੰਦੁਸਤਾਨ ਦੀ ਗੱਲ ਕਰਦਾ ਆ ਕਿ ਜਿਹੜਾ ਆ ਆਪਣੇ ਸਿੱਖੀ ਸੋਚ ਦੇ ਨਾਲ ਚੱਲ ਰਿਹਾ। ਸੋ ਜੇ ਅਸੀਂ ਸਿੱਖੀ ਸੋਚ ਨਾਲ ਚੱਲਣਾ ਆ, ਬਿਲਕੁਲ ਮੈਂ ਵੀ ਉਹਨਾਂ ਚ ਸੀ ਜਿਹੜਾ ਉਸ ਭਾਰਤ ਦਾ ਇਹ ਸਦਾ ਭਲਾ ਚਾਹੁੰਦਾ ਸੀ। ਅਸੀਂ ਵੀ ਉਸ ਜਨਗਣ ਮਨ ਤੇ ਸਿੱਧੇ ਹੋ ਕੇ ਖੜੀਦਾ ਸੀ। ਅਸੀਂ ਵੀ ਜਦੋਂ ਪਾਕਿਸਤਾਨ ਨਾਲ ਕੋਈ ਗੱਲ ਹੁੰਦੀ ਸੀ ਤਾਂ ਉਹ ਜਦੋਂ ਅੱਖ ਕੱਢਦੇ ਸੀ ਤਾਂ ਅੱਖ ਦਿਖਾਉਂਦੇ ਸੀ ਤਾਂ ਅਸੀਂ ਅੱਖ ਕੱਢਣ ਦੀ ਸੋਚਦੇ ਸੀ। ਪਰ ਗੱਲ ਜਦੋਂ ਸਮਝ ਆਈ ਕਿ ਭਾਈ ਉੱਥੇ ਤਾਂ ਜਿਹੜਾ ਜੇ ਉੱਥੇ ਜਿਹੜਾ ਹੈਗਾ ਜਨਤਾ ਦਲ ਆ ਜਾਂ ਕਾਂਗਰਸ ਹੈਗੀ ਆ, ਕਾਂਗਰਸ ਆ, ਉਹਨਾਂ ਨੇ ਦੇਖ ਲਿਆ ਵੀ ਜਿਹੜਾ ਹੁਣ ਇਹ ਸੰਤ ਬਾਬਾ ਕਰਤਾਰ ਸਿੰਘ ਹੁਣੀ ਜਿਹੜਾ ਐਮਰਜੈਂਸੀ ਵਿੱਚ ਜਿਹੜਾ ਸਪੈਸ਼ਲੀ ਜਿਹੜਾ ਵਿਰੋਧ ਕੀਤਾ ਹੈ ਤਾਂ ਉਸ ਜਿਹੜੀ ਆ ਧਾਰਾ ਨੂੰ ਸੰਤ ਬਾਬਾ ਜਰਨੈਲ ਸਿੰਘ ਉਹਨੀ ਬਰਕਰਾਰ ਰੱਖਿਆ ਹੈਗਾ। ਤੇ ਦੂਸਰੇ ਪਾਸੇ ਜਿਹੜੀ RSS ਦੀ ਤਾਂ ਸੋਚ ਸਜ਼ਾ ਹੀ ਹੋ ਰਹੀ ਸੀ ਵੀ ਇਹਨਾਂ ਨੂੰ ਹਿੰਦੂ ਬਣਾਓ। ਤੇ ਜਦੋਂ ਕਾਂਗਰਸ ਇਸ ਗੱਲ ਨੂੰ ਸਮਝ ਗਏ ਵੀ ਜਿਹੜਾ ਬ੍ਰਾਹਮਣਵਾਦ ਨੂੰ ਜੇ ਅਸੀਂ ਹਿੰਦੂਤਵ ਨੂੰ ਜੇ ਉਭਾਰ ਕੇ ਮਿਨੋਰਟੀਜ਼ ਨੂੰ ਕਤਲ ਕਰਕੇ ਅਸੀਂ ਚੱਲਾਂਗੇ ਤਾਂ ਅਸੀਂ ਰਾਜ ਕਰਾਂਗੇ, ਤਾਂ ਉਹਦਾ ਜਿਹੜਾ ਉਹਨੇ ਫਲ ਭੋਗਿਆ ਵੀ ਹੈਗਾ ਆ। ਅੱਜ ਮੋਦੀ ਸਾਹਿਬ ਵੀ ਭੋਗ ਰਹੇ ਆ। ਇਹ ਮੁੜ ਕੇ ਅਸੀਂ ਉੱਥੇ ਜਾਣਾ ਆ ਵੀ ਉਹੋ ਜਿਹੀ ਉਸੇ ਭਾਰਤ ਦਾ ਅਸੀਂ ਭਲਾ ਚਾਹੀਏ। ਉੱਥੇ ਜਦੋਂ ਮੈਂ ਆਪਣੇ ਮਾਂ-ਬਾਪ ਨਾਲ ਲੜ ਪਊਂਗਾ, ਮੈਂ ਆਪਣੇ ਬਾਪ ਦਾ ਘਰ ਬਣਨ ਨੂੰ ਤਾਂ 1 ਮਿੰਟ ਨਹੀਂ ਲਾਉਂਦਾ। ਤੇ ਜੇ ਸਾਡੇ ਉੱਥੇ ਸਾਰਾ ਸਿੱਖ ਭਾਈਚਾਰਾ ਸਾਰਾ ਪੰਜਾਬ ਆ ਉੱਥੇ ਜਿਹੜਾ ਵੱਸਦਾ ਆ, ਉਹਨਾਂ ਨੂੰ ਭੁੰਨਿਆ ਜਾ ਰਿਹਾ ਤਾਂ ਅਸੀਂ ਕੋਈ ਉਹਦਾ ਜਾਂ ਸਾਨੂੰ ਲਿਹਾਜ਼ ਨਹੀਂ ਹੈਗਾ। ਸੋ ਇਹ ਗੱਲਾਂ ਸੋਚਣ ਦੀਆਂ ਹੈਗੀਆਂ ਆ। ਬਿਲਕੁਲ ਜੇ ਸਾਡੇ ਨਾਲ ਉਹ ਚੰਗੇ ਚੱਲਦੇ ਤਾਂ ਅਸੀਂ ਵੀ ਉਸ ਦੇਸ਼ ਦਾ ਭਲਾ ਚਾਹੁੰਦੇ ਸੀ, ਪਰ ਹੁਣ ਖਾਲਸਾ ਤੋਂ ਬਿਨਾਂ ਸਾਡਾ ਬਚਾਅ ਨਹੀਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ। ਗਿੱਲ ਸਾਹਿਬ ਲਾਈਨ ਨੰਬਰ। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਜਦੋਂ ਤੁਸੀਂ ਘਟਨਾਵਾਂ ਦੀ ਗੱਲ ਕੀਤੀ ਕਿ ਮੈਂ ਉਸ ਤੋਂ ਜ਼ਿਆਦਾ ਗੱਲ ਕਰਦਾ ਵੀ ਦੇਖੋ ਜਿਹੜੇ ਘੱਲੂਘਾਰੇ ਜਾਂ ਇਨਕਲਾਬ ਜਾਂ ਕੁਛ ਵੀ ਆਪਾਂ ਰੱਖ ਲਈਏ, ਇਹ ਕੋਈ ਕੁਛ ਦਿਨਾਂ ਦੀਆਂ ਘਟਨਾਵਾਂ ਨਹੀਂ, ਇਹਨਾਂ ਦੇ ਪਿੱਛੇ ਦਹਾਕਿਆਂ ਜਾਂ ਸਦੀਆਂ ਦਾ ਇਤਿਹਾਸ ਹੁੰਦਾ ਆ। ਹੁਣ ਜਿਹੜੀ ਗੱਲ ਇਹਨਾਂ ਨੇ ਕੀਤੀ ਸੰਦਰਭ ਵਿੱਚ ਮੈਂ ਦੇਖਦਾ ਵੀ ਧਰਮ ਯੁੱਧ ਮੋਰਚਾ ਸ਼ੁਰੂ ਹੋਣ ਤੋਂ ਬਾਅਦ ਅਗਸਤ 1982 ਦੇ ਵਿੱਚ ਜਿਹੜਾ 2 ਸਾਲ ਦਾ ਸਫ਼ਰ ਆ ਨਾ, ਇਸ ਤੋਂ ਪਹਿਲਾਂ ਬਹੁਤ ਲੰਬਾ ਇਤਿਹਾਸ ਆ। ਇੱਕ ਪਾਸੇ ਜਿਹੜੀ ਅਕਾਲੀ ਦਲ ਆ ਉਹ ਸਿੱਖ ਸਿਆਸਤ ਦੀ ਲੜਾਈ ਲੜ ਰਹੀ ਆ, ਆਜ਼ਾਦੀ ਮੰਨ ਲਓ ਸਮਝ ਲਓ ਵੀ 1920 ਦਾ ਬਣਿਆ ਆ ਆਪਣੇ ਅਕਾਲੀ ਦਲ। ਇੱਕ ਪਾਸੇ ਸਿੱਖ ਜਿਹੜੀਆਂ ਸੰਸਥਾਵਾਂ ਮੰਨ ਲਓ ਟਕਸਾਲ ਆ, ਇਹ ਦੂਜੀ ਆਪਣੀ ਧਰਮ ਪ੍ਰਚਾਰ ਦੀ ਆ। ਅਸਲ ਦੇ ਵਿੱਚ ਜਿਹੜਾ ਟਕਰਾਅ ਆ ਨਾ ਤੇਜ਼ ਹੁੰਦਾ ਟਕਸਾਲ ਦੇ ਵਿੱਚ ਨਿਰੰਕਾਰੀਆਂ 'ਚ, ਇਹ 47 ਦੇ ਵਿੱਚ ਉਸੇ ਵੇਲੇ ਸ਼ੁਰੂ ਹੋ ਜਾਂਦਾ। 1947 ਜਦੋਂ ਭਾਰਤ ਦਾ ਜਨਮ ਹੁੰਦਾ, ਉਦੋਂ ਇੱਕ ਬਾਬਾ ਇਹਨਾਂ ਦਾ ਹੁੰਦਾ ਗਾ ਅਵਤਾਰ ਸਿੰਘ, ਉਹਨੇ ਅਵਤਾਰ ਬਾਣੀ ਨਾਮ ਦਾ ਗ੍ਰੰਥ ਲਿਖਿਆ ਸੀਗਾ। ਉਹ ਗ੍ਰੰਥ ਨੂੰ ਪਹਿਲਾਂ ਲਾਗੂ ਕਰਨ ਲਈ ਬਹੁਤ ਇਹਨਾਂ ਨੇ ਸੰਘਰਸ਼ ਕੀਤਾ, ਫਿਰ ਮੁੜ ਕੇ 1965 'ਚ ਦੁਬਾਰਾ ਲਾਗੂ ਕੀਤਾ। ਪਹਿਲਾਂ ਉਦੋਂ ਵੀ ਕਾਫੀ ਜਾਣੀ ਇੰਡੀਅਨ ਸਟੇਟ ਨੇ ਜਿੰਨੇ ਵੀ ਜਨਸੰਘੀ ਜਾਂ ਸੈਕੂਲਰ ਜਿੰਨੇ ਵੀ ਇਹਨਾਂ ਕਾਂਗਰਸ ਸਾਰੇ ਉਹਦੇ ਮਗਰ ਖੜੇ ਹੁੰਦੇ ਸੀਗੇ। ਤੇ ਈਵਨ 72-73 ਦੇ ਵਿੱਚ ਜਦੋਂ ਜਰਨੈਲ ਸਿੰਘ ਦੀ ਸਰਕਾਰ ਦੂਜੀ ਸਾਰੀ ਆਪਣੇ ਜਿਹੜੇ ਰਾਸ਼ਟਰਪਤੀ ਸੀਗੇ ਆਪਣੇ ਗਿਆਨੀ ਜੈਲ ਸਿੰਘ, ਉਹਨਾਂ ਦੀ ਸਰਕਾਰ ਸੀਗੀ, ਉਦੋਂ ਵੀ ਇਹਨਾਂ ਦੇ ਪਾਬੰਦੀ ਲਾਉਣ ਦੇ ਬਹੁਤ ਕੁਛ ਕੋਸ਼ਿਸ਼ ਕੀਤੀ ਗਈ। ਹੁਸ਼ਿਆਰਪੁਰ ਦੇ ਵਿੱਚ ਫਿਰ ਇਹਨਾਂ ਨੇ ਮਹਿਤੇ ਚੌਂਕ ਦੇ ਆ ਕੇ ਇਹਨਾਂ ਦੇ ਕੋਲ ਬਹੁਤ ਵੱਡੇ ਜਾਣੀ
ਕੀਤੇ ਜਿਹਦੇ ਪਿੱਛੇ ਸਾਰੀ ਸਟੇਟ ਖੜੀ ਸੀਗੀ ਤੇ ਸਿੱਖਾਂ ਨੂੰ ਬਹੁਤ ਜਾਣੀ ਚੜਾਇਆ ਧਰਮ ਪ੍ਰਚਾਰ ਦੇ ਮੌਕੇ ਤੇ। ਚਲੋ ਸਾਮਹਾਓ ਜੀ ਲੜਾਈ ਲੜਦੇ ਲੜਦੇ ਕਹਾਂ ਚਲੇ ਗਈ, ਕਿਉਂਕਿ 78 ਦਾ ਸਾਕਾ ਵੀ ਇਹਦੇ ਵਿੱਚੋਂ ਨਿਕਲਿਆ ਗਾਹਾਂ, ਕਿਉਂਕਿ ਉਹ ਜਿਹੜੀ ਜਿੱਦਾਂ ਅੱਜ ਆਪਾਂ ਦੇਖਦੇ ਘਟਨਾਵਾਂ ਨੂੰ, ਕੋਈ ਆਸ਼ੂਤੋਸ਼ ਵਾਲਾ ਜਾਂ ਕੋਈ ਭਨਿਆਰੇ ਵਾਲਾ ਆ ਜਾਂ ਉਹ ਆਪਣੇ ਨੂਰ ਦੂਜੇ ਆਪਣੇ ਸਿਰਸੇ ਵਾਲੇ ਆ, ਇਹ ਘਟਨਾਵਾਂ ਉਦੋਂ ਵੀ ਲਗਾਤਾਰ ਇੱਦਾਂ ਚੱਲਦੀਆਂ ਰਹੀਆਂ ਗੀਆਂ। ਹੁਣ ਉਧਰੋਂ ਅਕਾਲੀ ਦਲ ਦਾ ਫੇਲੀਅਰ ਚੱਲਿਆ ਆਉਂਦਾ ਹੈਗਾ, ਲਗਾਤਾਰ ਕੋਸ਼ਿਸ਼ਾਂ ਵੀ ਕਰਦੇ ਰਹੇ, ਲੀਡਰਸ਼ਿਪ ਧੋਖਾ ਦਿੰਦੀ ਗਈ, ਪੰਥਕ ਜਿਹੜੇ ਸਿਆਸਤ ਸੀਗੀ ਉਹ ਨਾਲ ਖੜਦੀ ਰਹੀ। ਕਰਦਿਆਂ ਕਰਾਉਂਦਿਆਂ ਮੰਨ ਲਓ ਧਰਮ ਯੁੱਧ ਮੋਰਚੇ ਤੱਕ ਪਹਿਲਾਂ ਸਿਆਸਤ ਤੇ ਧਰਮ ਅਲੱਗ-ਅਲੱਗ ਆਪਣਾ ਰੋਲ ਨਿਭਾ ਰਹੇ ਸੀਗੇ, ਪਰ ਐਂਡ ਤੇ ਆ ਕੇ ਜਦੋਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਵੇਲੇ ਸੰਤਾਂ ਨੇ ਫਿਰ ਸੰਤ ਤੇ ਸਿਪਾਹੀ ਦੇ ਰੂਪ ਵਿੱਚ ਸਾਰੇ ਮੋਰਚੇ ਨੂੰ ਸੰਭਾਲਿਆ। ਉਸੇ ਵੇਲੇ ਤੁਸੀਂ ਯਾਦ ਹੋਊਗਾ ਕਈਆਂ ਨੂੰ 1982 ਦੇ ਵਿੱਚ ਏਸ਼ੀਅਨ ਗੇਮਾਂ ਹੋਈਆਂ ਸੀਗੀਆਂ ਦਿੱਲੀ ਦੇ ਵਿੱਚ, ਸਿੱਖਾਂ ਨੂੰ ਟੋਟਲੀ ਬੈਨ ਕਰ ਦਿੱਤਾ ਗਿਆ ਸੀਗਾ ਕਿਉਂਕਿ ਆਪਣਾ ਪੱਖ ਦੁਨੀਆ ਨੂੰ ਦੱਸਣਾ ਚਾਹੁੰਦੇ ਸੀਗੇ। ਹਰਿਆਣੇ 'ਚ ਭਜਨ ਲਾਲ ਦੀ ਸਰਕਾਰ ਸੀਗੇ, ਸਿੱਖਾਂ ਨੂੰ ਬੇਇੱਜ਼ਤ ਕੀਤਾ ਗਿਆ, ਬੱਸਾਂ 'ਚੋਂ ਕੱਢ ਕੇ ਔਰਤਾਂ ਨੂੰ ਜਿਹੜਾ ਦਾ ਕੋਈ ਕਸੂਰ ਵੀ ਨਹੀਂ ਸੀਗਾ ਉਹਨਾਂ ਨੂੰ ਵੀ ਟੋਟਲੀ ਬੈਨ ਕਰ ਦਿੱਤਾ ਗਿਆ ਵੀ ਤੁਸੀਂ ਦਿੱਲੀ ਤੱਕ ਪਹੁੰਚ ਨਹੀਂ ਸਕਦੇ। ਤੇ ਪੂਰੇ ਉਦੋਂ ਬਹੁਤ ਵੱਡੀ ਮੰਨ ਲਓ ਉਦੋਂ ਲੌਂਗੋਵਾਲ ਡਿਕਟੇਟਰ ਸੀਗਾ ਧਰਮ ਯੁੱਧ ਮੋਰਚੇ ਦਾ ਜਿਹੜਾ ਸਿਆਸੀ ਦਾ, ਤੇ ਸੰਤ ਇੱਧਰ ਬੈਠੇ ਸੀਗੇ ਤੇ ਉਦੋਂ ਸਾਰੇ ਜਿੰਨੇ ਸਾਬਕਾ ਆਪਣੇ ਸੀਗੇ ਫੌਜੀ ਅਫਸਰ ਸਾਰੇ ਇਸ ਰੋਕ ਦੇ ਵਿੱਚੋਂ ਇਕੱਠੇ ਵੀ ਹੋਏ ਸੀਗੇ ਵੀ ਅਸੀਂ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ। ਮੇਰਾ ਕਹਿਣ ਤੋਂ ਭਾਵ ਇਹ ਫਿਰ 2 ਸਾਲ ਦਾ ਸਮਾਂ ਰੱਖ ਕੇ ਵੀ ਧਰਮ ਯੁੱਧ ਮੋਰਚੇ ਦਾ ਆਪਾਂ ਕਹਿ ਦਿੰਦੇ ਹਾਂ ਵੀ ਸੰਤ ਬਾਹਰ ਆ ਜਾਂਦੇ, ਇੱਦਾਂ ਕਰਦੇ, ਬੜੀ ਸ਼ਾਂਤਮਈ ਢੰਗ ਨਾਲ ਜਾ ਕੇ ਜਦੋਂ ਐਨ ਪੂਰੇ ਜਲਾਅ ਦੇ ਵਿੱਚ ਜਦੋਂ ਆਖਰੀ ਕੋਈ ਨਹੀਂ ਢੰਗ ਰਿਹਾ ਵੀ ਫਿਰ ਉਹੀ ਸੰਤਾਂ ਨੇ ਜੋ ਸਾਡੇ ਅਕਾਲ ਤਖਤ ਸਾਹਿਬ ਦਾ ਇਹ ਮੈਂ ਨਿੱਜੀ ਤੌਰ ਤੇ ਮੰਨਣਾ ਵੀ ਜਿਹੜੀ ਲੜਾਈ ਜਿੱਥੋਂ ਲੜੀ ਜਾਣੀ ਚਾਹੀਦੀ ਸੀ ਉੱਥੋਂ ਲੜੀ ਗਈ ਆ। ਜੇ ਉੱਥੋਂ ਨਾ ਲੜੀ ਜਾਂਦੀ ਫਿਰ ਸਾਡੇ ਲਈ ਗਲਤ ਹੁੰਦਾ ਜੇ ਸਾਡੇ ਕੋਈ ਬੇਸਮਝ ਲੋਕ ਕਹਿ ਦਿੰਦੇ ਬਾਹਰ ਆ ਜਾਂਦੇ, ਕਿਉਂਕਿ ਸਾਡੇ ਗੁਰਦੁਆਰਾ ਸਾਹਿਬ ਕੋਈ ਧਾਰਮਿਕ ਸਥਾਨ ਨਹੀਂ ਕੇਵਲ ਹੈਗੇ, ਸਾਡੇ ਉਹ ਮੰਨ ਲਓ ਸਾਡੇ ਕਿਲੇ ਵੀ ਆ ਸਾਡੇ ਜੰਗ ਦੇ, ਤੇ ਸਾਡੇ ਉਹ ਕਹਿਣ ਤੋਂ ਬਾਅਦ ਸਾਡੀਆਂ ਸਰਾਵਾਂ ਵੀ ਆ, ਸਾਡੇ ਸੰਸਾਰਕ ਸਾਰੇ ਕੰਮਾਂ ਲਈ ਵੀ ਉਹ ਸਾਡੀ ਐਜੂਕੇਸ਼ਨ ਦਾ ਪ੍ਰਬੰਧ ਆ। ਤੇ ਮੇਰੇ ਖਿਆਲ ਦੇ ਨਾਲ ਸਾਨੂੰ ਜਿੰਨਾ ਚਿਰ ਸਾਡੇ ਪਾਤਸ਼ਾਹੀ ਦਾਅਵੇ ਦਾ ਸੋਵਰਨਟੀ ਦਾ ਇਸ ਘੱਲੂ ਘਾਰੇ ਵਿੱਚ ਹੀ ਪਤਾ ਲੱਗਾ, ਦੁਨਿਆਵੀ ਪੜ੍ਹਾਈਆਂ ਪੜ੍ਹ ਕੇ ਅਸੀਂ ਬੇਸ਼ੱਕ ਜਗਮੀਤ ਸਿੰਘ ਜਾਂ ਸੱਜਣ ਸਿੰਘ ਜਾਂ ਮਨਮੋਹਨ ਸਿੰਘ ਜਿੱਡੀ ਮਰਜ਼ੀ ਕੁਰਸੀ ਤੇ ਪਹੁੰਚ ਜਾਈਏ, ਜਿੰਨਾ ਚਿਰ ਸਾਨੂੰ ਪਾਤਸ਼ਾਹੀ ਦਾਅਵੇ ਦਾ ਨਹੀਂ ਪਤਾ ਨਾ, ਮੈਨੂੰ ਲੱਗਦਾ ਉਹਨਾਂ ਚਿਰ ਨਹੀਂ ਤੁਹਾਨੂੰ ਉਹਨਾਂ ਸੰਸਥਾਵਾਂ ਦੇ ਵਿੱਚੋਂ ਸਾਡੇ ਇਤਿਹਾਸ ਦੇ ਵਿੱਚੋਂ ਪਾਤਸ਼ਾਹੀ ਦਾਅਵੇ ਦਾ ਪਤਾ ਲੱਗਣਾ। ਫਿਰ ਆਪਾਂ ਨੂੰ ਸਮਝ ਆਉਣੀ ਵੀ ਕਿਉਂ ਵਰਤਾਰਾ ਵਰਤਦਾ, ਇਹ ਇੱਕ ਸਟੇਟ ਦੇ ਨਾਲ ਮਸਲਾ ਨਹੀਂ, ਇਹ ਪੂਰੀ ਸਮੁੱਚਤਾ ਜਿਹੜਾ ਸੰਸਾਰ 'ਚ ਇੱਕ ਵਿਫਰ ਸੰਸਕਾਰ ਆ ਉਹਨਾਂ ਦੇ ਵਿਰੁੱਧ ਕਿਵੇਂ ਸਿੱਖ ਨੇ ਸੋਵਰਨ ਹੋ ਕੇ ਲੜਾਈ ਲੜਨੀ, ਉਹ ਮਸਲਾ ਆ। ਜੇ ਉਸ ਤਰੀਕੇ ਨਾਲ ਸਮਝਾਂਗੇ ਮੇਰੇ ਖਿਆਲ ਨਾਲ ਵਧੀਆ ਸਮਝ ਆਊਗਾ। ਧੰਨਵਾਦ ਜੀ। ਧੰਨਵਾਦ ਜੀ। ਪੁਸ਼ਪਿੰਦਰ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਮੈਂ ਸਵਾਲ ਤਾਂ ਇਹ ਸਿੱਧੂ ਸਾਹਿਬ ਨੂੰ ਕਰਨਾ ਸੀ ਪਰ ਉਹ ਸ਼ਾਇਦ ਹੁਣ ਚਲੇ ਗਿਆ, ਪਰ ਬਹੁਤ ਇੰਪੋਰਟੈਂਟ ਇੱਕ ਫੈਕਟ ਸ਼ੇਅਰ ਕਰਨਾ ਚਾਹਣਾ ਵੀ 2007-08 ਦੇ ਕਰੀਬ ਕੋਈ ਵਿਅਕਤੀ ਮਨਜੀਤ ਸਿੰਘ ਕਲਕੱਤਾ ਨੂੰ ਮਿਲਿਆ, ਮੈਂ ਨਾਂ ਨਹੀਂ ਲੈਣਾ, ਮੈਂ ਉਹਨਾਂ ਦੇ ਨਾਲ ਸੀ। ਉਸ ਵਕਤ ਮਨਜੀਤ ਸਿੰਘ ਕਲਕੱਤੇ ਨੇ ਇੱਕ ਗੱਲ ਸ਼ੇਅਰ ਕੀਤੀ, ਉਹ ਕਹਿੰਦਾ ਵੀ ਜਦੋਂ ਇਹ ਯੁੱਧ ਹੋ ਹਟਿਆ ਇੱਕ ਬੰਦਾ ਮੇਰੇ ਕੋਲ ਆਇਆ ਜਿਹੜਾ ਲੰਗ ਮਾਰ ਕੇ ਬੜਾ ਵਿਚਰਦਾ ਰਿਹਾ ਸਾਡੇ ਲੀਡਰਸ਼ਿਪ ਦੇ ਵਿੱਚ, ਅੱਜ ਕੱਲ੍ਹ ਬਾਦਲਾਂ ਨਾਲ, ਉਹ ਕਹਿੰਦੇ ਮੇਰੇ ਕੋਲ ਆਇਆ, ਉਹਨੂੰ ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਭਾਈ ਤੂੰ ਬਚ ਗਿਆ ਵੀ ਕਿਵੇਂ ਆ, ਕੀ ਹੋਇਆ? ਕਹਿੰਦੇ ਉਹ ਮੈਨੂੰ ਕਹਿੰਦਾ ਵੀ ਸੰਤ ਝੜਦੀ ਗਲਾ 'ਚ ਨੇ ਤੇ ਭਾਈ ਅਮਰੀਕ ਸਿੰਘ ਬਹੁਤ ਸੀਰੀਅਸ ਹੈ ਪਰ ਉਹਨੇ ਦੁੱਧ ਛਕ ਲਿਆ ਪਰਸੋਂ। ਕਹਿੰਦੇ ਸਾਡੇ ਲਈ ਉਸ ਵਕਤ ਆਉਂਦੀ ਹਰ ਖਬਰ ਸੱਚ ਹੀ ਸੀ ਅੰਦਰਲੇ ਬੰਦੇ ਤੋਂ, ਕਿਉਂਕਿ ਸਾਡੇ ਕੋਲ ਵੈਰੀਫਾਈ ਕਰਨ ਦਾ ਕੋਈ ਸਿਸਟਮ ਨਹੀਂ ਸੀ। ਫਿਰ ਕਹਿੰਦੇ ਮੈਂ ਉਸ ਬੰਦੇ ਨੂੰ ਜਦੋਂ ਤੋਰਨ ਲੱਗੇ ਮੈਂ ਉਹਨੂੰ ਕਿਹਾ ਵੀ ਤੂੰ ਆਸੇ ਪਾਸੇ ਹੋ ਜਾ, ਕਿਉਂਕਿ ਸਾਰੇ ਕਿਤੇ ਕਹਿੰਦੇ ਸਾਡੇ ਤੇ ਨਿਗਾਹ ਹੈ ਸੀ ਸਰਕਾਰਾਂ ਦੀ। ਕਹਿੰਦੇ ਮੈਂ ਆਪਦੇ ਭਰਾ ਨੂੰ ਕਿਹਾ ਵੀ ਇਹਦੀ ਹੈਲਪ ਕਰਦੇ, ਮੇਰੇ ਭਰਾ ਨੇ ਕਹਿੰਦਾ ਉਹਨੂੰ 150 ਰੁਪਇਆ ਦਿੱਤਾ ਵੀ ਚੱਲ ਭਗੌੜਾ ਬੰਦਾ ਕਿੱਥੇ ਲੁਕਦਾ ਫਿਰੂਗਾ, ਲੋੜ ਆ ਪੈਸੇ ਦੀ। ਮਤਲਬ ਉਹ ਗੱਲ ਮੈਂ ਸੁਣੀ, ਮੈਨੂੰ ਨਹੀਂ ਦੱਸੀ ਕਿ ਮੈਂ ਨਾਲ ਸੀ ਇਸ ਕਰਕੇ ਮੈਂ ਸੁਣੀ, ਪਰ ਮੈਂ ਇਹ ਸੋਚਦਾ ਵੀ ਕਿੱਥੇ ਕਿੱਥੇ ਕੌਣ ਕੌਣ ਬੈਠਾ ਕੀ ਬੋਲਦਾ ਰਿਹਾ। ਅਸੀਂ ਅਕਸਰ ਵੱਡੇ ਲੈਵਲ ਤੇ ਕੀਤਾ ਕਿ ਫਲਾਣਾ ਗਦਾਰ ਹੋ ਗਿਆ ਜੀ, ਫਲਾਣੇ ਨੇ ਮੀਟਿੰਗ ਕਰ ਲਈ। ਹੁਣ ਜਿਹੜੀ ਲੀਡਰਸ਼ਿਪ ਸੀ ਉਹਨਾਂ ਨਾਲ ਤਾਂ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਜਿਹੜਾ ਕੁਛ ਚੱਲਿਆ ਇਹ ਸਾਡੇ ਕਿਸੇ ਵੀ ਲੀਡਰ ਨੇ ਪਬਲਿਕਲੀ ਕਦੇ ਲਿਖਿਆ ਹੀ ਨਹੀਂ ਹੈਗਾ, ਸੀਨਿਆਂ 'ਚ ਹੀ ਲੈ ਗਏ। ਜੇ ਕਿਸੇ ਨੇ ਕਿਤੇ ਸੁਣ ਕੇ ਕੱਢਤੀ। ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੁੰਦਾ ਕਿ ਜਿਹੜੇ ਲੋਕ ਮੂਹਰੇ ਸੀ, ਜਿਨ੍ਹਾਂ ਨੇ ਸਭ ਕੁਛ ਅੱਖੀਂ ਦੇਖਿਆ, ਉਹਨਾਂ ਨੇ ਸੱਚ ਬਹੁਤ ਘੱਟ ਬੋਲਿਆ। ਪਤਾ ਨਹੀਂ ਕੌਮ ਕਰਕੇ, ਪਤਾ ਨਹੀਂ ਉਹ ਖਰੌਰਾ ਨਹੀਂ ਪਾਉਣਾ ਚਾਹੁੰਦੇ ਸੀ, ਤੇ ਜਿਨ੍ਹਾਂ ਨੇ ਕੁਛ ਵੀ ਨਹੀਂ ਦੇਖਿਆ ਉਹਨਾਂ ਨੇ ਸਾਰਾ ਕੁਛ ਹੀ ਅੱਖੋਂ ਡੱਠਾ ਬਣਾ ਕਿਤਾਬਾਂ ਲਿਖਤੀਆਂ। ਵੀ ਇਹ ਸਮਝ ਨਹੀਂ ਆਉਂਦੀ ਵੀ ਇਹ ਉਸ ਵਕਤ ਜੋ ਵਰਤਾਰਾ ਹੋਇਆ ਇਹਨੂੰ ਕਿਸੇ ਨੇ ਦੱਸਿਆ ਕਿਉਂ ਨਹੀਂ। ਧੰਨਵਾਦ ਜੀ। ਧੰਨਵਾਦ ਜੀ। ਮੈਂ ਗੱਲਬਾਤ ਕਰਦਾ ਅਗਲੇ ਸਟੇਜ। ਧਾਲੀਵਾਲ ਸਾਹਿਬ ਜੀ ਲਾਈਨ ਨੰਬਰ 3 ਤੇ ਹੋ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਹਰਜੀਤ ਸਿੰਘ ਗਿੱਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਆ ਜੀ, ਜਿਹੜਾ ਘੱਲੂ ਘਾਰੇ ਦਾ ਪ੍ਰੋਗਰਾਮ ਤੁਸੀਂ ਲਿਆਂਦਾ, ਹਰੇਕ ਸਾਲ ਲਿਆਉਂਦੇ ਆ। ਇਹਦੇ ਜਾਗਰਤ ਬਹੁਤ ਆਉਂਦੀ ਆ ਤੇ ਪੜਤਾਂ ਬਹੁਤ ਖੁੱਲਦੀਆਂ।
ਜਿਹੜੀਆਂ ਗੱਲਾਂ ਦਾ ਪਤਾ ਹੀ ਨਹੀਂ ਸੀ ਉਸ ਟਾਈਮ ਅਸੀਂ ਸਾਰਾ ਕੁਝ ਦੇਖਿਆ, ਉਹ ਗੱਲਾਂ ਅੱਜ ਪੂਰੇ ਚਾਨਣ ਹੁੰਦਾ ਦੁਨੀਆ ਨੂੰ। ਦੂਜੀ ਗੱਲ ਇਹ ਹੈ ਜੀ, ਜਿਹੜੇ ਹੁਣ ਬੰਦੇ ਕਹਿੰਦੇ ਆ ਵੀ ਬਾਹਰ ਆ ਜਾਂਦੇ ਸੰਤ, ਉਹ ਸੰਤਾਂ ਤਾਂ ਕਹਿੰਦੇ ਬਾਹਰ ਆ ਜਾਂਦੇ, ਦੂਜੇ ਪਾਸੇ ਵਾਲਿਆਂ ਨੂੰ ਨਹੀਂ ਕਹਿੰਦੇ ਵੀ ਸੰਜਮ ਤੋਂ ਕੰਮ ਲੈਂਦੇ। ਬਹੁਤ ਤਰੀਕੇ ਸੀਗੇ ਇਸ ਤਰ੍ਹਾਂ। ਹੁਣ ਕਈ ਬੱਚੇ ਉਦੋਂ ਜਨਮ ਨਹੀਂ ਸੀ ਹੋਇਆ, ਉਹ ਕਹਿੰਦੇ ਜੀ ਹਥਿਆਰ ਲੈ ਕੇ ਕਿਉਂ ਅੰਦਰ ਗਏ। ਉਹਨਾਂ ਨੂੰ ਇਹ ਵੀ ਨਹੀਂ ਪਤਾ। ਉਹਨਾਂ ਨੂੰ ਹੁਣ ਜਦੋਂ ਤੁਸੀਂ ਲਿਆਉਣੇ ਆ ਬੁੱਧੀਜੀਵ ਗਏ, ਉੱਥੋਂ ਪਤਾ ਲੱਗਦਾ ਵੀ ਕਿਉਂ ਹਥਿਆਰ ਲੈ ਕੇ ਗਏ। ਬਾਕੀ ਮੈਂ ਇਹ ਗੱਲ ਕਰਦਾ ਵੀ ਹੁਣ 35 ਸਾਲ ਹੋ ਗਏ, 35 ਸਾਲ ਥੋੜੇ ਨਹੀਂ ਹੁੰਦੇ ਜੀ। ਆਪਣੇ ਲੀਡਰ ਅੱਜ ਵੀ ਨਹੀਂ ਸਮਝੇ, ਸਿੱਖ ਕੌਮ ਦੇ ਜਿਹੜੇ ਚੱਲ ਬਾਦਲ ਦੇ ਵਿਰੁੱਧ ਆ ਉਹ ਜਮੇ ਨਹੀਂ ਸਮਝੇ। ਹੁਣ ਦੋ ਕਿੰਨੇ ਇਕੱਠ ਹੋਏ, ਜੱਬੇ ਹੋਇਆ, ਫਿਰ ਬਗਰਾੜੀ ਇਕੱਠ ਹੋਇਆ, ਤੇ ਨੌਜਵਾਨ ਤਾਂ ਹਜੇ ਵੀ ਉਹ ਪੂਰਾ ਇਕੱਠ ਕਰਦੇ ਆ। ਹੁਣ ਉਦੋਂ ਬਾਅਦ ਕਿਸੇ ਨੇ ਬਗਰਾੜੀ ਦਾ ਨਾਮ ਨਹੀਂ ਲਿਆ ਵੀ ਕੀ ਹੋਇਆ ਉੱਥੇ। ਇਹ ਲੀਡਰਾਂ ਨੂੰ ਏਕਾ ਕਰਨਾ ਚਾਹੀਦਾ ਤੇ ਸਵਾਕ ਹੋਣਾ ਚਾਹੀਦਾ, ਤਾਂ ਕੁਛ ਹੋਊਗਾ। ਕੱਲੇ ਕੱਲੇ ਦਾ ਕੁਛ ਨਹੀਂ ਹੋਣਾ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਚਲੋ ਆਖਰੀ ਕਾਲਰ ਸਰਜੀਤ ਸਿੰਘ ਜੀ। ਜੀ ਗੁਰਫਤਿਹ ਜੀ। ਗਿੱਲ ਸਾਹਿਬ ਜੀ, ਜੋ ਕੁਛ ਇਹਨਾਂ ਨੇ ਆਪਣੇ ਨਾਲ ਕੀਤਾ ਜੀ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਪਰ ਇਹਨਾਂ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਵੀ ਅਗਰ ਨਾ ਹੋਤੇ ਗੋਬਿੰਦ ਸਿੰਘ ਤਾਂ ਸੁਣਤ ਹੋਤੀ ਸਭ ਕੀ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਜਿੱਦਾਂ ਜੀ ਬਾਲ ਠਾਕਰੇ ਹੋਣੀ ਆ, ਸਾਰੇ ਕੁਛ ਇਹਨਾਂ ਦਾ ਜਿਹੜੇ ਚਿੱਟਾ ਬਾਣਾ ਹੈ ਇਹ ਹਰਾ ਹੋਣਾ ਸੀਗਾ ਜੀ, ਤੇ ਇਹਨਾਂ ਦਾ ਬਾਲ ਠਾਕਰੇ ਨਹੀਂ ਸੀ ਨਾ ਹੋਣਾ, ਇਹਨਾਂ ਦਾ ਆਲਮੂਲਮ ਨਾ ਹੋਣਾ ਸੀ ਇਸ ਟਾਈਮ। ਧੰਨਵਾਦ ਜੀ। ਆਪਣੇ ਜੀ ਮੈਂ ਇੱਕ ਸ਼ੇਰ ਹੀ ਕਵੀਸ਼ਰੀ ਦਾ ਬੋਲਣਾ ਜੀ। ਬੋਲ ਦਿਓ ਜੀ, ਛੇਤੀ ਬੋਲ ਦਿਓ। ਦੇਸ਼ ਵਾਸੀਓ ਮਿੱਤਰੋ ਮਿਹਰਬਾਨੋ, ਹਿੰਦ ਧਰਮ ਬਚਾਇਆ ਤਾਂ ਖਾਲਸੇ ਨੇ, ਕਾਲੀ ਤਵੀ ਵਰਗੇ ਇਹਨਾਂ ਦੇ ਚਿਹਰਿਆਂ ਨੂੰ ਉਹ ਸੂਹਾ ਰੰਗ ਚੜਾਇਆ ਤਾਂ ਖਾਲਸੇ ਨੇ। ਇਹਨਾਂ ਦੇ ਬੋਏ ਇਤਿਹਾਸ ਦੇ ਪੰਨਿਆਂ ਨੂੰ ਜਿਉਣੀ ਜੋਕੇ ਬਣਾਇਆ ਤਾਂ ਖਾਲਸੇ ਨੇ। ਆਪ ਹੰਸੀਆਂ ਦੇ ਰਸੇ ਚੁੰਮ ਕੇ ਤੇ ਦਿੱਲੀ ਤਖਤ ਦਵਾਇਆ ਤਾਂ ਪੰਜਾਬੀਆਂ ਨੇ। 1 ਵਜ ਗਿਆ ਜੀ ਪੂਰਾ। ਧੰਨਵਾਦ। ਤੁਸੀਂ ਪ੍ਰੋਗਰਾਮ ਆਪਾਂ 1.5 ਘੰਟਾ ਇਸ ਕੜੀ ਦੂਸਰੀ ਜਿਹੜੀ ਇਸ ਘੱਲੂਘਾਰੇ ਦੀ ਬਹੁਤ ਚੀਜ਼ਾਂ ਜਿਹੜੀਆਂ ਬਹੁਤ ਹੌਲੀ ਹੌਲੀ ਕਲੀਅਰ ਹੋ ਰਹੀਆਂ ਨੇ ਤੇ ਜ਼ਰੂਰਤ ਵੀ ਹੈ। ਜ਼ਿਆਦਾ ਤਾਂ ਇਹ ਹੈ ਵੀ ਤੁਸੀਂ ਖੁਦ ਜਿਹੜਾ ਇਹ ਤੇ ਗਿਆਨ ਆਪ ਪ੍ਰਾਪਤ ਕਰੋ ਤੇ ਬਹੁਤ ਵਧੀਆ, ਬਹੁਤ ਕੁਝ ਮਿਲ ਰਿਹਾ ਜਿਹਨੂੰ ਤੁਸੀਂ YouTube ਤੇ ਸਭ ਕੁਝ। ਤੇ ਹੁਣ ਆਪਾਂ ਦੁਨੀਆ ਦੀ ਜਿਹੜੀ ਰਾਜਨੀਤੀ ਨੂੰ ਜਦ ਸਮਝਦੇ ਆ, ਹੁਣ ਆਪਾਂ ਵੇਖਦੇ ਆ ਵੀ ਵੱਡੀਆਂ ਤਾਕਤਾਂ ਕੀ ਕਰਦੀਆਂ ਆਪਣੇ ਪਪਟ ਦੇਸ਼ਾਂ ਦੇ ਵਿੱਚ ਬੰਦੇ ਬਿਠਾ ਕੇ ਉਹਨਾਂ ਦੇ ਰਾਹੀਂ ਕੀ ਵੈਨਜ਼ੂਏਲਾ ਦੇ ਵਿੱਚ ਵੇਖੋ ਕੀ ਹੋ ਰਿਹਾ, ਇਰਾਕ ਦੇ ਵਿੱਚ ਕੀ ਹੋ ਰਿਹਾ, ਸੀਰੀਆ 'ਚ ਕੀ ਹੋ ਰਿਹਾ, ਕਿਸ ਤਰ੍ਹਾਂ ਰਸ਼ੀਆ ਤੇ ਤੁਰਕੀ ਤੇ ਹੁਣ ਲੀਬੀਆ ਦੇ ਵਿੱਚ ਕੀ ਹੋ ਰਿਹਾ। ਇਸ ਤਰ੍ਹਾਂ ਇਸ ਨੂੰ ਲੰਬੇ ਪ੍ਰਭਾਵ ਦੇ ਤਹਿਤ ਉਸ ਸਮੇਂ ਵੀ ਕੋਲਡ ਵਾਰ ਜਿਹੜੀ ਅਮਰੀਕਾ ਤੇ ਰੂਸ ਦੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਜਿਹਦੇ ਵਿੱਚ ਦੀ ਸਭ ਕੁਝ ਲੰਘ ਰਹੇ ਸੀ, ਸਭ ਕੁਝ ਹੋ ਰਿਹਾ ਸੀ, ਤੇ ਉਹਦੇ ਵਿੱਚ ਤੁਸੀਂ ਵੇਖਿਆ ਕਿ ਜਿਹੜੀ ਇੱਕ ਗੱਲ ਮੈਂ ਤੁਹਾਨੂੰ ਰਾਜ ਸਾਹਿਬ ਨੂੰ ਵੀ ਪੁੱਛੀ ਸੀ ਕਿ ਇੱਕ ਰਸ਼ੀਅਨ KGB ਦਾ ਜਿਹੜਾ ਆਰਕਾਈਵਿਸਟ ਸੀ, ਜਿਹੜਾ ਉਹਨਾਂ ਦੇ ਕਾਗਜ਼ ਪੱਤਰ ਸਾਂਭਦਾ ਸੀ, ਮੁੜ ਕੇ ਉਹ ਇੰਗਲੈਂਡ ਜਾ ਵਸਿਆ। ਉਸਨੇ ਜਿਹੜਾ ਦੱਸਿਆ ਕਿ ਕਿੰਨਾ ਚਿਰ ਵੇਸਲੀ ਜਿਹੜਾ ਮਾਈਟ੍ਰੋਕਿਨ ਸੀ 1992 ਦੇ ਵਿੱਚ ਉਹ ਸਾਰੇ ਟੌਪ ਸੀਕਰੇਟ ਪੇਪਰ ਚੱਕ ਕੇ ਇੰਗਲੈਂਡ ਭੱਜ ਗਿਆ। ਉਹਨੇ KGB ਦੇ ਉਹਨੇ ਸਾਰੇ ਟੌਪ ਸੀਕਰੇਟ ਪੇਪਰਾਂ ਦੇ ਆਧਾਰ ਤੇ 2 ਕਿਤਾਬਾਂ ਲਿਖੀਆਂ ਨੇ
ਮਾਈਟ੍ਰੋਕੈਨ ਆਰਕਾਈਵ ਪਾਰਟ 1 ਤੇ ਪਾਰਟ 2, ਇਹ ਦੋਨੇ ਕਿਤਾਬਾਂ ਦੇ ਵਿੱਚ ਇੰਡੀਆ ਵਾਲੇ ਚੈਪਟਰ ਦੀ ਸਾਰੀ ਜਾਣਕਾਰੀ ਹੈ ਵੀ KGB ਨੇ ਇੰਦਰਾ ਗਾਂਧੀ ਨੂੰ ਚੋਣ ਜਿਤਾਉਣ ਲਈ ਕਿਵੇਂ ਮੈਦਾਨ ਤਿਆਰ ਕੀਤਾ, ਮੈਦਾਨ ਦੇ ਵਿੱਚ ਕਿਵੇਂ ਭੂਮਿਕਾ ਨਿਭਾਈ, ਤੇ ਸੰਜੇ ਗਾਂਧੀ ਤੋਂ ਮੌਤ ਤੋਂ ਬਾਅਦ ਰਾਜੀਵ ਗਾਂਧੀ ਨੂੰ ਇੰਦਰਾ ਗਾਂਧੀ ਦਾ ਰਾਜਨੀਤੀ ਦਾ ਜਾਨਸ਼ੀਨ ਬਣਾਉਣ ਲਈ ਜੁਲਾਈ 1983 ਚ ਰਾਜੀਵ ਗਾਂਧੀ ਦੇ ਮਾਸਕੋ ਦੇ ਦੌਰੇ ਦੌਰਾਨ ਤੇ ਉਹਦਾ ਕਿਵੇਂ ਸਵਾਗਤ, ਤੇ ਪੰਜਾਬ 'ਚ ਚੱਲ ਰਹੀ ਜਿਹੜੀ ਮੂਵਮੈਂਟ ਸੀ ਉਹਨੂੰ ਅਮਰੀਕਾ ਦੀ CIA ਤੇ ਪਾਕਿਸਤਾਨੀ ਨਾਲ ਜੋੜ ਕੇ ਕਿਵੇਂ 1984 ਦੀਆਂ ਚੋਣਾਂ ਜਿੱਤਣ ਲਈ ਰਾਜੀਵ ਗਾਂਧੀ ਨਾਲ ਰਣਨੀਤੀ ਬਣਾਈ, ਤੇ ਆਉਂਦੀ ਸਾਰੀ ਉਹ ਜਦ ਬਸ ਬੋਲਣਾ ਸ਼ੁਰੂ ਕਰ ਦਿੱਤਾ ਉਹਨੇ ਵੀ ਦੇਸ਼ ਨੂੰ ਖਤਰਾ, ਦੇਸ਼ ਨੂੰ ਖਤਰਾ। ਤੇ ਈਵਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਨਾਂ ਦੇ ਜਿਹੜੇ ਬਾਡੀਗਾਰਡ ਸੀ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੂੰ, ਉਹਨਾਂ ਨੂੰ ਵੀ CIA ਦਾ ਏਜੰਟ ਸਾਬਤ ਕਰਨ ਲਈ KGB ਨੇ ਸਾਰੇ ਦੁਨੀਆ ਦੇ ਵਿੱਚ ਭਾਰਤੀ ਜਿੰਨੇ ਡਿਪਲੋਮੈਟ ਸੀ ਉਹਨਾਂ ਨੂੰ ਝੂਠੇ ਦਸਤਾਵੇਜ਼ ਹੀ ਮੁਹੱਈਆ ਜਿਹੜੇ ਕਰਾਏ। ਇਹ ਜਿਹੜੀ ਮਤਲਬ ਇਨ ਰਿਟਰਨ ਹੈ, ਤੇ ਜਿਹੜੇ ਬੰਦੇ ਨੇ KGB ਨੂੰ ਬਹੁਤ ਨੇੜਿਓਂ ਵੇਖਿਆ ਤੇ ਉਸ ਦੇ ਗੱਲ ਇਹ ਚੀਜ਼ਾਂ ਹੁਣ ਜਿਹੜੀਆਂ ਨਵੀਆਂ ਨਿਕਲ ਕੇ ਆ ਰਹੀਆਂ ਨੇ ਉਹ ਫਰਕ ਪਾਉਣਗੀਆਂ ਆਉਣ ਵਾਲਾ। ਪਰ ਇਹਦੇ ਵਿੱਚ ਹਰ ਸਾਲ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਦੇ 'ਚ ਕਰਨਾ ਇਹ ਚਾਹੀਦਾ ਕਿ ਜ਼ਖਮ ਦੀ ਜਗ੍ਹਾ ਹੁਣ ਸੂਰਜ ਬਣਨਾ ਚਾਹੀਦਾ, ਚ ਰੋਸ਼ਨੀ ਮਿਲਣੀ ਚਾਹੀਦੀ ਹੈ, ਤੇ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਤੈਅ ਹੋਣੀਆਂ ਚਾਹੀਦੀਆਂ ਨੇ, ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ। ਇਹ 2004-5 ਤੋਂ ਬਾਅਦ ਇਹ 15 ਸਾਲਾਂ ਦੀ ਗੱਲ ਹੈ। 4-5 ਤੱਕ ਤਾਂ ਸੰਤਨ ਦੀ ਗੱਲ ਪੰਜਾਬ ਦੇ ਵਿੱਚ ਨਹੀਂ ਸੀ ਹੁੰਦੀ, ਕਿਉਂਕਿ 95 ਸੰਘਰਸ਼ ਦੇ ਖਾਤਮੇ ਤੋਂ ਬਾਅਦ ਤਿੰਨੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਵੀ ਸ਼ੌਕ ਡਾਕਟਰੀਨ ਦੇ ਵਿੱਚੋਂ, ਝਟਕੇ ਸਦਮੇ ਦੇ ਵਿੱਚੋਂ, ਮਤਲਬ ਹੁੰਗਰਾਂ ਦੇ ਵਿੱਚੋਂ ਜਿਹੜੀ ਨਵੀਂ ਰੀਰਾਈਟ ਕੀਤੀ ਜਾਂਦੀ ਹੈ ਹਿਸਟਰੀ, ਉਹ ਤਿੰਨੇ ਸਿਸਟਮ ਜਿਹੜੇ ਵੱਡੇ ਸਾਡੇ ਐਜੂਕੇਸ਼ਨ ਦਾ, ਹੈਲਥ ਦਾ ਤੇ ਨਾਲ ਸੰਗੀਤ, ਤਿੰਨੇ ਚੀਜ਼ਾਂ ਦੇ ਨਾਲ ਪੰਜਾਬ ਦੀ ਬਰਬਾਦੀ ਜਿਹੜੀ ਹੋਈ। ਤੁਸੀਂ ਵੇਖਿਆ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ ਸਿੰਗਲ ਸੜਕ ਜਾਂਦੀ ਹੈ ਮੇਨ GT ਰੋਡ ਤੋਂ ਉੱਤਰਦੀ, ਉਹਦੇ ਨਾਲ ਇਹ 20 ਕਿੱਲਿਆਂ ਦੇ ਵਿੱਚ ਕ੍ਰਿਸਚੀਅਨ ਅਕੈਡਮੀ, ਬਾਹਰ ਜੀਸਸ ਕ੍ਰਾਈਸਟ ਦੀਆਂ ਮੂਰਤੀਆਂ ਤੇ ਅੰਦਰ ਜਵਾਕ ਗਲ ਦੇ ਵਿੱਚ, ਤੇ ਸਾਊਥ ਦੇ ਸਾਰੇ ਟੀਚਰ ਇੱਕ ਸ਼ਬਦ ਪੰਜਾਬੀ ਜਵਾਕਾਂ ਨੂੰ ਬੋਲਣ ਦਿੰਦੇ, ਤੇ ਉਹਨਾਂ ਨੇ ਉਜਾੜ ਦਿੱਤਾ ਸਾਰਾ ਕੁਛ। ਡਾਕਟਰਾਂ ਦੀ ਧਾੜ, ਪ੍ਰਾਈਵੇਟ ਕਲੀਨਿਕਾਂ ਦੇ ਵਿੱਚ ਜਿਹੜਾ ਕੁਛ ਹੋਇਆ ਪੰਜਾਬ ਦਾ, ਤੇ ਜਿਹੜਾ ਖਾਤਮਾ ਹੋਇਆ, ਤੇ ਆਹ ਹੁਣ 90ਵੇਂ ਦਿਨਾਂ ਦੇ ਵਿੱਚ ਹਾਰਟ ਅਟੈਕ ਤੇ ਕਿਸੇ ਨੂੰ ਸਾਹ ਤੇ ਦਮੇ ਤੇ ਤੇਜ਼ਾਬ ਕਿਸੇ ਦਾ ਨਹੀਂ ਵਧਿਆ। ਪੰਜਾਬ ਦੇ ਵਿੱਚ ਪਿੰਡਾਂ 'ਚ ਲੋਕ ਵਸਦੇ ਰਹੇ। ਫਰਟਾਈਲ ਕਲੀਨਿਕਾਂ ਦੇ ਵਿੱਚ ਪਹਿਲਾਂ ਤਾਂ ਜਿਹੜੇ ਨੇ ਜ਼ਹਿਰ ਉਹਨਾਂ ਦੀ ਹੱਡੀਆਂ ਦੇ ਰਾਹੀਂ ਨਿਗਾਹ ਕੇ ਤੇ ਵਾਤਾਵਰਨ ਦੂਸ਼ਿਤ ਕਰਕੇ, ਗ੍ਰੀਨ ਰੈਵੋਲੂਸ਼ਨ ਦੇ ਥੱਲੇ ਪੈਸਾ ਕਰਕੇ ਉੱਥੇ ਬਰਬਾਦੀ ਕੀਤੀ। ਗਰੀਬੀ ਤੇ ਅਮੀਰੀ ਦਾ ਪਾੜਾ ਪਿੰਡਾਂ 'ਚ ਵੱਧ ਗਿਆ। ਉਹ ਸੀਰੀ ਉਹ ਗਰੀਬ ਲੋਕ ਜਿਨ੍ਹਾਂ ਦੇ ਸਾਹਾਂ ਦੇ ਨਾਲ ਜੱਟ ਤੁਰਦਾ ਸੀ, ਜਿਹਦੇ ਹੱਥੀਂ ਜੱਟਾਂ ਦੀ ਪੀੜ੍ਹੀ ਪਲਦੀ ਸੀ, ਉਹ ਟੁੱਟ ਕੇ ਪਿੰਡਾਂ ਦੇ ਵਿੱਚੋਂ ਨਿਕਲ ਗਏ, ਪਰਾਂ ਹੋ ਗਏ। ਉਹ ਆਪਣੇ ਡੇਰਿਆਂ ਵੱਲ ਚਲੇ ਗਏ, ਉਹਨਾਂ ਨੇ ਆਪਣੇ ਗੁਰਦੁਆਰੇ ਅਸਾਰ ਲਏ, ਤੇ ਜੱਟ ਸੋ ਕਾਲਡ ਆਪਣੇ ਆਪ ਨੂੰ ਸੁਪੀਰੀਅਰ ਸਮਝਣ ਲੱਗ ਗਿਆ। ਉਹਨੇ ਜਾਤ ਪਾਤ ਦੇ ਉੱਪਰ ਚੱਕਰ ਇਹ ਪਾ ਲਿਆ, ਤੇ ਧਰਮ ਦੇ ਉੱਪਰ ਜਿਹੜਾ ਕਬਜ਼ਾ ਜੱਟਿਜ਼ਮ ਨੇ ਕਰ ਲਿਆ। ਉਹਦੇ ਵਿੱਚੋਂ ਧਨਾੜ ਜਿਹੜੇ ਨੇ ਦੋਨੇ ਪਾਰਟੀਆਂ ਦੇ ਵਿੱਚ, ਅਕਾਲੀ ਦਲ ਤੇ ਕਾਂਗਰਸ ਦੇ ਵਿੱਚ, ਧਨਾੜ ਬੰਦਿਆਂ ਦਾ ਜ਼ੋਰ ਚੜ ਗਿਆ ਬਸ। ਤੇ ਤੁਸੀਂ ਵੇਖਦੇ ਹੋ ਪਹਿਲਿਆਂ ਤੋਂ, ਕੈਰੋਂ ਤੋਂ ਲੈ ਕੇ ਤੇ ਬਾਦਲ ਹੋਰਾਂ ਤੋਂ ਲੈ ਕੇ, ਦੇਖੋ ਤਾਂ ਸਹੀ ਕਿਵੇਂ ਚੱਲਦੀ ਆ ਪੀੜ੍ਹੀ ਕਿਹੜੀ ਆ। 10 ਪਰਿਵਾਰ ਤੁਹਾਨੂੰ ਬਣਾਏ ਨੇ ਨਾ, ਉਹ 10 ਪਰਿਵਾਰ ਹੀ ਪੰਜਾਬ 'ਚ ਅਕਾਲੀਆਂ ਤੇ ਕਾਂਗਰਸ ਦੇ ਨੇ। ਉਹਨਾਂ ਨੇ ਟੇਕ ਓਵਰ ਕਰ ਲਿਆ, ਸਾਰਾ ਕੁਛ ਸਿਸਟਮ ਹੀ ਟੇਕ ਓਵਰ ਕਰ ਲਿਆ। ਪੈਸੇ ਦਾ ਜ਼ੋਰ ਵੱਧ ਗਿਆ। ਉਹਦੇ ਵਿੱਚੋਂ ਕੌਮ ਨੂੰ ਡਾਇਵਰਟ ਕਰਨ ਲਈ ਗੁਰੂ ਡੰਬ ਉਹਨਾਂ ਨੇ ਪੈਦਾ ਕਰ ਲਿਆ। ਗੁਰੂ ਡੰਬ ਪੈਦਾ ਕਰ ਲਿਆ ਉਹਨਾਂ ਨੇ, ਕਮਿਊਨਿਟੀ ਵੰਡਤੀ, ਕੌਮ ਵੰਡਤੀ। ਕੌਮ ਮੇਨ ਅਕੀਦੇ ਤੋਂ ਟੁੱਟ ਗਈ, ਗੁਰੂ ਗ੍ਰੰਥ ਸਾਹਿਬ ਜੀ ਤੋਂ, ਉਹਦੀਆਂ ਰਹੁ ਰੀਤਾਂ ਤੋਂ, ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ, ਸ਼ਹੀਦਾਂ ਸਿੰਘਾਂ ਤੋਂ। ਹੁਣ ਚੱਲ ਰਿਹਾ ਘੱਲੂ ਘਰ। ਦੇਖਿਓ ਪੰਜਾਬ ਦੇ ਵਿੱਚ 12,500 ਪਿੰਡਾਂ ਦੇ ਵਿੱਚ ਕਿੰਨਾ ਸਾਧ ਲਾਣਾ ਬੈਠਾ, ਤੇ ਉੱਥੇ ਘੱਲੂ ਘਰ ਦੀ ਗੱਲ ਹੈ। ਸਵੇਰ ਤੋਂ ਲੈ ਕੇ ਆਥਣ ਤੱਕ ਬਗਲੇ ਬਣ ਕੇ ਤੇ ਪਾ ਕੇ ਜਰਾਬਾਂ ਤੇ ਮੂੰਹ ਢੱਕ ਕੇ ਗਰ ਚੱਲਦੀ ਹੈ ਜਿਵੇਂ ਆਵਾਜ਼ ਜਿਹੜੀ। ਉਹਦੇ ਵਿੱਚੋਂ ਕਿੱਥੇ ਤੁਸੀਂ ਗੱਲ ਕਰ ਰਹੇ ਹੋ? ਨਿਸ਼ਾਨ ਸਾਹਿਬ ਦੀ ਹੈ, ਤੁਸੀਂ ਧਰਮ ਦੀ ਗੱਲ ਕਿੱਥੋਂ ਕਰ? ਉਹਨਾਂ ਨੂੰ ਰਾਜ ਚਾਹੀਦਾ ਸੀ। ਰਾਜ ਦੇ ਵਿੱਚ ਉਹਨਾਂ ਨੇ ਗੁਰੂ ਡੰਬ ਦੇ ਵਿੱਚ ਹੀ ਨਿਰੰਕਾਰੀਆ ਆਉਂਦਾ। ਨਿਰੰਕਾਰੀਆ ਪੰਜਾਬ ਦੇ ਵਿੱਚ 13 ਸਿੰਘ ਸ਼ਹੀਦ ਕਰਕੇ, ਪੰਜਾਬ ਦੇ ਵਿੱਚ ਕੌਮ ਦਾ ਆਪਣਾ ਰਾਜ ਹੋਵੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ, ਤੇ ਉੱਥੋਂ ਬੰਦਾ ਨਿਕਲ ਜਵੇ ਉਹ, ਤੇ ਉਹਨੂੰ ਸ਼ਹੀਦ ਸਿੰਘਾਂ ਨੂੰ ਕਰਨ ਵਾਲੇ ਚਿੱਟੇ ਕੱਪੜਿਆਂ ਦੇ ਵਿੱਚ ਚਾਦਰੇ ਤੇ ਬਿਲਕੁਲ ਨਵੇਂ ਜਿਹੜੇ ਬਿਲਕੁਲ ਅਤ ਆਧੁਨਿਕ ਤੇ ਨਵੇਂ ਹਥਿਆਰ ਜਿਹੜੇ ਦਲਵੀਰ ਸਿੰਘ ਉਹਨਾਂ ਨੇ ਆਪ ਲਿਖੇ ਕਿਤਾਬ ਦੇ ਵਿੱਚ,
ਤੇ ਪ੍ਰਕਾਸ਼ ਸਿੰਘ ਬਾਦਲ ਹੋਣੀ ਮੌਜੂਦ ਨੇ ਅੰਮ੍ਰਿਤਸਰ ਦੇ ਵਿੱਚ। ਉਮਰਾ ਨੰਗਲ ਕਹਿ ਰਿਹਾ ਉਹ ਤਾਂ ਹੈ ਹੀ ਨਹੀਂ, ਬੰਬੇ ਨੇ। ਮੇਰੇ ਕਹਿਣ ਦਾ ਮਤਲਬ ਚਲੋ ਇੱਕ ਨਹੀਂ, ਕਾਂਗਰਸ ਨੂੰ ਵੀ ਇੱਥੇ ਜੇ ਸਭ ਤੋਂ ਵੱਡਾ ਕੌਮ ਨੂੰ ਸਿੱਟਣ ਦਾ ਕੰਮ ਕੀਤਾ ਸਭ ਤੋਂ ਪਹਿਲਾਂ ਕੈਰੋਂ ਨੇ ਕੀਤਾ। ਚੇਲਾ ਬਣ ਗਿਆ ਜਵਾਹਰ ਲਾਲ ਨਹਿਰੂ ਦਾ ਤੇ ਉਹਨੇ ਆਉਂਦੇ ਹੀ ਆਪਣਾ ਸ਼ੁਰੂ ਕਰ ਦਿੱਤਾ। ਪੰਜਾਬੀ ਸੂਬੇ ਦੇ ਮੋਰਚੇ 'ਚ ਉਹਨੇ ਕਿਤੇ ਜ਼ੁਲਮ ਥੋੜਾ ਕੀਤਾ ਸਿੱਖਾਂ ਤੇ ਉਹ ਮਹਾਪੰਜਾਬ ਜੀ, ਤੁਹਾਡਾ ਮਹਾਪੰਜਾਬ ਜੀ, ਮਹਾਪੰਜਾਬ ਉਹਦਾ ਇਹ ਸੀ ਬਹੁ ਗਿਣਤੀ ਜਿਹੜੀ ਜੇ ਵਿੱਚ ਜਿੱਥੇ ਨੌਨ ਸਿੱਖ ਘੱਟ ਵੱਧ ਹੋਣਗੇ ਤਾਂ ਕਾਂਗਰਸ ਦਾ ਜ਼ੋਰ ਰਹੂਗਾ। ਅਕਾਲੀ ਦਲ ਦਾ ਇਹ ਸੀ ਵੀ ਜਿੱਥੇ ਬਹੁਤ ਗਿਣਤੀ ਸਾਡੀ ਹੋਈ ਤਾਂ ਅਸੀਂ ਸਰਕਾਰ ਚਾਹਾਂਗੇ। ਮਤਲਬ ਤੇ ਮੰਗ ਜਿਹੜੀ ਕੌਮ ਦੀ ਸੀ ਕਿ ਖਿੱਤਾ ਕਿਤੇ ਉਹਨਾਂ ਦਾ ਜਿੱਥੇ ਉਹ ਪ੍ਰਭੂ ਸਤਾ ਦਾ ਨਿੱਘ ਮਾਣ ਸਕਣ, ਉਹ ਖਿੱਤੇ ਦੀ ਗੱਲ ਸੀ, ਪਰ ਉਹ ਰਾਜਨੀਤੀ ਦੇ ਵਿੱਚ ਫਸ ਗਿਆ। ਉਹਦੇ ਬਾਅਦ ਵਕਤੀ ਤੌਰ ਤੇ ਸੰਤ ਜਰਨੈਲ ਸਿੰਘ ਉਹਨਾਂ ਦੇ ਵਿਰੁੱਧ ਤਾਂ ਬੋਲਦੇ ਵੀ ਰਹੇ, ਪਰ ਸਾਜ਼ਿਸ਼ਾਂ ਨਾਲ ਹੀ ਚੱਲਦੇ ਰਹੇ। ਕਾਂਗਰਸ ਨੇ ਤਾਂ ਕੀਤੀ ਸੀ। 81 ਦੇ ਵਿੱਚ ਦੇਖੋ ਜ਼ਕਰੀਏ ਦੀ ਰੂਹ ਸਿਨਾ ਨੂੰ ਕਹਿ ਰਹੀ ਆ ਮੈਨੂੰ ਟੈਂਕ ਦੇ, ਮੈਂ ਸੰਤ ਕੱਢਣਾ ਚੌਂਕ ਮਹਿਤੇ। ਤੇ ਜਿੱਦਣ ਕੌਮ ਦਾ ਜਰਨੈਲ ਮਹਿਤੇ ਤੇ ਦਰਬਾਰ ਸਾਹਿਬ ਤੋਂ ਕਹਿੰਦੇ ਵੀ ਬਾਹਰ ਤਾਂ ਨਿਕਲ, ਬੈਠਾ ਚੰਡੀਗੜ੍ਹ ਬਾਹਰ ਲਾਈਆਂ ਬੋਰੀਆਂ, ਤੱਕ ਤੱਕ ਢਿੱਡ ਤੇਰਾ ਜਿਹੜਾ ਦਿਲ ਧੜਕਦਾ, ਬਾਹਰ ਆ ਜਾ ਮਿਲ ਲੈ ਇੱਕ ਦਿਨ। ਉਸ ਦਿਨ ਅੰਦਰੋਂ ਨਹੀਂ ਸੀ ਨਿਕਲਦਾ। ਤੇ ਉਹਦੇ ਵਿੱਚੋਂ ਹੀ ਜੈਲ ਸਿੰਘ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਮਦਦ ਕੀਤੀ ਹੋਏਗੀ, ਇਹ ਗੱਲ ਨਹੀਂ ਮੈਂ ਕਹਿ ਸਕਦਾ, ਪਰ ਉਸ ਮਦਦ ਦੇ ਵਿੱਚੋਂ ਹੁਣ ਤੁਸੀਂ ਕੌਮ ਦੇ ਭਲੇ ਲਈ ਕਾਂਗਰਸੀ ਤੋਂ ਅਕਾਲੀਆਂ ਤੋਂ ਕੋਈ ਮਦਦ ਲੈ ਲਵੇ, ਉਹ ਪਿੱਟਿਆ ਥੋੜਾ ਜਾਊਗਾ। ਐਜ਼ ਲੌਂਗ ਐਜ਼ ਕੌਮ ਲਈ ਬੰਦਾ ਜਿਹੜਾ ਉਹ ਸੱਚਾ, ਉਹ ਜਿਹੜੀ ਮਰਜ਼ੀ ਪਾਰਟੀ 'ਚ ਫਿਰੀ ਚੱਲੇ। ਜਿਹੜੀ ਭਾਈ ਸਾਹਿਬ ਉਹ ਗੱਲ ਕਹਿ ਰਹੇ ਸੀ ਬਈ ਲੰਗੜਾ ਕੇ ਤੁਰਦਾ ਸੀ, ਉਹ ਬੰਦੇ ਨੂੰ ਮੈਂ ਨੇੜਿਓਂ ਵੇਖਿਆ, ਭਾਗਲਪੁਰ ਵੀ ਵੇਖਿਆ, ਤੇ ਹੁਣ ਤੁਰਿਆ ਫਿਰਦਾ ਕਿੱਥੋਂ ਕਿੱਥੇ ਇੱਥੇ ਆਇਆ, ਇੱਥੋਂ ਜੇਬਾਂ ਲੈ ਗਿਆ ਭਰ ਕੇ। ਉਹਨਾਂ ਨੇ ਕੀ ਕਰਨਾ? ਦੁੱਧ ਪੀਣੇ ਮਜਨੂਆਂ ਨੇ ਕਿੱਥੇ ਦੇਣਾ? ਪਹਿਲਾਂ ਵੀ ਕੁੰਡਾਂ 'ਚ ਬਹਿੰਦੇ ਹੀ ਰਹੇ, ਫਤਿਹ ਸਿੰਘ ਹੋਣੀ ਕੀ ਕੁਛ ਕਰਦੇ ਰਹੇ, ਝਾਕਦੇ ਰਹੇ ਅਸਮਾਨ ਵੱਲ ਨੂੰ ਵੀ ਜਹਾਜ਼ ਆਉਂਦਾ ਉੱਪਰੋਂ ਕਿ ਨਹੀਂ ਦਿੱਲੀੋਂ ਸਾਨੂੰ ਰੋਕਣ ਲਈ। ਇਹ ਨਹੀਂ ਗੱਲ ਹੈ। ਇਹ ਮਤਲਬ ਕੌਮੀ ਇਤਿਹਾਸ ਦੇ ਵਿੱਚ ਚੀਜ਼ਾਂ ਨਾਲ ਚੱਲਦੀਆਂ, ਸਾਰਾ ਕੁਛ ਕਰਨ ਦਾ ਇੱਕੋ ਹੀ ਹੈ ਬਈ ਆਪ ਪੜ੍ਹ ਕੇ ਸਾਨੂੰ ਗਿਆਨ ਹੋਣਾ ਚਾਹੀਦਾ। ਕੌਮ ਦੇ ਉਸ ਮਹਾਨ ਜਰਨੈਲ ਦਾ ਜਨਮ ਦਿਨ ਹੈ 2 ਜੂਨ 1947 ਨੂੰ ਰੋਡੇ ਪਿੰਡ 'ਚ ਜਨਮ ਹੋਇਆ। ਬਰਾੜ ਗੋਤ ਸੀ ਉਹਨਾਂ ਦਾ, ਪਰ ਬਿਲਕੁਲ ਕੋਈ ਗੋਤ ਦਾ ਕੌਮ ਦੇ ਨਾਲ ਸੰਬੰਧ ਨਹੀਂ ਹੈ। ਉਹਨਾਂ ਨੇ ਕਰਕੇ ਦਿਖਾ ਦਿੱਤਾ। ਤੇ ਪੜ੍ਹਾਈ ਉਹਨਾਂ ਦੀ, ਜੇ ਨਹੀਂ ਪੜ੍ਹੇ ਸੀ ਤਾਂ ਹੀ ਕੌਮ ਨੂੰ ਦਾ ਰਾਹ ਰਚਨਾ ਕੇ ਚਲੇ ਗਏ। ਪੜ੍ਹੇ ਲਿਖੇ ਗੋਲੀਆਂ ਦੇ ਮੂਹਰੇ ਹੋ ਜਾਣਗੇ। ਕਲਮੀ ਸਫ਼ਰ ਵਾਲੇ ਬੰਦੇ ਪੜ੍ਹੇ ਲਿਖੇ ਫਿਰਦੇ ਸੀ ਆਲੇ ਦੁਆਲੇ, ਮੂਹਰੇ ਪੈਨ ਟੰਗੇ ਸੋਨੇ ਦੀ ਨਿੱਬ ਵਾਲੇ ਭੱਜ ਗਏ ਕਿਤੇ। ਜਦ ਪੁਲਿਸ ਮਿਲਟਰੀ ਆ ਗਈ, ਅਵਨਾਸੀ ਸਿੰਘ ਦਾ ਫੋਨ ਆਇਆ ਸੰਤਾਂ ਨੂੰ, ਉਹ ਕਹਿੰਦਾ ਵੀ ਆ ਬੈਠਾ ਜਿਹੜਾ ਤੁਹਾਡੇ ਕੋਲ ਕਾੜ ਕੇ ਦੁੱਧ ਪੀਣ ਵਾਲਾ ਲੌਂਗੋ ਵਾਲੀ ਆ, ਇਹ ਕਹਿੰਦਾ ਸੀ ਮੇਰੇ ਉੱਪਰ ਦੀ ਟੈਂਕ ਲੰਘਣਗੇ, ਹੁਣ ਮਾੜਾ ਜਿਹਾ ਪਾਓ ਤਾਂ ਸਹੀ ਟੈਂਕਾਂ ਦੇ ਮੂਹਰੇ ਇਹਨੂੰ। ਕਿਹਨੇ ਕਰਨਾ? ਤੇ ਇਹ ਪਰ ਸਭ ਕੁਛ ਹੁੰਦੇ ਹੋਏ 200-150 ਦੇ ਕਰੀਬ ਯੋਧਿਆਂ ਨੇ ਇੱਕ ਇਤਿਹਾਸ ਲਿਖਿਆ, ਜਿਹੜੀਆਂ ਅੱਜ ਚਾਹੇ ਜਿਹੜੇ ਕਾਂਗਿਆਰੀ ਕੁਛ ਕਹਿੰਦੀ ਰਹੇ, ਪਰ ਕੋਈ ਸਮਾਂ ਆਊਗਾ ਕੌਮ ਆਪਣੇ ਇਹਨਾਂ ਯੋਧਿਆਂ ਨੂੰ ਯਾਦ ਕਰੂ ਜਿਵੇਂ ਪਹਿਲੇ ਤੇ ਦੂਜੇ ਘੱਲੂਘਾਰੇ ਦੀ ਗੱਲ ਹੁੰਦੀ ਹੈ। ਤੇ ਉਹਦੇ ਵਿੱਚ ਜਿਹੜੇ ਸਵਾਲ ਹੋਣਗੇ, ਸਵਾਲਾਂ ਦੀ ਜਵਾਬ ਜੋ ਲੋਕਾਂ ਨੂੰ ਮਿਲੀ ਜਾਣੇ ਨੇ। ਇਹ ਸਾਰੇ ਲੈਫਟਿਸਟ ਜਿੰਨੇ ਵਿਚਾਰਧਾਰਾ ਦੇ ਬੰਦੇ ਸੀ, ਉਹ ਲਾਏ ਜਾਣ ਕੇ ਸੀ ਉੱਥੇ ਵੀ ਸੰਤਾਂ ਦੇ ਖਿਲਾਫ ਭੁਗਤਣਗੇ, ਤੇ ਕੋਈ ਵੀ ਸੰਤਾਂ ਦੇ ਖਿਲਾਫ ਨਹੀਂ ਭੁਗਤ ਚੁੱਕਿਆ। ਇਹਦਾ ਮਤਲਬ ਸੱਚ ਦੇ ਨਾਲ ਖਹਿ ਕੇ ਜਿਹੜਾ ਬੰਦਾ ਰਹਿੰਦਾ ਸੀ ਉਸ ਦੀ ਗੱਲ ਮੰਨੀ ਜਾਂਦੀ। ਔਰ ਜਿੱਤ ਇਨਸਾਨ ਦੇ ਸਰੀਰ ਦੀ ਨਹੀਂ ਹੈ। ਜਿਹੜੀਆਂ ਇਹ ਲੜਾਈਆਂ ਨੇ, ਇਹ ਜੰਗਾਂ ਨੇ, ਜਿਹੜੀਆਂ ਰੂਹਾਂ ਦੇ ਜ਼ੋਰ ਦੇ ਨਾਲ ਲੜੀਆਂ ਜਾਂਦੀਆਂ, ਤਾਂ ਹੀ 72 ਘੰਟੇ ਕੱਢੇ ਆ। ਫਿਰ ਮੁੜ ਕੇ ਟੈਂਕ ਦੇ ਨਾਲ ਤੇ 303 ਦਾ ਕੋਈ ਮੇਲ ਨਹੀਂ, ਉਹ ਤਾਂ ਉਹਦੀ ਤਾਂ ਕਹਾਣੀ ਹੋਰ ਹੈ। ਪਹਿਲਾਂ ਜਿਹੜੀਆਂ ਗਿੱਟਿਆਂ 'ਚ ਝਾਂਜਰਾਂ ਪਾਈਆਂ ਉਤਰਦਿਆਂ ਦੇ, ਗੱਲ ਉਹਨਾਂ ਦੀ ਕਰਨ ਦੀ ਲੋੜ ਹੈ ਵੀ ਆਉਂਦੀ ਕਿੱਥੋਂ ਆ। ਨਾਲੇ ਇੱਕ ਟੈਂਕ ਨਹੀਂ, ਜੇ ਤੁਸੀਂ ਕਹਿੰਦੇ ਵੀ ਇੱਕ ਟੈਂਕ ਧੁੱਸ ਗਿਆ ਤੇ ਦੂਜਾ ਟੈਂਕ ਆ ਗਿਆ, ਨੋ, ਟੈਂਕਾਂ ਦੀ ਲਾਈਨ ਆ ਬਾਬਾ ਦੀਪ ਸਿੰਘ ਵਾਲੇ ਪਾਸੇ ਤੇ ਜਾ ਕੇ ਤੇ ਦੂਸਰੇ ਡਿਊਟੀ ਦੇ ਰਾਹੀਂ ਜਿੱਥੋਂ ਮੋੜ ਮੁੜਦਾ ਉੱਥੇ ਤੱਕ ਇੱਕ ਨਹੀਂ। ਲੋਕਾਂ ਨੂੰ ਲੱਗਦਾ ਇੱਕ ਟੈਂਕ ਸੀ, ਤੇ ਟੈਂਕ ਦੇ ਮੂਹਰੇ ਤੇ 303 ਦੀ ਕੀ ਗੱਲ ਆ, ਪਰ ਫੇਰ ਵੀ ਪਿੱਠ 'ਚ ਨਹੀਂ ਖਾਧੀ ਯੋਧਿਆਂ ਨੇ। ਅਰਦਾਸ ਕਰਕੇ ਬਾਹਰ ਨਿਕਲਿਆ ਵੀ ਆ ਗਏ ਤਾਂ ਮਾਰ ਲਓ ਜਿਹੜੀਆਂ ਮਾਰਦੀਆਂ। ਗੱਲ ਇਹ ਹੈ। ਕੁਛ ਖਬਰਾਂ ਸਾਂਝੀਆਂ ਕਰ ਲਵਾਂ, ਜਿਵੇਂ ਖਬਰਾਂ ਦੇ ਨਾਲ ਤੁਹਾਡੀ ਕੋਈ ਤੁਸੀਂ ਕਮੈਂਟ ਕਰਨਾ ਹੋਵੇ ਨਾਲ ਕਰ ਲਿਓ। ਤੇ ਇੱਕ ਮੈਂ ਇਲੀਗਲ ਡੰਪਿੰਗ ਦੀ ਗੱਲ ਕਰਨੀ ਚਾਹੁੰਦਾ, ਕੁਛ ਅਖੀਰਲੇ 25-30 ਮਿੰਟ। ਐਬਸਫੋਰਡ ਦੇ ਵਿੱਚ
ਇੱਕ ਫਾਰਮ ਦੇ ਵਿੱਚੋਂ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਆ, ਟਰੱਕ ਘਰ ਦੇ ਗਾਰਬੇਜ ਦਾ, ਜਿਹਦੇ ਵਿੱਚ ਕੰਸਟਰਕਸ਼ਨ ਦਾ ਗਾਰਬੇਜ ਹੈ, ਤੇ ਕੱਢੀ ਹੋਈ ਜਿਹੜੀ ਡਰਾਈ ਵਾਲ ਹੈ, ਤੇ ਵਿੱਚੋਂ ਉਹਨਾਂ ਨੂੰ ਪਰਚੀ ਲੱਭ ਗਈ ਕੰਟਰੈਕਟਰ ਦੀ ਰੈਨੋਵੇਸ਼ਨ ਜਿਹਨੇ ਕੀਤੀ ਹੈ। ਇਸੇ ਤਰ੍ਹਾਂ ਹੀ ਇੱਕ ਕੱਲ ਸਵੇਰੇ ਆਪਣੀ ਥਲੜਾ ਜਿਹੜਾ ਹਿੱਸਾ ਹੈ ਸਰੀ ਦਾ, ਕੋਲਬਰੁੱਕ ਦੇ ਏਰੀਏ ਦੇ ਵਿੱਚ ਇੱਕ ਗਾਰਬੇਜ ਕਾਰਨਰ ਤੇ ਕੋਈ ਅੱਧਾ ਟਰੱਕ ਲਾ ਗਿਆ, ਤੇ ਉਹਦੇ ਵਿੱਚ 2 ਤਬਲੇ ਵੀ ਸੀ, ਜਿਹੜੇ ਆਪਾਂ ਤਬਲੇ ਵਜਾਉਂਦੇ ਆ। ਹੁਣ ਉਹ ਤਬਲੇ ਕੌਣ ਵਜਾਉਂਦਾ, ਕਿਹਨਾਂ ਦੇ ਘਰਾਂ 'ਚ ਨੇ, ਹੋ ਸਕਦਾ ਕੋਈ ਗੋਰਾ ਵੀ ਵਜਾਉਂਦਾ ਹੋਵੇ, ਪਰ ਬਾਕੀ ਸਮਾਨ ਤੋਂ ਨਹੀਂ ਸੀ ਪਤਾ ਲੱਗਦਾ। ਬਾਕੀ ਸਮਾਨ ਦੱਸਦਾ ਸੀ ਕਿ ਆਪਣੇ ਕਿਸੇ ਘਰ 'ਚੋਂ ਆਇਆ। ਇਹ ਮਾੜੀ ਮੋਟੀ ਗੱਲ ਹੈ ਜਿਹੜੀ ਹੁਣ ਘਰ ਤੇ ਕਿਸੇ ਨੇ ਰੈਨੋਵੇਟ ਕਰਕੇ $2 ਲੱਖ ਲਾਇਆ, ਕੀ $100-200 ਦੀ ਡੰਪਿੰਗ ਆ। ਤੁਸੀਂ ਕਿਤੇ ਕਿਸੇ ਦੇ ਫਾਰਮ ਦੀ ਰੋਹ ਦੇ ਵਿੱਚ ਲਾਇਆ ਏ, ਤੇ ਉਹਨੇ ਵਿੱਚੋਂ ਰਸੀਦ ਕੱਢ ਕੇ, ਤੇ ਹੁਣ ਉਹ ਕਿੰਨੇ 'ਚ ਪਊਗਾ ਜਲਸਾ, ਤੇ ਸਿਟੀ ਆਊ, ਫਾਈਨ ਕਰੂ, ਪਤਾ ਨਹੀਂ ਕੀ ਕਰੂ, ਤੇ ਗਾਹਾਂ ਅਦਾਲਤਾਂ ਦੇ ਵਿੱਚ ਗੇੜੇ ਕੱਢਦੇ ਫਿਰੋਗੇ। ਜੇ ਅਗਲਾ ਵਕੀਲ ਕਰਕੇ ਲੈ ਜਾਵੇ ਤੁਹਾਨੂੰ, ਕਰੋਗੇ ਕੀ? ਇਹ ਗੱਲ ਛੱਡਣੀ ਵੀ ਮਾਲਕ ਮਕਾਨ ਸਿੱਟ ਦੂ, ਇਹ ਨਾ ਗੱਲ ਕਰੇ। ਮੇਰੇ ਖਿਆਲ ਕੰਟਰੈਕਟਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਿੱਟੇ। ਜੇ ਕੋਈ ਰੈਨੋਵੇਸ਼ਨ ਦਾ ਕੰਮ ਕਰਦਾ ਹੈ, ਜ਼ਿਆਦਾਤਰ ਕਰਦੇ ਅਸੀਂ, ਇਹ ਐਡੀ ਮਾੜੀ ਸੋਚ ਪਤਾ ਨਹੀਂ ਕਿੱਥੋਂ ਨਿਕਲ ਕੇ ਆਉਂਦੀ ਹੈ, ਕਿੱਥੋਂ ਘਰਾਂ ਦਾ ਗੰਦ ਕੱਢ ਕੇ ਆ ਦਿਨਾਂ ਦੇ ਵਿੱਚ ਤੁਸੀਂ ਸਿੱਟ ਜਾਨੂੰ ਕਿਤੇ ਕਿਸੇ ਦੀ ਕੰਸਟਰਕਸ਼ਨ ਵਾਲੀ ਸਾਈਡ ਤੇ, ਕਿਤੇ ਆ ਤਾਂ ਬਿਲਕੁਲ ਜਾ ਕੇ ਵਿੱਚ ਫਾਰਮ ਦੇ ਅੱਧ ਦੇ ਵਿੱਚ ਲਾ ਗਏ। ਪੂਰਾ ਟਰੱਕ ਹੀ ਹੈ, ਮਤਲਬ ਜਿੱਡੀ ਉਹ ਗਰਾ ਲੱਗਿਆ ਹੈ, ਪਰ ਗਰੇ ਦੇ ਵਿੱਚੋਂ ਚੋਰ ਦਾ ਲੱਭ ਜਾਂਦਾ, ਚੋਰ ਵਿੱਚੋਂ ਲੱਭ ਗਿਆ, ਤੇ ਉਹ ਇੱਕ ਸਲਿੱਪ ਨਿਕਲਿਆ, ਤੇ ਸਲਿੱਪ ਤੋਂ ਉਹਨੇ ਜਿਹੜਾ ਬੰਦੇ ਨੂੰ ਪਤਾ ਕਰ ਲਿਆ, ਬੰਦੇ ਤੋਂ ਪਤਾ ਕੀਤਾ ਤਾਂ ਉਹਨੇ ਦੱਸਤਾ ਇਹਦਾ ਫਲਾਣੀ ਜਗ੍ਹਾ ਅਸੀਂ ਜਿਹੜੀ ਹੈ ਰੈਨੋਵੇਸ਼ਨ ਕੀਤੀ ਹੈ। ਸੋ ਇਹਦੇ ਵੱਲ ਨੂੰ ਆਪਾਂ ਚੱਲਦੇ ਹਾਂ, ਕੁਝ ਖਬਰਾਂ ਪਹਿਲਾਂ ਸਾਂਝੀਆਂ ਕਰ ਲਈਏ। ਅਮਰੀਕਾ ਵਾਲੇ ਪਾਸੇ ਜਿਹੜੇ ਰਾਇਟਸ ਹੋ ਰਹੇ ਨੇ, ਉਹ ਰਾਇਟਸ ਦੀ ਗੱਲ ਕਰਦੇ ਅੱਜ ਪੱਤਰਕਾਰਾਂ ਨੇ ਜਦ ਪ੍ਰਧਾਨ ਮੰਤਰੀ ਟਰੂਡੋ ਨੂੰ ਪੁੱਛਿਆ ਕਿ ਕੀ ਸੋਚਦੇ ਹੋ ਤੁਸੀਂ, ਉੱਧਰ ਰਾਸ਼ਟਰਪਤੀ ਕੀ ਕਰ ਰਿਹਾ ਟਰੰਪ, 21 ਸੈਕਿੰਡ ਜਿਹੜਾ ਟਰੂਡੋ ਉਹਨੇ ਬੋਲੇ, 21 ਸੈਕਿੰਡ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕੈਨੇਡੀਅਨ ਦੇਖ ਰਹੇ ਨੇ ਸਾਊਥ ਬਾਰਡਰ ਜਿਹੜਾ ਕੰਸਨਟ੍ਰੇਸ਼ਨ ਜਿਹੜੀ ਹੋ ਰਹੀ ਹੈ, ਜਿਹੜੀ ਉਹ ਹੋ ਰਿਹਾ, ਉਹ ਹੋ ਰਿਹਾ, ਹੌਰਰ ਹੋ ਰਿਹਾ। ਤੇ ਮਤਲਬ ਉਹਨਾਂ ਨੇ ਨਾਂ ਤਾਂ ਨਹੀਂ ਉਸਦਾ ਲਿਆ ਟਰੰਪ ਦਾ, ਪਰ ਗੜਬੜ ਹੈ ਜਿਹੜੀ ਰੇਸਿਜ਼ਮ ਦਾ ਬੜਾ ਰੌਲਾ ਪੈ ਰਿਹਾ। ਤਿੰਨੇ ਲੀਡਰ ਬੋਲ ਰਹੇ ਨੇ, ਜਗਮੀਤ ਸਿੰਘ ਉਹਨਾਂ ਨੇ ਵੀ ਕਿਹਾ, ਸ਼ੇਰ ਉਹਨਾਂ ਨੇ ਵੀ ਕਿਹਾ। ਇਹ ਜਿਹੜੀ ਹੁਣ ਉੱਧਰ ਬਲੈਕ ਅਮਰੀਕਨ ਦਾ ਜਿਉਣਾ, ਬਲੈਕ ਅਮਰੀਕਨ ਦੀ ਗੱਲ, ਤੇ ਜਦ ਉਹ ਵੀਡੀਓਜ਼ ਦਿਖਾ ਰਹੇ ਨੇ ਉਹਦੇ ਚੋਂ ਹੁਣ ਨਾਂ ਤਾਂ ਇਹ ਬਲੈਕ ਅਮਰੀਕਨ ਦੇ ਪੈ ਰਿਹਾ, ਪਰ 70% ਬੰਦੇ ਉਹਦੇ 'ਚ ਜਿਹੜੇ ਨੇ ਗੋਰੇ ਰੰਗ ਦੇ ਨੇ, ਜਿਹੜੇ ਲੁੱਟ ਕਰ ਰਹੇ ਨੇ। ਕੱਲ ਸਿਆਟਲ ਦੀ ਮੇਅਰ ਨੇ ਜਿਹੜਾ ਬਿਆਨ ਦਿੱਤਾ, ਉਹਨੇ ਟਵੀਟ ਕੀਤਾ, ਉਹ ਕਹਿੰਦਾ ਮੇਰੇ ਸ਼ਹਿਰ ਦੇ ਵਿੱਚ ਕਾਲੇ ਬੰਦੇ ਨੇ ਕੋਈ ਸਟੋਰ ਹੀ ਨਹੀਂ ਲੁੱਟਿਆ। ਇਹ ਜਿਹੜਾ ਇਹ ਹੋ ਰਿਹਾ ਹੈ, ਇਹ ਫਰਦਰ ਕੀ ਗੱਲ ਬਣਨੀ ਹੈ ਇਹਦੇ 'ਚ, ਇਹ ਸਮਝਣ ਦੀ ਜ਼ਰੂਰਤ ਹੈ ਕਿ ਸਦੀਆਂ ਤੋਂ ਰਹਿੰਦੀ ਇੱਕ ਕਮਿਊਨਿਟੀ ਹਲੇ ਮਾਈਨੋਰਿਟੀ ਦੇ ਵਿੱਚ ਹੈ, ਕੱਲ ਮੈਜੋਰਿਟੀ 'ਚ ਹੋਊ। ਇਹ ਦੁਨੀਆ ਦੇ ਵਿੱਚ ਰੰਗ ਨਸਲ ਦੇ ਨਾਂ ਤੇ ਇਹ ਪੱਤਾ ਜਿਹੜਾ ਖੇਡਿਆ ਜਾ ਰਿਹਾ, ਹੁਣ ਇਹਦੇ ਵਿੱਚੋਂ ਦੇਖੋ ਤੁਸੀਂ ਬਿਲਕੁਲ ਅਲੱਗ ਇੱਕ ਜਿਹੜੀ ਡਿਵਾਈਡ ਹੋਣੀ ਹੈ, ਜਿਹੜੀ ਫਰਦਰ ਇਹ ਜਿਹੜੀ ਗਾਂਹ ਤੋਂ ਗਾਂਹ ਜਾਣੀ ਹੈ ਕਹਾਣੀ। ਇੱਕ ਖਬਰ ਜਿਹੜੀ ਵੱਡੀ ਹੈ ਕਿ ਟਰੰਪ ਪੁਲਿਸ ਵਾਲਿਆਂ ਨੂੰ ਤੇ ਉਹਨਾਂ ਨੂੰ ਕਹਿ ਰਿਹਾ ਕਿ ਦੱਬ ਦਿਓ ਇਹਨਾਂ ਨੂੰ, ਡੋਮੀਨੇਟ ਕਰੋ, ਇਹ ਤੁਸੀਂ ਡੋਮੀਨੇਟ ਨਹੀਂ ਕਰੋਗੇ ਤਾਂ ਇਹ ਜਿਹੜਾ ਇਹ ਤੁਹਾਡੇ ਸਿਰ ਤੇ ਚੜ੍ਹ ਜਾਣਗੇ, ਤੁਸੀਂ ਇੱਕ ਮਜ਼ਾਕ ਦੇ ਪਾਤਰ ਹੋ ਜਾਓਗੇ। ਉਹ ਜਿਹੜੀ ਹਿਊਸਟਨ ਦੇ ਪੁਲਿਸ ਚੀਫ ਐਸੀਬੈਗੋ ਨੇ ਕਿਹਾ ਕਿ ਮੈਂ ਸਾਰੇ ਪੁਲਿਸ ਚੀਫ ਦੇ ਬਿਹਾਫ ਤੇ ਕਹਿਣਾ ਕਿ ਜੇ ਅਸਾਰੂ ਗੱਲ ਨਹੀਂ ਹੁੰਦੀ ਤਾਂ ਆਪਣਾ ਮੂੰਹ ਬੰਦ ਰੱਖ, ਸਿੱਧਾ ਟਰੰਪ ਨੂੰ। ਇਹ ਸੰਘੀ ਢਾਂਚੇ ਦੀ ਕਹਾਣੀ ਹੈ, ਸੰਘੀ ਮੁਲਕਾਂ ਦੀ, ਤੇ ਸੂਬੇ ਖੁਦ ਮੁਖਤਿਆਰ ਨੇ, ਕੇਂਦਰ ਨਾਲੋਂ ਸੂਬੇ ਕੋਲ ਵੱਧ ਤਾਕਤ ਹੈ, ਸੂਬੇ ਦੀ ਤਾਕਤ ਗਵਰਨਰ ਦੇ ਕੋਲ ਹੈ। ਇਸ ਗੱਲ ਤੋਂ ਨਹੀਂ ਉਹ ਡਰਦੇ। ਤੇ ਇਸ ਪੁਲਿਸ ਚੀਫ ਨੇ ਹਿਊਸਟਨ ਦੇ ਨੇ ਕਿਹਾ, ਕਹਿੰਦਾ ਵੀ ਜੇ ਤੇਰੇ ਕੋਲ ਕੋਈ ਕੰਸਟਰਕਟਿਵ ਗੱਲ ਕਰਨ ਲਈ ਹੈ ਨਹੀਂ, ਜਸਟ ਕੀਪ ਯੂਅਰ ਮਾਊਥ ਸ਼ਟ। ਅੰਦਰੋਂ ਬੈਠਾ ਲਲਕਰੇ ਮਾਰੀ ਜਾਂਦਾ, ਮੈਂ
ਆ ਭੇਜ ਦੂੰਗਾ, ਜਿਹੜੇ ਨੈਸ਼ਨਲ ਗਾਰਡ ਭੇਜ ਦੂੰ, ਮੈਂ ਮਿਲਟਰੀ ਲੈ ਆਊਂ, ਮੈਂ ਆਹ ਲੈ ਆਊਂ। ਉਹ ਕਹਿੰਦਾ ਇਸ ਤਰ੍ਹਾਂ ਨਹੀਂ ਹੈ, ਮਨ ਜਿੱਤ ਕੇ ਗੱਲ ਹੁੰਦੀ ਹੈ ਇਹਨਾਂ ਦੀ 20 ਵਰ੍ਹਿਆਂ ਦੀ। ਇਹਨਾਂ ਨੂੰ ਤੂੰ ਪ੍ਰੋਬਲਮ 'ਚ ਕਾਇੰਡਨੈਸ ਤੇ ਵੀਕਨੈਸ ਦੇ ਵਿੱਚ ਜਿਹੜਾ ਕਨਫਿਊਜ਼ ਨਾ ਕਰ, ਦਿਆਲਤਾ ਦੇ ਤੇ ਕਮਜ਼ੋਰੀ ਦੇ ਵਿੱਚ ਕਨਫਿਊਜ਼ ਨਾ ਕਰ। ਕਮਜ਼ੋਰੀ ਨਹੀਂ ਹੈ, ਅਸੀਂ ਦਿਆਲਤਾ ਦੇ ਰਾਹ ਦੇ ਵਿੱਚ। ਤੋ ਅਗਲੀਆਂ ਖਬਰਾਂ ਵੱਲੋਂ ਵੀ ਚੱਲਦੇ ਆ, ਕਾਲਰਾਂ ਨਾਲ ਵੀ ਗੱਲ ਕਰਦੇ ਆ। ਕੁਲਦੀਪ ਸਿੰਘ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਤੈਨੂੰ ਵੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਵੀਰ ਜੀ? ਇਹ ਗੁੱਡ ਜੀ ਗੁੱਡ। ਪਹਿਲਾਂ ਤਾਂ ਕੌਮ ਦੇ ਉੱਤੇ ਘੱਲੂਘਾਰੇ ਦਾ ਜਿਹੜਾ ਕਹਿਰ ਚੜਿਆ ਸੀ ਇਸ ਦਿਨ ਦੇ ਉੱਤੇ, ਉਹ ਬਹੁਤ ਹੀ ਦੁਖਦਾਈ ਸੀ ਜੀ। ਮਰਦ ਦਾ ਮੜਾ ਗੱਲ ਕਹਿੰਦੇ ਦਾ ਗਲ ਭਰਿਆ ਹੁੰਦਾ ਜੀ। ਚੜ੍ਹਦੀ ਕਲਾ ਰਹਿਣ ਦੀ ਲੋੜ ਹੈ। ਕੋਈ ਨਾ ਆ ਕੇ ਸਿਰ ਦਿਖਾ ਕੇ ਪਿੱਠ ਨਹੀਂ ਦਿਖਾਈ। ਰਹੀ ਗੱਲ ਰੇਸਿਜ਼ਮ ਦੀ, ਅਮਰੀਕਾ ਦੇ ਵਿੱਚ ਉਹੀ ਧੌਣ ਤੇ ਗੋਡਾ ਧਰ ਕੇ ਬੜਾ ਅਗਰੈਸਿਵ ਤਰੀਕੇ ਨਾਲ ਬੇਰਹਿਮੀ ਨਾਲ ਉਹਨੂੰ ਮਾਰਿਆ ਗਿਆ। ਉੱਤੇ ਘੱਟੋ ਘੱਟ ਮੌਤ ਦਾ ਫਾਹਾ ਦੇਣਾ ਚਾਹੀਦਾ ਉਸ ਪੁਲਿਸ ਅਫਸਰ ਨੂੰ। ਜਿਹੜੀਆਂ ਗਿੱਦੜ ਭੜਕੀਆਂ ਮਾਰਦਾ ਰਹਿੰਦਾ ਟਰੰਪ, ਇਹਦਾ ਹੀ ਫਾਲਿਆ ਇਹ ਪੱਤਾ ਰੇਸਿਜ਼ਮ ਦਾ ਖੇਡ ਕੇ ਵੋਟਾਂ ਜਿੱਤਿਆ। ਤੇ ਹੁਣ ਵੀ ਇਹ ਜਿਹੜੀਆਂ ਕਰਨ ਦੀਆਂ ਗੱਲਾਂ ਐਵੇਂ ਆਰਮੀ ਲਾ ਦੂੰਗਾ, ਆਹ ਕਰ ਦੂੰ। ਉਹ ਪੁਲਿਸ ਦਾ ਚੀਫ ਆ ਜਿਹੜਾ, ਬੜਾ ਉਹਨੇ ਬਹੁਤ ਵਧੀਆ ਗੱਲ ਕੀਤੀ ਨਾਲ ਉਹਨੂੰ ਜਵਾਬ ਦਿੱਤਾ। ਬਾਕੀ ਇੱਕ ਤੁਹਾਨੂੰ ਬੇਨਤੀ ਆ, ਮੇਰੇ ਨਾਲ ਪਰਸਨਲੀ ਫੋਨ ਕਰਕੇ ਸੰਪਰਕ ਕਰਿਓ ਲੇਟਰ ਪਲੀਜ਼। ਥੈਂਕ ਯੂ। ਸ਼ੋਰ ਬਾਈ ਜੀ, ਸ਼ੋਰ। ਥੈਂਕ ਯੂ। ਸੋ ਇਹ ਹੋਰ ਖਬਰਾਂ ਦੇ ਵਿੱਚ ਬੈਲ ਤੇ ਟੈਲਰਸ ਨੇ ਕਿਹਾ ਕਿ ਵਾਓਵੇ ਦੇ ਨਾਲ ਅਸੀਂ 5G ਨੈਟਵਰਕ ਕੈਨੇਡਾ ਦੇ ਵਿੱਚ ਨਹੀਂ ਡਿਵੈਲਪ ਕਰਨਾ, ਅਸੀਂ ਐਰਿਕਸਨ ਦੇ ਨਾਲ ਜਾਵਾਂਗੇ। ਮੈਨੂੰ ਇਹ ਹੁਣ ਰੈਪ ਅਪ ਹੋਣਾ ਕੰਮ ਇਹਨਾਂ ਦਾ। ਤੁਸੀਂ ਵੇਖਿਓ, ਬਰਤਾਨੀਆ ਵਾਲਿਆਂ ਨੇ ਕਹਿਤਾ ਵੀ 2023 ਦੇ ਵਿੱਚ 0 ਸਾਡੇ ਸ਼ੇਅਰ ਹੋਣਗੇ 5G ਦੇ ਵਿੱਚ। ਕੈਨੇਡਾ ਨੇ ਵੀ ਇੱਧਰੋਂ ਮੂਵ ਕਰਨੀ, ਅਮਰੀਕਾ ਨੇ ਵੜਨੇ ਨਹੀਂ ਦੇਣਾ। ਕਹਾਣੀ ਨਿਬੜਨੀ ਆ। ਹੁਣ ਆਸਟ੍ਰੇਲੀਆ ਪਹਿਲਾਂ ਤਿਆਰ ਹੈ। ਹੁਣ ਇਹ ਜਿਹੜਾ ਦੁਨੀਆ ਦੇ ਵਿੱਚ ਰਾਜ ਜੀ, ਅਸੀਂ ਬੈਲਟਾਂ ਬਣਾ ਲਈਆਂ, ਅਸੀਂ ਸੜਕਾਂ ਬਣਾਤੀਆਂ ਤੇ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਤੇ ਉਧਰ ਭਾਰਤ ਵਾਲੇ ਪਾਸੇ ਜਿਹੜਾ ਟਿੰਡ 'ਚ ਕਰਨਾ ਪਾਇਆ ਹੋਇਆ, ਬਰੂਟੈਲਿਟੀ ਹੈ ਜਿਹੜੀ ਆਪਣੇ ਰਜ਼ੀਮ ਤੇ, ਉਹ ਇਹ ਗੱਲ ਬਿਲਕੁਲ ਠੀਕ ਹੈ। ਅਜੇਪਾਲ ਸਿੰਘ ਬਰਾੜ ਉਹਨਾਂ ਦੀ ਉਸ ਦਿਨ ਦੀ ਮੇਰੇ ਯਾਦ ਹੈ, ਜਦ ਉਹਨੇ ਕਿਹਾ ਵੀ ਠੀਕ ਹੈ ਵੈਸਟਰਨਾਈਜ਼ ਵਰਲਡ ਦੇ ਵਿੱਚ ਉਹਨਾਂ ਦਾ ਸਿਸਟਮ ਜਿਹੜਾ ਔਖਾ ਲੱਗਦਾ ਹੋਏਗਾ। ਜਿਹੜਾ ਰਾਸ਼ਟਰਪਤੀ ਜਿਨਪਿੰਗ ਹੈ ਉਹ ਧੱਕਾ ਕਰ ਰਿਹਾ, ਪਰ ਉਹ ਲੋਕਾਂ ਲਈ ਉਹ ਚੰਗਾ ਹੋਏਗਾ ਕਿਉਂਕਿ ਉਹਨਾਂ ਨੂੰ ਰੋਟੀ ਪਾਣੀ ਮਿਲ ਰਿਹਾ। ਇੱਧਰ ਪੁੱਤਨੋਣੀ ਕਹਿੰਦੇ 1 ਜੁਲਾਈ ਨੂੰ ਪਵਾ ਕੇ ਵੋਟਾਂ ਮੈਂ 67 ਵਰ੍ਹਿਆਂ ਦਾ ਤੇ 24 'ਚ ਹੋਣਾ ਰਿਟਾਇਰ। ਸਿੱਧਾ ਹੀ 12 ਸਾਲ ਵਿੱਚ ਮਾਰ ਰਹੇ ਨੇ ਤੇ 36 ਤੇ ਰਿਟਾਇਰ ਹੋਣ ਜਾ। ਤੇ 16 ਸਾਲ 67 'ਚ ਪਾ ਲਓ, 67 ਦਾ 77 ਤੇ 83 ਦਾ ਕਹਿੰਦਾ ਮੈਂ ਰਿਟਾਇਰ ਹੋਣਾ। ਇਹ ਬਰਜੂਆ ਤਾਣੇ ਬਾਣੇ ਦੇ ਖਿਲਾਫ ਬੋਲਣ ਵਾਲਾ ਖੱਬੇ ਪੱਖੀ ਰੁਝਾਨ ਹੈ ਜਿਹੜਾ ਕਹਿੰਦਾ ਨਾ ਧੱਕਾ ਨਾ ਕਰੋ, ਸਰਕਾਰਾਂ ਧੱਕਾ ਕਰਦੀਆਂ। ਤੇ ਮਤਲਬ ਤਾਂ ਹੀ ਫੇਰ ਵੀ ਤਾਂ ਹੀ ਹੋਇਆ ਦੁਨੀਆ ਦੇ ਵਿੱਚ। ਕਾਰਨ ਇਹ ਹੋਇਆ, ਇਹ ਜਿਹੜਾ ਰੁਝਾਨ, ਕਿਉਂਕਿ ਕਹਿਣੀ ਤੇ ਕਰਨੀ ਦੋ ਅਲੱਗ ਗੱਲਾਂ। ਜਾਂ ਤੁਹਾਡੇ ਪੈਂਤੜੇ ਅਲੱਗ-ਅਲੱਗ ਨੇ। ਇਹ ਅਸੀਂ ਜਿਵੇਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਂਧਰਾ ਦੇ ਵਿੱਚ ਜ਼ੁਲਮ ਹੋ ਰਿਹਾ, ਉਹ ਕਹਿੰਦੇ ਵੀ ਮਿਹਨਤ ਕਸ਼ੋ ਇਕੱਠੇ ਹੋ ਜਾਓ। ਇੱਥੇ ਪੰਜਾਬ 'ਚ ਸਿੱਖ ਕੋਈ ਮੰਗ ਕਰ ਰਹੇ ਨੇ, ਉਹ ਕਹਿੰਦੇ ਵੀ ਵੜ ਦਿਓ, ਕਹਾੜੇ ਦਾ ਦਸਤਾ ਬਣ ਜਾਓ। ਤਾਂ ਬਲਜਿੰਦਰ ਸਿੰਘ ਪੱਟੀ ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ ਜੀ। ਭਾਜੀ ਗਿੱਲ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ। ਭਾਜੀ ਪਹਿਲਾਂ ਤਾਂ ਘੱਲੂਘਾਰੇ ਦਿਵਸ ਚੱਲਦੇ ਪਏ ਆ ਜੀ, ਬੜੀ ਦੁਖਦਾਈ ਦਿਨ ਚੱਲਦੇ ਪਏ ਆਪਣੇ ਦੇ ਉੱਤੇ। ਤੇ ਉਹੀ ਗੱਲ ਭਾਜੀ ਇੱਥੇ ਅਮਰੀਕਾ ਦੇ ਵਿੱਚ ਵੀ ਹੋਈ ਉਹ ਆ ਕਿ ਮੈਂ ਤੁਹਾਨੂੰ ਦੱਸਦਾ ਕਿ ਮੈਂ ਕੱਲ ਗਿਆ ਡਾਊਨਟਾਊਨ ਦੇ ਵਿੱਚ। ਮੈਂ ਸੈਨੋਜ਼ੇ ਰਹਿਣਾ ਜੀ, ਕੈਲੀਫੋਰਨੀਆ ਸੈਨੋਜ਼ੇ ਸ਼ਹਿਰ ਦੇ ਵਿੱਚ। ਸਾਡੇ ਚੰਗਾ ਭਾਰਾ ਡਾਊਨਟਾਊਨ ਹੈ ਜੀ। ਮੈਂ ਭਾਜੀ ਉੱਥੇ ਤਕਰੀਬਨ ਪੌਣਾ ਘੰਟਾ ਘੁੰਮਦਾ ਰਿਹਾ ਜੀ। ਉੱਥੇ ਭਾਜੀ ਘੱਟ ਤੋਂ ਘੱਟ 200-250 ਬੰਦਾ 3rd ਸਟਰੀਟ ਦੇ ਉੱਤੇ ਨਾਰੇ ਲਾਉਂਦਾ ਜਾ ਰਿਹਾ ਸੀ। ਔਰ ਭਾਜੀ ਆਮ ਤੌਰ ਤੇ ਜਾਈਏ ਆਈਏ ਤਾਂ ਪੁਲਿਸ ਵਾਲੇ ਤਕਰੀਬਨ ਡਾਊਨਟਾਊਨ ਦੇ ਵਿੱਚ ਘੁੰਮਦੇ ਹੁੰਦੇ ਆ ਜੀ। ਕੱਲ ਭਾਜੀ ਕੋਈ ਪੁਲਿਸ ਵਾਲਾ ਡਾਊਨਟਾਊਨ ਦੇ ਵਿੱਚ ਨਹੀਂ ਦੇਖਿਆ ਜੀ। ਸ਼ੀਸ਼ੇ ਜ਼ਰੂਰ ਸੈਂਟਾ ਕਲਾਰਾ ਸਟਰੀਟ ਪੈਂਦੀ ਆ, ਮੇਨ ਸਟਰੀਟ ਜਿਹੜੀ ਸੈਂਟਾ ਕਲਾਰਾ ਜੀ, ਉੱਤੇ ਸ਼ੀਸ਼ੇ ਜ਼ਰੂਰ ਭੱਜੇ ਹੋਏ ਜੀ।
ਮਿਹਰਬਾਨੀ ਭਾਜੀ, ਇੰਨਾ ਕੀ ਅੱਛਾ ਪੱਟੀ ਸਾਹਿਬ, ਇਹ ਜਿਹੜੀ ਲੁੱਟ ਹੋ ਰਹੀ ਹੈ ਜੀ, ਉਹ ਕੱਲੇ ਕਾਲੇ ਹੀ ਮੁੰਡੇ ਕਾਲੇ ਹੀ ਲੋਕ ਕਰ ਰਹੇ ਨੇ ਜੀ? ਨਹੀਂ ਭਾਜੀ, ਇਹ ਵੀ ਖਬਰ ਆ ਰਹੀ ਹੈਗੀ, ਅੱਜ ਹੀ ਸੁਣੀ ਆ ਮੈਂ ਕਿ ਸ਼ਾਇਦ ਤੁਹਾਡੇ ਕੋਲ ਵੀਡੀਓ ਪਹੁੰਚੀ ਆ ਜਾਂ ਨਹੀਂ, ਕਿ ਇੱਕ ਬੰਦਾ ਜਦੋਂ ਇਹ ਪ੍ਰੋਸੈਸ ਚੱਲਿਆ ਹੀ ਹੈਗਾ, ਇੱਕ ਬੰਦੇ ਨੇ ਛਤਰੀ ਫੜੀ ਹੋਇਆ ਜੀ ਉਹ ਵੀਡੀਓ ਦੇ ਵਿੱਚ, ਔਰ ਉਹ ਵਿੰਡੋ ਭੰਨ ਰਿਹਾ, ਤੇ ਕੁਛ ਬੰਦੇ ਮੁੰਡੇ ਯੰਗ ਮੁੰਡੇ ਆ, ਤੇ ਉਹ ਵੀਡੀਓ ਦੇ ਵਿੱਚ ਉਹ ਜਿਹੜੇ ਭੰਨ ਕੇ ਤੁਰਦਾ ਹੈਗਾ ਵਿੰਡੋਆਂ, ਤਾਂ ਉਹਨੂੰ ਕਹਿ ਰਿਹਾ, ਮੁੰਡੇ ਕਹਿ ਰਿਹਾ ਕਿ ਤੂੰ ਪੁਲਿਸ ਵਾਲਾ ਜੀ, ਤੂੰ ਪੁਲਿਸ ਵਾਲਾ, ਔਰ ਉਹ ਜਵਾਬ ਨਹੀਂ ਦਿੰਦਾ ਤਾਂ ਭੱਜ ਕੇ ਗੱਡੀ 'ਚ ਵੜ ਜਾਂਦਾ ਜੀ। ਉਹਨੇ ਛਤਰੀ ਲਈ ਹੋਆ, ਮੂੰਹ ਢੱਕਿਆ ਆ ਉਹਨੇ, ਇਹ ਵੀ ਖਬਰ ਆਈ ਹੈ ਜੀ ਵਿੱਚ। ਇਹ ਕਿਤੇ ਤੋੜਨੇ ਲਈ, ਜਿੱਦਾਂ ਆਪਣੀਆਂ ਬਹੁਤ ਅਹਿਮੀਅਤ ਚੱਲੀਆਂ ਪੰਜਾਬ ਦੇ ਵਿੱਚ, ਕਿਤੇ ਇਹਨਾਂ ਨੂੰ ਤੋੜਨੇ ਦੇ ਲਈ ਵਿੱਚ ਕਿਤੇ ਇੱਦਾਂ ਦੇ ਬੰਦੇ ਨਾ ਰਲੇ ਹੋਣ ਇਹਨਾਂ ਦੇ, ਇਹ ਵੀ ਸ਼ੱਕ ਆ ਜੀ ਵਿੱਚ। ਜੀ ਪੱਟੀ ਸਾਹਿਬ ਥੈਂਕ ਯੂ, ਧੰਨਵਾਦ। ਦੀਪ ਸਿੰਘ ਸਿੰਘਾ ਉਹਨਾਂ ਨੇ ਵੀ ਲਿਖ ਕੇ ਭੇਜਿਆ, ਅਮਰੀਕਾ 'ਚ ਰਹਿੰਦੇ, ਕਹਿੰਦੇ ਮੋਸਟਲੀ ਲੂਟਰਸ ਨੇ ਜਿਹੜੇ ਉਹ ਵਾਈਟ ਲੋਕ ਨੇ ਜਿਹੜੇ ਲੁੱਟ ਰਹੇ ਨੇ। ਹੁਣ ਵਾਈਟ ਦੇ ਵਿੱਚ ਬਹੁਤ ਅਲੱਗ-ਅਲੱਗ ਸਪੈਨਿਸ਼ ਵੀ, ਚਿੱਟੇ ਨੇ ਤੇ ਦੂਜੇ ਵੀ ਨੇ, ਪਰ ਸਿਆਹ ਰੰਗ ਦੇ ਵਿਚਾਰੇ ਲੋਕਾਂ ਨੂੰ ਇਹ ਕਹਿ ਵੀ ਤੁਸੀਂ ਹਾਂ ਲੁੱਟਦੇ ਨੇ, ਉਹ ਵੀ ਲੁੱਟ ਰਹੇ ਨੇ, ਇਹ ਨਹੀਂ ਵੀ ਦਿਖਦੇ ਨੇ ਲੈ ਕੇ ਆਉਂਦੇ ਨੇ। ਇੱਕ ਬਣਿਆ ਬਣਾਇਆ ATM ਬੱਸ 'ਚ ਲੱਦਣ ਲੱਗਿਆ ਹੋਇਆ, ਧੂਹੀ ਆਉਂਦਾ ਜਿਵੇਂ ਆਪਾਂ ਜਿਹੜਾ ਤੇਲ ਵਾਲਾ ਡਰਮ ਘੁਮਾ ਕੇ ਟਰਾਲੀ ਕੋਲ ਨੂੰ ਲਿਜਾਂਦੇ ਹੁੰਦੇ ਸੀ ਨਾ, ਬਣਿਆ ਬਣਾਇਆ ATM ਧੂਹੀ ਆਉਂਦਾ। ਬੱਸ ਵਾਲੇ ਨੂੰ ਕਹਿੰਦਾ ਸਟਾਪ ਮੈਨ, ਉਹ ਕਹਿੰਦਾ ਕੀ ਕਰਨਾ, ਕਹਿੰਦਾ ਲੱਦਣਾ ਵਿੱਚ ਲੈ ਕੇ ਜਾਣਾ ਇਹ ATM, ਨਾਲ ਹੀ ਲੈ ਜਾਣਾ, ਆਪਾਂ ਜਾ ਕੇ ਖੋਲਾਂਗੇ। ਇੱਕ ਸ਼ੈਣੀਆਂ ਨਾਲ ਵੱਢਣ ਲੱਗਿਆ ਹੋਇਆ ਜਿਹੜਾ ਟੈਲਰ ਦਾ ਸਾਡਾ ਜਿੱਥੇ ਪੈਸੇ ਪਏ ਹੁੰਦੇ। ਇੱਕ ਮੈਂ ਬੇਨਤੀ ਕਰ ਰਿਹਾ ਜੀ, ਇਲੀਗਲ ਡੰਪਿੰਗ ਦੇ ਬਾਰੇ ਤੁਹਾਡੇ ਕੁਛ ਗੱਲ ਮੈਂ ਕਰਨੀ ਚਾਹੁੰਦਾ ਕਿ ਆਹ ਦਿਨਾਂ 'ਚ ਜਦ ਦਿਨ ਨਿਖਰਦੇ ਆ, ਲੋਕ ਕੰਸਟਰਕਸ਼ਨ ਰੈਨੋਵੇਟ ਕਰਦੇ ਤੇ ਸਮਾਨ ਚੱਕ ਕੇ ਲੋਕਾਂ ਦੇ ਦਰਾਂ ਮੂਹਰੇ ਸਿੱਟ ਜਾਂਦੇ ਆ, ਇਹਨੂੰ ਕਿਵੇਂ ਹਟਾਇਆ ਜਾ ਸਕਦਾ? ਇੱਕ ਵੀਡੀਓ ਮੈਂ YouTube ਤੇ ਪਾਉਣ ਲੱਗਿਆ ਸੀ, ਬਣਿਆ ਬਣਾਇਆ ਅੱਧੇ ਤੋਂ ਵੱਧ ਟਰੱਕ ਵੱਡਾ ਗਾਰਬੇਜ ਦਾ ਘਰ ਦਾ ਰੈਨੋਵੇਸ਼ਨ ਦਾ, ਤੇ ਉਹਨੂੰ ਫਾਰਮ 'ਚ ਲਾ ਗਿਆ ਹੈ ਵਿਸਫੋਟ 'ਚ। ਕੋਈ ਫਾਰਮ ਦੇ ਮਾਲਕ ਨੇ ਵਿੱਚੋਂ ਇੱਕ ਰਸੀਦ ਕੱਢ ਲਈ, ਰਸੀਦ ਦੇ ਵਿੱਚ ਨਾਂ ਲਿਖਿਆ ਹੋਇਆ, ਤੇ ਹੁਣ ਉਹ ਗੱਲ ਅੱਗੇ ਚੱਲ ਪਈ। ਜਦ 2.5-3 ਲੱਖ ਰੁਪਈਆ ਰੈਨੋਵੇਸ਼ਨ ਤੇ ਲਾਤਾ, ਤੇ ਡੰਪ ਕਿਉਂ ਨਹੀਂ ਉਹਨੂੰ ਕਰਦੇ? ਕਿਤੇ ਤਬਲੇ ਪਏ ਨੇ, ਕਿਤੇ ਰਜਾਈਆਂ ਪਈਆਂ ਨੇ, ਸਟੀਲ ਦੇ ਭਾਂਡੇ ਪਏ ਸੀ ਕੱਲ, ਇੱਕ ਵਿੱਚੇ ਰਜਾਈ, ਸਟੀਲ ਦੇ ਭਾਂਡੇ ਤੇ ਤਬਲੇ, ਚੱਠੂ 2। ਗਗਨ ਸਿੰਘ 604-349-1313 ਪੰਜਾਬ ਫੋਰੈਕਸ, ਪੰਜਾਬ ਨੂੰ ਡਾਲਰਾਂ ਦਾ ਵਧੀਆ ਰੇਟ, ਰੁਪਈਆਂ ਦੇ ਡਾਲਰ ਇੱਥੇ ਲੈਣੇ, ਜਿਸ ਦਿਨ ਕਹਿ ਦਿੱਤੇ ਰਕਮ ਉੱਥੇ ਤੇ ਪੰਜਾਬ ਤੇ ਜਾਂ ਇੱਥੇ ਪਹੁੰਚੂਗੀ। 604-349-1313। ਸਰਦਾਰ ਮੁਕੰਦ ਸਿੰਘ ਜੀ ਲਾਈਨ ਨੰਬਰ 3। ਗਿੱਲ ਸਾਹਿਬ ਬਹੁਤ ਹੀ ਸਤਿਕਾਰ ਸਾਹਿਬ, ਸਤਿ ਸ੍ਰੀ ਅਕਾਲ ਤੁਹਾਡਾ। ਠੀਕ ਹੈ ਜੀ, ਸਿੱਖ ਕੌਮ ਦਾ ਕੋਈ ਵੀ ਮੇਰਾ ਬੰਦਾ ਸੋਚ ਵੀ ਨਹੀਂ ਸਕਦਾ ਕਿ ਜੋ 84 ਸਾਡੇ ਨਾਲ ਹੋਇਆ, ਔਰ ਉਸ ਤੋਂ ਬਾਅਦ ਰਿਪੀਟ ਕੀਤਾ ਫਿਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ। ਲੇਕਿਨ ਮੈਂ ਇਹ ਗੱਲ ਕਹਿੰਦਾ ਕਿ ਮੰਗਾਂ ਸਾਰੀਆਂ ਜਾਇਜ਼ ਸੀ। ਇੱਥੇ ਆਪਣੇ ਵੱਧ ਅਧਿਕਾਰਾਂ ਦੀ ਗੱਲ, ਜਿਹੜੀ ਮੰਗ ਹੈ ਸੂਬਿਆਂ ਨੂੰ ਵੱਧ ਅਧਿਕਾਰ ਹੈ। ਤੁਸੀਂ ਇੱਥੇ ਦੇਖੋ ਕੈਨੇਡਾ ਦੇ ਵਿੱਚ ਕਿੰਨੀ ਤਰੱਕੀ ਹੈ, ਤੇ ਸੂਬੇ ਦੇ ਝੰਡੇ ਵੀ ਅੱਡ ਅੱਡ ਹੈ। ਉਸ ਚੀਜ਼ ਨੂੰ ਗੈਰ ਰੰਗਤ ਦੇ ਕੇ, ਹੋਰ ਵੱਖਵਾਦੀ ਸੋਚ ਦੱਸ ਕੇ, ਜਾਇਜ਼ ਮੰਗਾਂ ਨੂੰ, ਪਾਣੀ ਦੇ ਮਸਲੇ ਸਭ ਤੋਂ ਵੱਧ ਜ਼ਰੂਰੀ ਮੇਰੇ ਹਿਸਾਬ 'ਚ ਪਾਣੀ ਦਾ ਮਸਲਾ ਚੰਡੀਗੜ੍ਹ ਨਾਲੋਂ ਵੀ। ਲੇਕਿਨ ਪੰਜਾਬ ਨੂੰ ਇਨਸਾਫ ਨਾ ਕਾਂਗਰਸ ਨੇ ਦਿੱਤਾ ਹੈ ਤੇ ਨਾ BJP ਦੇਵੇ, ਤੇ ਮੈਨੂੰ ਅਫਸੋਸ ਸਿਰਫ ਇੱਕ ਗੱਲ ਦਾ ਕਿ ਜਿਨ੍ਹਾਂ ਨੂੰ ਸਿੱਖ ਕੌਮ ਆਪਣਾ ਪਾਰਟੀ ਸਮਝਦੀ ਸੀ, ਸ਼੍ਰੋਮਣੀ ਅਕਾਲੀ ਦਲ ਨੂੰ, ਔਰ ਵਾਕਿਆ ਪਹਿਲਾਂ ਮਾਰ ਤਾਰਾ ਸਾਹਿਬ, ਬਾਬਾ ਖੜਕ ਸਿੰਘ ਵੇਲੇ ਬਹੁਤ ਕੁਰਬਾਨੀਆਂ, ਇਤਿਹਾਸ ਬਹੁਤ ਲੰਮਾ ਸ਼੍ਰੋਮਣੀ ਅਕਾਲੀ ਦਲ ਦਾ। ਇਸ ਮੌਕੇ ਸਿਰਫ ਇੱਕੋ ਮੰਗ ਰਹਿ ਗਈ ਹੈ ਇੱਕ ਪਰਿਵਾਰ ਦੀ ਕਿ ਸਾਨੂੰ ਗੱਦੀ ਚਾਹੀਦੀ ਹੈ। ਲੇਕਿਨ ਮੈਂ ਕਹਿੰਦਾ ਜੀ, ਜੇ ਰੂਸ ਦੀ ਨਿਗਾਹ ਮਾਰੀ ਗਏ, ਚਾਈਨਾ ਦੀ ਮਾਰੀ ਗਏ, ਦੁਨੀਆ ਦੇ ਵਿੱਚ ਉਥਲ ਪੁਥਲ ਬਹੁਤ ਹੋਈ ਆ। ਕਦੇ ਬੰਗਲਾਦੇਸ਼ ਬਣਨਾ ਸੋਚਿਆ ਨਹੀਂ ਸੀ। ਇਹ ਨਹੀਂ ਪਤਾ ਕਿ ਕੱਲ ਨੂੰ ਭਾਰਤ ਦੇ ਹਾਲਾਤ ਕਿਹੋ ਜਿਹੇ ਬਣਦੇ ਆ, ਪਾਕਿਸਤਾਨ ਦੇ ਕਿਹੋ ਜਿਹੇ ਬਣਦੇ, ਚੀਨ ਦੇ, ਤੇ ਇਹਦੇ ਚੋਂ ਕੀ ਨਿਕਲਦਾ ਹੈ, ਇਹ ਸਿਰਫ ਵਾਹਿਗੁਰੂ ਨੂੰ ਪਤਾ। ਇਹਨਾਂ ਕਹਿੰਦਾ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ। ਧੰਨਵਾਦ ਸਰ ਜੀ। ਇੱਕ ਮੈਂ ਹੋਰ ਗੱਲ ਐਡ ਕਰਨੀ ਚਾਹੁੰਦਾ ਜੀ ਕਿ ਜਦ ਜਿਹੜਾ ਇਹ ਇਸ਼ੂ ਸ਼ੁਰੂ ਵੀ ਹੁੰਦਾ ਹੈ, ਜੇ ਹੁਣ ਇਹਨਾਂ ਦੇਸ਼ਾਂ 'ਚ ਆ ਕੇ ਆਪਾਂ ਵੇਖਦੇ ਹਾਂ ਬਈ ਸੂਬੇ ਦਾ ਆਪਣਾ ਇੱਕ ਝੰਡਾ, ਦੇਸ਼ ਦਾ ਆਪਣਾ ਝੰਡਾ, ਉਹ ਦੋਨੇ ਲਾ ਲੈਂਦੇ ਆ। ਸ਼ਹਿਰ ਇੱਕ ਆਪਣਾ ਸ਼ਹਿਰ ਦਾ ਲਾਉਂਦਾ, ਇੱਕ ਸੂਬੇ ਦਾ ਲਾਉਂਦਾ, ਇੱਕ ਦੇਸ਼ ਦਾ ਲਾਉਂਦਾ, ਉਹ 3 ਲਾ ਲੈਂਦਾ, ਤੇ ਸਾਰੇ ਸੁਖੀ ਵਸਦੇ ਆ। ਨਿੰਮਾ ਜੀ ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ। ਮੈਂ ਸਤਿ ਸ੍ਰੀ ਅਕਾਲ ਜੀ।
5 ਮਿੰਟ ਹੋਇਆ ਰੇਡੀਓ ਲਾਏ ਨੂੰ, ਮੈਨੂੰ ਲੱਗਦਾ ਕਿਹੜੇ ਵਿਚਾਰ ਕਿਹੜੇ ਤੇ ਚੱਲਦੇ ਵਿੱਚ ਤੁਸੀਂ ਗਰਵੀ ਦੀ ਗੱਲ ਕਰਕੇ ਭਾਈ ਸਾਹਿਬ ਕਮੈਂਟ ਹੋਰ ਟੌਪਿਕ ਤੇ ਕਰਕੇ ਮੈਂ ਕਿਹਾ ਤੁਹਾਡਾ ਸਮਾਂ ਨਾ ਖਰਾਬ ਕਰਾਂ ਤੇ ਕਿਹੜੀ ਕੀ ਗੱਲ ਜੀ। ਮੈਂ ਐਕਚੁਅਲੀ ਜਿਹੜੀ ਗੱਲ ਘੱਲੂ ਘਾਰੇ ਵਾਲੀ ਸੀ ਉਹ ਮੈਂ ਪਿਛਲੇ ਘੰਟੇ ਨਿਬੇੜ ਦਿੱਤੀ ਸੀ, ਪਰ ਹੁਣ ਹਲੇ ਕਿਉਂਕਿ ਲੋਕਾਂ ਦਾ ਮਨ ਹੁੰਦਾ ਗੱਲ ਕਰ ਲਈ ਤਾਂ ਉਹ ਕਰ ਗਏ। ਵੈਸੇ ਮੈਂ ਇਲੀਗਲ ਡੰਪਿੰਗ ਤੇ ਗੱਲ ਕਰ ਰਿਹਾ ਵੀ ਜਿਹੜਾ ਕਿਸੇ ਨੇ ਇੱਕ ਡੰਪ ਬਣਿਆ ਬਣਾਇਆ ਗਾਰਬੇਜ ਜਿਹੜਾ ਕਿਸੇ ਦੇ ਫਾਰਮ 'ਚ ਲਾ ਗਿਆ ਉਹਦੇ 'ਚੋਂ ਰਸੀਦ ਲੱਭ ਲਈ ਜਿਹੜੇ ਘਰ ਦੇ ਵਿੱਚ ਰੈਨੋਵੇਸ਼ਨ ਜਿਹੜੇ ਠੇਕੇਦਾਰ ਨੇ ਕੀਤੀ। ਮੈਂ ਉਹ ਕਹਿਣਾ ਵੀ ਬਾਕੀ ਜਦ ਆਪਾਂ ਕੰਮ ਕਰਦੇ ਹਾਂ ਤਾਂ ਇਹ ਡੰਪਿੰਗ 2 ਲੱਖ 1.5 ਲੱਖ ਘਰ ਦੀ ਰੈਨੋਵੇਸ਼ਨ ਤੇ ਲਾਇਆ ਤਾਂ 50 100 200 500 ਨਾਲ ਕੀ ਫਰਕ ਪੈਣਾ। ਮੈਂ ਗੱਲ ਆਹ ਦਿਨਾਂ 'ਚ ਆਪਾਂ ਬਹੁਤ ਡੰਪ ਬਾਹਰ ਲੋਕ ਕਰ ਜਾਂਦੇ ਨੇ, ਉਸ ਦੀ ਗੱਲ ਕਰ ਰਿਹਾ ਜੀ ਮੈਂ। ਸਰਦਾਰ ਹਰਜੀਤ ਸਿੰਘ ਜੀ, ਮੈਂ ਤੁਹਾਨੂੰ ਦੱਸਦਾ 6-7 ਲੱਖ ਦੀ ਲਾਟ ਲੈ ਲੈਣਗੇ ਤੇ 6-7 ਲੱਖ ਉੱਤੇ ਲੱਗ ਜਾਂਦਾ, ਪਰ ਸਾਰੇ ਘਰ ਦਾ ਜੇ ਆਪਾਂ ਡੰਪ ਕਰੀਏ ਨਾ 500 ਤੋਂ ਥੱਲੇ ਹੀ ਸਿੱਟਿਆ ਜਾਂਦਾ। ਆਪਾਂ ਫਰੇਮਿੰਗ ਦਾ ਡਰਾਈਵਾਲ ਦਾ ਲਾ ਲਈਏ, ਪਰ ਇਹ ਨਾ ਜਿਹੜੀ ਲਾਟ ਖਾਲੀ ਪਈ ਹੁੰਦੀ ਆ ਉਹਦੇ ਮੂਹਰੇ ਤੁਸੀਂ ਆਪਦਾ ਘਰ ਕਲੀਨ ਕਰਕੇ 2 ਟੂਬਾ ਪੂਰਾ ਸਿੱਟ ਦਿਓ, ਵੀਕ ਦੇ ਵਿੱਚ ਉਹ ਢੇਰ ਲੱਗ ਜਾਂਦਾ ਜੀ। ਲੋਕ ਜਾਂਦੇ ਦੇਖਦੇ ਕਰਦੇ ਸਿੱਟ ਦਿੰਦੇ ਆ। ਸਾਰੇ ਟ੍ਰੇਡਮੈਨ ਨਹੀਂ, ਕਈ ਟ੍ਰੇਡਮੈਨ ਵੀ ਜਾ ਕੇ ਘਰ ਦਾ ਗਰਵੇ ਆ ਜਿੱਥੇ ਕੰਮ ਕਰਦੇ ਆ ਉੱਥੇ ਇਹ ਮੋਸਟਲੀ ਭੇਤੀ ਹੁੰਦੇ ਆ। ਮੈਂ ਆਪਣੇ ਆਪ ਗੱਲ ਦੱਸਦਾ, ਰਸੀਦ ਲੱਭ ਲਈ ਜਿਵੇਂ ਤੁਸੀਂ ਦੱਸਦੇ ਆ। ਉਹ ਕਹਿੰਦੇ ਅਸੀਂ ਤਾਂ ਜੀ ਕੰਕਰੀਟ ਭੇਜਿਆ ਸੀ ਫਲਾਨਾ ਪੰਪ ਵਾਲੇ ਨੂੰ ਫੋਨ ਕੀਤਾ, ਉਹਨੂੰ ਗਾਂਹ ਦੀ ਗਾਂਹ ਕਰਾ ਕੇ ਜੀ ਮੈਂ ਫੇਸਬੁੱਕ ਤੇ ਉਹਦਾ ਨਾਂ ਭਰ ਕੇ ਮੈਂ ਉਹ ਬੰਦੇ ਨਾਲ ਮੈਂ ਕਿਹਾ ਬਾਈ ਜੀ ਆਹ ਤੁਸੀਂ ਸਿੱਟ ਕੇ ਗਏ ਸੀ। ਤੁਸੀਂ ਉਹਨੂੰ ਨਾ ਗਰਭਈ ਨੂੰ ਗਲੱਬ ਗਲੁੱਬ ਪਾ ਕੇ ਉਹਦੀ ਛਾਣਬੀਣ ਕਰੋ, ਉਹਦੇ ਵਿੱਚ ਕੋਈ ਨਾ ਕੋਈ ਰਸੀਦ ਕਾਪੀ ਤੁਹਾਨੂੰ ਮਿਲ ਹੀ ਜਾਂਦੀ ਆ। ਤੇ ਇਹ ਬਹੁਤ ਸ਼ਰਮਨਾਕ ਤੇ ਬੇਹੁਦਾ ਹਰਕਤ ਆ ਬੰਦਿਆਂ ਦੀ, ਬਹੁਤ ਦੁਖੀ ਕੀਤਾ ਜੀ ਇਹ ਬੰਦਿਆਂ ਨੇ ਜਿਹੜਾ ਸਿੱਟ ਜਾਂਦੇ ਨਾ। ਤੇ ਇੰਨਾ ਹੀ ਕਹਿਣਾ। ਧੰਨਵਾਦ ਵੀਰ ਜੀ। ਧੰਨਵਾਦ ਜੀ। ਰਜਿੰਦਰ ਸਿੰਘ ਨੰਬਰ 4। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਮੈਂ ਤਾਂ ਉਹ ਤੁਸੀਂ ਵਿੱਚ ਸੂਬਿਆਂ ਦੀ ਅਧਿਕਾਰ ਵਾਲੀ ਗੱਲ ਕਰਦੇ ਸੀ, ਹੋਰ ਕੋਈ ਉਹਦੇ ਤੇ ਕਮੈਂਟ ਲੈਣੇ ਤੁਹਾਡੇ ਵੀ ਹੁਣ ਕਰ ਲਓ ਜੀ, ਲੈ ਲਓ। USA ਦੇ ਵਿੱਚ ਫੈਡਰਲ ਗਵਰਨਮੈਂਟ ਹੈਗੀ ਆ, ਕੈਨੇਡਾ ਵਿੱਚ ਵੀ ਇਸ ਗਈਆਂ ਤੇ ਦੋਨਾਂ 'ਚ ਸੂਬਿਆਂ ਦੇ ਅਧਿਕਾਰਾਂ ਦਾ ਆਪਾਂ ਗੱਲ ਕਰਦੇ ਆ ਵੀ ਬਹੁਤ ਹੈਗੇ ਸੂਬਿਆਂ ਕੋਲ ਅਧਿਕਾਰ ਹੈ, ਝੰਡੇ ਵੀ ਉਹਨਾਂ ਦੇ ਆਪਦੇ ਹੈਗੇ ਆ। ਤੇ ਆਪਣੇ ਹੁਣ ਇੱਥੇ ਈਵਨ ਗਵਰਨਰ ਰਾਜ ਨੂੰ ਵੀ ਲੱਗ ਸਕਦਾ, ਸੂਬੇ ਦੀ ਸਰਕਾਰ ਹਮੇਸ਼ਾ ਪਾਪੂਲਰ ਗਵਰਨਮੈਂਟ ਜਿਹੜੀ ਉਹ ਗਵਰਨਮੈਂਟ ਤੋਂ ਗਵਰਨਮੈਂਟ ਹੀ ਟੇਕ ਓਵਰ ਕਰਦੀ ਹੈ। ਫੈਡਰਲ ਗਵਰਨਮੈਂਟ ਨਹੀਂ ਕਦੇ ਵੀ ਸੂਬਿਆਂ ਦੇ ਵਿੱਚ ਰਾਜ ਕਰਦੀ ਹੋਰ ਕੋਈ। ਤੇ ਮਾੜੀ ਜੀ ਗੱਲ ਹੁੰਦੀ ਹੈ ਇੰਡੀਆ ਦੀ ਕਰੀਏ ਹੋਰ ਕੋਈ, ਤੇ ਉੱਥੇ ਵੀ ਤਾਂ ਸੂਬਿਆਂ ਕੋਲ ਅਧਿਕਾਰ ਹੈ ਹੀ ਕੋਈ ਨਹੀਂ ਗੇ, ਬਹੁਤ ਥੋੜੇ ਹੈ ਜੇ ਹੈਗੇ ਆ ਤਾਂ। ਇਹਨਾਂ ਨੇ ਅਕਾਲੀਆਂ ਨੇ ਅਨੰਦਪੁਰ ਸਾਹਿਬ ਮਤਾ ਜਿਹੜਾ ਪਾਸ ਕੀਤਾ ਸੀਗਾ ਉਹਦੇ 'ਚ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਗੱਲਬਾਤ ਸੀਗੀ ਹੋਰ ਕੋਈ, ਤੇ ਉਹ ਮਤਾ ਜਿਹੜਾ ਸੀਗਾ ਹੋਰ ਕੋਈ 'ਚ ਹੁਣ ਇਹ ਭਾਰਤ ਸਰਕਾਰ ਦੇ ਵਿੱਚ ਨਾਲ ਰਲ ਗਏ ਆ, ਨਾਲ ਰਲ ਕੇ ਹੋਰ ਕੋਈ ਉਹ ਮਤਾ ਕਿੱਧਰ। ਹੁਣ ਤਾਂ ਇਹਨਾਂ ਨੇ GST ਤੇ ਜੇਟਲੀ ਨੇ ਸਾਰਾ ਕੁਝ ਇਕੱਠੇ ਕਰਕੇ ਇੰਨਾ ਸਰਕਾਰਾਂ ਨੇ ਫੈਡਰਲ ਨੇ ਇਕੱਠਾ ਕਰ ਲਿਆ ਕਿ ਸੂਬਿਆਂ ਨੂੰ ਪਾਈ ਲਈ ਭਾਰਤ ਸਰਕਾਰ ਵੱਲ ਦੇਖਣਾ ਪੈਂਦਾ ਜੀ। ਮਿਹਰਬਾਨੀ ਗੱਲ ਸਾਹਿਬ। ਕਤਰ ਸਿੰਘ ਜੀ ਲਾਈਨ ਨੰਬਰ 3 ਤੁਸੀਂ ਇਹ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਗੁਰੂ ਕਿਰਪਾ ਜੀ, ਤੁਸੀਂ ਸੁਣਾਓ ਜੀ। ਵਧੀਆ ਜੀ। ਗਰਭ ਜੀ ਦੀ ਗੱਲ ਕਰਨੀ ਸੀਗੀ, ਜੇ ਕੋਈ ਹੈਗਾ ਟਾਈਮ ਆਪਣਾ ਹਾਲੇ? ਹਾਂਜੀ ਸਿੱਧੂ ਸਾਹਿਬ। ਹਾਂਜੀ ਜਿਹੜਾ ਵੀ ਬੰਦਾ ਯਾਰ ਘਰ ਬਣਾਉਂਦਾ ਜਾਂ ਕੁਝ ਕਰਦਾ, ਮੇਰਾ ਖਿਆਲ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ। ਇਹ ਤਾਂ ਜਿਹੜੇ ਆਪਾਂ ਆਊਟਸਾਈਡ ਬੰਦੇ ਹਾਇਰ ਕਰਦੇ ਆ ਗਰਭ ਚੱਕ ਕੇ ਲਿਜਾਣ ਦਾ, ਉਹ ਕਸੂਰ ਹੁੰਦਾ। ਕਿ ਇਹ ਬਹੁਤਿਆਂ ਬੰਦਿਆਂ ਨਾਲ ਹੋ ਚੁੱਕਿਆ। ਈਵਨ ਆਪਣੇ ਆਬਾਦ ਕਾਊਂਟੀਆਂ ਦੇ ਇਹਨਾਂ ਦੇ ਫਾਰਮ 'ਚ ਕੋਈ ਗਰਭ ਸੁੱਟ ਗਿਆ ਸੀ ਅੱਜ ਤੋਂ 4-5 ਸਾਲ ਪਹਿਲਾਂ। ਜੋ ਵੀ ਐਡਰੈਸ ਨਿਕਲਣਾ ਉਹ ਤਾਂ ਨਿਕਲ ਹੀ ਆਉਣਾ ਹੈ। ਮੈਂ ਤਾਂ ਇਹ ਕਹੂੰਗਾ ਜਿਹੜਾ ਬੰਦਾ ਘਰ ਬਣਾਉਂਦਾ ਜੇ ਕੱਲੀ ਜਿਹੜੀ ਤੁਹਾਡੀ ਜਿਹੜੀ ਹੁੰਦੀ ਐਡਰੈਸ, ਮੈਂ ਤਾਂ ਕਹਿੰਦਾ 2x4 ਤੇ ਵੀ ਲਿਖ ਦੇ, ਕਿਉਂਕਿ ਘੱਟੋ ਘੱਟ ਪਤਾ ਤਾਂ ਲੱਗੇ ਵੀ ਆਇਆ ਕਿੱਥੇ ਤੇ ਗਿਆ ਕਿੱਥੇ। ਮੈਂ 500 ਦੇਤਾ 600 ਦੇਤਾ ਤੇ ਉਹ ਗਰਭ 'ਚ ਕਿਸੇ ਦੇ ਫਾਰਮ 'ਚ ਡਿੱਗ ਪਿਆ, ਉਹ 'ਚ ਕਸੂਰਵਾਰ ਮੈਂ ਨਹੀਂ ਹੈਗਾ। ਹਾਂ ਮੇਰਾ ਐਡਰੈਸ ਜ਼ਰੂਰ ਹੈਗਾ, ਮੈਂ ਇਹ ਤਾਂ ਕਹੂੰਗਾ ਵੀ ਆਹ ਬੰਦੇ ਨੇ ਗਰਭ 'ਚ ਮੈਨੂੰ ਹਾਇਰ ਕੀਤਾ ਸਿੱਟ ਕੇ ਆਇਆ। ਬਿਲਕੁਲ ਠੀਕ ਹੈ। ਤੇ ਤੀਸਰੀ ਗੱਲ ਹੈਗੀ ਇੰਟਰਨੈਸ਼ਨਲ ਜਿਹੜਾ ਵੀ ਜਿਹੜਾ ਆਪਣੇ ਆਲ ਅਕ੍ਰਾਸ ਕੈਨੇਡਾ ਅਮਰੀਕਾ ਜਾਂਦਾ ਬੰਦੇ ਇੱਕ ਬੈਗ ਲੈ ਕੇ ਗਰਭ 'ਚ ਨਹੀਂ ਸੁੱਟਣ ਜਾਂਦੇ, ਟਰੱਕ ਦੇ ਬਾਹਰ ਖੜੇ ਗਰਭ ਬਾਹਰ ਮਾਰਦੇ ਮੂਦ ਕਰਕੇ ਬਾਹਰ ਸੁੱਟ ਦਿੰਦੇ। ਇਹ ਗਰਭ ਚਾਲੀ ਜਿਵੇਂ ਇਹ ਕਹਿੰਦੇ ਜਿਹੜੀ ਇਹ ਨੈਚੁਰਲੀ ਆਪਣੇ ਪੰਜਾਬੀਆਂ ਸਾਰਿਆਂ ਜੀ ਆ। ਸੋ
ਜਿਆਦਾ ਵਕਤ ਨਾ ਲੈਂਦਾ ਹੋਇਆ ਮੈਂ ਇਹ ਕਹੂੰਗਾ ਵੀ ਸਾਰਿਆਂ ਨੂੰ ਤਾਂ ਨਹੀਂ ਭੁਲੇਖਾ ਜਾਣਾ ਚਾਹੀਦਾ ਇੱਕ ਰੱਸੀ ਦੇ ਨਾਲ, ਪਰ ਇਹ 'ਚ ਕੁਝ ਹੈ। ਥੈਂਕ ਯੂ ਸਿੱਧੂ ਸਾਹਿਬ, ਥੈਂਕ ਯੂ। ਮੈਂ ਇਹਦੇ ਵਿੱਚ ਥੈਂਕ ਯੂ, ਇਹਦੇ 'ਚ ਮੈਂ ਇੱਕ ਗੱਲ ਸੋਚਦਾ ਕਿ ਬਿਲਕੁਲ ਜਿਹੜੀ ਪੂਰਾ ਕੋਈ ਘਰ ਬਣਾਉਂਦਾ ਹੈ ਉੱਥੇ ਇਹ ਮੁਸ਼ਕਿਲ ਨਹੀਂ, ਇਹ ਰੈਨੋਵੇਟ ਵਾਲਾ ਜਿਹੜਾ ਇਹ ਕੋਈ ਸਿੱਟ ਕੇ ਗਿਆ ਨਾ ਉਹ ਰੈਨੋਵੇਟ ਵਾਲਾ ਹੀ ਹੈ। ਜਿਹੜਾ ਐਬਸਪੋਰਟ ਦੇ ਵਿੱਚ ਕੋਈ ਲਾ ਕੇ ਗਿਆ ਉਹ ਰੈਨੋਵੇਸ਼ਨ ਵਾਲਾ ਹੀ। ਗੁੱਡ ਲਾਈਫ ਤੇ ਗੁੱਡ ਲਾਈਫ ਮੈਡੀਕਲ ਤੇ ਡੈਂਟਲ ਸਪਲਾਈਜ਼ ਵਾਲੇ ਹੁਣ ਜਿਹੜਾ ਕੰਮ ਰੇਟ ਕੰਮ ਮੁੱਕ ਗਿਆ ਤੁਹਾਡਾ। ਸੈਨੀਟਾਈਜ਼ਰ ਨਹੀਂ ਹੈ ਜੀ, ਗਲਵਜ਼ ਨਹੀਂ ਹੈ, ਵਾਈਪਸ ਨਹੀਂ ਹੈ, ਮੂੰਹ ਤੇ ਪਾਉਣ ਲਈ ਮਾਸਕ ਨਹੀਂ ਹੈ, ਮੈਡੀਕਲ ਦੂਸਰੇ ਹਰ ਕਿਸਮ ਦਾ ਸਮਾਨ, हैंड सैनिटाइजर, फेस मास्क, K995 मास्क, फेस शील्ड, ग्लव्स ਤੇ ਵਾਈਪਸ ਅੱਜ ਹੀ ਹੁਣ ਜਿਹੜਾ ਇਹਨਾਂ ਦਾ ਵੇਅਰ ਹਾਊਸ ਹੈ ਉੱਥੇ ਤੁਸੀਂ ਸਿੱਧੇ ਜਾ ਕੇ ਲੈ ਸਕਦੇ ਹੋ। ਕੀਮਤਾਂ ਬਹੁਤ ਘੱਟ ਨੇ ਤੇ ਤੁਸੀਂ ਸਟਾਕ ਵੀ ਕਰਨਾ ਹੁਣ ਕਰ ਸਕਦੇ ਹੋ। 604 961 4008 ਜਤਿੰਦਰ ਗਿੱਲ, ਜੋਤੀ ਗਿੱਲ ਦਾ ਨੰਬਰ ਹੈ। ਹਾਕਮ ਜਵੰਦਾ 604 354 0562 604 961 4008 ਸਿੱਧਾ ਨੰਬਰ 604 354 0562। ਜਿਹੜਾ ਵੀ ਸੈਨੀਟਾਈਜ਼ਰ ਲਿਆਉਣੇ ਨੇ, ਗਲਵਜ਼ ਲਿਆਉਣੇ ਨੇ, ਵਾਈਪਸ ਲਿਆਉਣੇ, ਸ਼ੀਲਡ ਜਿਹੜਾ ਭਾਰਤ 'ਚ ਆਪਾਂ ਮੋਟਰਸਾਈਕਲ ਵੇਲੇ ਆਉਂਦੇ ਨੇ ਮੂਹਰੇ ਮੂੰਹ ਤੇ ਕੱਲੀ ਹੋਈ ਪੱਗ ਦੇ 50 ਦੇ ਕੋਲ ਲਾ ਲੈਂਦੇ ਸੀ ਤਾਂ ਮੌਜ ਰਹਿੰਦੀ ਸੀ, ਉਹਦੀ ਮੱਛਰ ਨਹੀਂ ਸੀ ਪੈਂਦਾ। ਤੇ ਉਹ ਵੀ ਮਾਸਕ ਵੀ ਇਹਨਾਂ ਤੋਂ ਲੈ ਸਕਦੇ ਹੋ। ਤੇ ਐਡਰੈਸ ਯੂਨਿਟ 108 81 32 130 ਸਟਰੀਟ, 108 ਯੂਨਿਟ 108 81 32 130 ਸਟਰੀਟ ਤੇ ਤੁਸੀਂ ਜਾ ਕੇ ਆਪ ਜਾ ਕੇ ਇਹ ਸਾਰਾ ਸਮਾਨ ਉੱਥੋਂ ਲੈ ਸਕਦੇ। ਕੀਮਤਾਂ ਬਹੁਤ ਵਾਜਬ ਨੇ, ਬਹੁਤ ਜ਼ਿਆਦਾ ਵਾਜਬ ਨੇ। ਤੇ ਇਕੱਠੇ ਕੰਟੇਨਰ ਜਿਹੜੇ ਮੰਗਾਏ ਨੇ ਕਿਉਂਕਿ ਪਹਿਲਾਂ ਇਹ ਡੈਂਟਿਸਟ ਨੂੰ ਸਪਲਾਈ ਕਰਦੇ ਸੀ, ਪਰ ਹੁਣ ਲੋਕਾਂ ਦੇ ਲਈ ਵੀ ਇਹ ਸਾਰਾ ਆਮ ਆਪਣੀ ਪਬਲਿਕ ਲਈ ਮੰਗਾਇਆ। ਸੈਂਟੀ ਜੀ ਅੱਜ ਦਾ ਪ੍ਰੋਗਰਾਮ ਕੱਲ ਨੂੰ ਫਿਰ ਕਿਸੇ ਮਹਿਮਾਨ ਨੂੰ ਲਿਆ ਕੇ ਇਸ ਦੀ ਅਗਲੀ ਕੜੀ ਘੱਲੂਘਾਰੇ ਦੀ ਸ਼ੁਰੂ ਕਰਾਂਗੇ। ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਤੋਂ ਕੌਮ ਨੂੰ ਬਾਹਰ ਜ਼ਰੂਰ ਨਿਕਲਣਾ ਚਾਹੀਦਾ ਕਿ ਆਪਣੇ ਆਪ ਨੂੰ ਵਿਕਟਮ ਨਾ ਹੁਣ ਪੇਸ਼ ਕਰੋ। ਬਹੁਤ ਵਾਰ ਅਸੀਂ ਗੱਲਾਂ ਕਰ ਲਈਆਂ ਕਿ ਧੱਕਾ ਹੋਇਆ, ਜ਼ੁਲਮ ਹੋਇਆ, ਤੇ ਜਦ ਅਬਦਾਲੀਆਂ ਨੂੰ ਆਪਾਂ ਕਹਿੰਦੇ ਹਾਂ ਤਾਂ ਅਬਦਾਲੀਆਂ ਦੇ ਧੱਕਾ ਨਹੀਂ ਕਹਿੰਦੇ, ਅਬਦਾਲੀਆਂ ਨਾਲ ਲੜਨ ਦੀ ਗੱਲ ਕਰਦੇ ਹਾਂ। ਇੱਥੇ ਧੱਕਾ ਤਾਂ ਕਹਿੰਦੇ ਆ ਕਿਉਂਕਿ ਇੱਕ ਦੇਸ਼ ਦੇ ਵਿੱਚ ਰਹਿੰਦੇ ਆ, ਬਾਹਾਂ ਦੀ ਗੱਲ ਹੈ ਤੇ ਅਸੀਂ ਇਕੱਠੇ ਹਾਂ ਤੇ ਉਹਦੇ ਵਿੱਚ ਤੇ ਇਸ ਨੂੰ ਵੀ ਕਲੀਅਰ ਕਰਨ ਦੀ ਲੋੜ ਹੈ ਕਿ ਜ਼ਰੂਰ ਅਸੀਂ ਡਿਫਰੈਂਸ਼ੀਏਸ਼ਨ ਕਰੀਏ ਕਿ ਰੂਲਿੰਗ ਧਿਰ ਕੌਣ ਆ, ਆਵਾਮ ਕੀ ਹੈ। ਠੀਕ ਹੈ ਗੱਲ, ਕਿਤੇ ਰੂਲਿੰਗ ਧਿਰ ਵੱਲੋਂ ਹੋਏ ਜ਼ੁਲਮ ਦੇ ਵਿੱਚ ਜੇ ਆਵਾਮ ਆ ਕੇ ਬਾਹਰ ਨਹੀਂ ਨਿਕਲਦਾ ਉਹਦੇ ਵਿੱਚ ਗੱਲ ਦੁੱਖ ਹੈ, ਉਹਨਾਂ ਨੂੰ ਜ਼ੋਰ ਮਿਲਦਾ। ਜਾਂ ਕੀਤੇ ਜ਼ੁਲਮ ਤੋਂ ਬਾਅਦ ਵੱਧ ਵੋਟਾਂ ਦੇ ਨਾਲ ਰੂਲਿੰਗ ਧਿਰ ਨੂੰ ਜਿਤਾਉਣਾ, ਉਹ ਵੀ ਉਹਦੀਆਂ ਬਾਹਾਂ ਤੱਕਣੀਆਂ ਕਰਦਾ। ਪਰ ਵੱਢਣ ਵਾਲੇ ਜਿਹੜੇ ਕੁੱਤੇ ਹੁੰਦੇ ਨੇ ਜਦੋਂ ਹਲਕ ਜਾਂਦੇ ਨੇ ਉਹ ਬਾਹਰ ਤੇ ਘਰ ਦਾ ਬੰਦਾ ਨਹੀਂ ਵੇਖਦੇ, ਅਖੀਰ ਉਸ ਨੂੰ ਗੋਲੀ ਜਿਹੜੀ ਮਾਰਨੀ ਪੈਂਦੀ ਕਿਉਂਕਿ ਉਹ ਪਾਗਲ ਹੋ ਜਾਂਦਾ ਹੈ। ਜਿਹੜੇ ਖੂਨ ਜਦ ਮੂੰਹ ਨੂੰ ਲੱਗ ਜਾਂਦਾ ਰਾਜਨੀਤਿਕ ਲੋਕਾਂ ਦੇ, ਉਹਨਾਂ ਦਾ ਆਪਣਾ ਤੇ ਪਰਾਇਆ ਉਹਨਾਂ ਦਾ ਕੁਛ ਨਹੀਂ ਹੁੰਦਾ, ਉਹਨਾਂ ਨੇ ਰਾਜ ਕਰਨਾ ਹੁੰਦਾ। ਉਹਨਾਂ ਲਈ ਤੁਸੀਂ ਇੱਕ ਕਮੋਡਿਟੀ ਹੋ, ਤੁਸੀਂ ਇੱਕ ਬਾਇਰ ਹੋ ਉਹਨਾਂ ਦੀਆਂ ਚੀਜ਼ਾਂ। ਇਹ ਖਿਆਲ ਰੱਖਿਓ। ਅਖੀਰ 'ਚ ਮਹਿਲ ਸਿੰਘ ਭੁੱਲਰ ਉਹਨਾਂ ਦੀ ਇੱਕ ਕਵੀਸ਼ਰੀ ਕੱਲ ਨੂੰ 11 ਵਜੇ ਮੁਰਦਾ ਚੜ੍ਹਦੀ ਕਲਾ। ਸਾਰਾ ਵੱਲ ਨੂੰ ਬੱਬਰ ਸ਼ੇਰ ਤੇ ਸਾਥੀ ਕੁਝ ਨਾਲ ਵੀਰੋ ਲਾਸ਼ ਸ਼ਸਤਰ ਹੁੰਦੇ ਨਾਲ ਫੱਬਦੇ ਸੀ ਜੱਗੋਂ ਵੱਖਰੀ ਚੜਤ ਕਮਾਲ ਵੀਰੋ। ਜਿਹਦੇ ਰੱਬ ਤੋਂ ਡਰਦੀ ਸਰਕਾਰ ਕੰਬੇ ਪਿੰਡਾਂ ਵਾਲਾ ਸੀਸ ਮਾਰ ਪਾਈ ਜਾਂਦੀ ਛੂਕਦੀ ਕਾਰਜ ਜਾਰੂਆਂ ਦੀ ਕੰਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ। ਜਾਗਤ ਤੇ ਲੰਮੀਆਂ ਹਨ ਬਾਵਾ ਅੱਗ ਜੋਸ਼ ਦੀ ਨੈਣਾਂ ਵਿੱਚ ਭੜਕਦੀ ਹੈ। ਤਕੜੇ ਹਾਕਮਾਂ ਦਾ ਸੰਗ ਪਿਆ ਸੁੱਕਾ ਬਿਜਲੀ ਮੌਤ ਦੀ ਉਹਨਾਂ ਸਿਰ ਕੜਕਦੀ ਹੈ। ਚੌਦਵੀਂ ਧੰਮਦਮੀ ਸੰਸਤਾ ਦਾ ਕਹਿਣੀ ਕਰਨੀ ਦਾ ਪੂਰਾ ਜਥੇਦਾਰ ਪਾਈ ਜਾਂਦੀ ਛੂਕਦੀ ਕਾਰਜ ਜਾਰੂਆਂ ਦੀ ਕੰਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ। ਕੀਤੇ ਬਚਨਾ ਤੇ ਦਿੜ ਰਹਿਣ ਸੂਰੇ ਵੈਰੀ ਕੁਫਰ ਦੇ ਤੇ ਹਾਮੀ ਸੱਚ ਦੇ ਨੇ ਜੋਣਾ ਸੱਚ ਲਈ ਮਰਨ ਖਾਤਰ ਲੋੜ ਪੈਣ ਤੇ ਤੇਗਾ ਤੇ ਨੱਚਦੇ ਨੇ। ਅੰਮ੍ਰਿਤ ਧਾਰੀ ਪ੍ਰਤੱਖ ਨਟਣ ਚੋਂ
शीशियां चो दिस बार पाई कुल्लड़